पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:14 ਹੋਏ ਨੇ। 29 ਜੂਨ ਦਾ ਦਿਨ ਵਰਾ 2022 ਦਾ ਬੁੱਧਵਾਰ ਹੈ ਤੇ 15 ਹਾੜ ਨਾਨਕ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕੀਰ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਵੈਦ ਰੂਬਲ ਜੀ ਤੁਹਾਡੀ ਸਿਹਤ ਦੇ ਬਾਰੇ ਗੱਲਬਾਤ ਕਰਨਗੇ। ਅਗਲੇ ਹਿੱਸੇ ਦੇ ਵਿੱਚ ਇੱਕ ਨੌਜਵਾਨ ਤੁਹਾਡੇ ਸਨਮੁਖ ਅੱਜ ਮੈਂ ਕਰਨਾ, ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਫਾਰਮਿੰਗ 'ਚੋਂ ਹੈ, ਪਰ ਉਸਨੇ ਫਾਰਮਿੰਗ ਦੇ ਵਿੱਚੋਂ ਇੱਕ ਨਵੇਂ ਦਿਸਹੱਦੇ ਜਿਹੜੇ ਨੇ ਤੈਅ ਕੀਤੇ ਨੇ। ਫਾਰਮਿੰਗ ਤੋਂ ਅੱਗੇ ਜਿਹੜਾ ਉਸ ਬਿਜ਼ਨਸ ਨੂੰ ਜਿਹੜਾ ਇਸ ਬਾਗਾਂ ਦੇ ਨਾਲ, ਔਰਚਰਡ ਦੇ ਨਾਲ, ਫਰੂਟਸ ਦੇ ਨਾਲ ਅੱਗੇ ਜਿਹੜਾ ਇਸ ਬਿਜ਼ਨਸ ਨੂੰ ਲੈ ਕੇ ਗਿਆ, ਐਵੀ ਗਿੱਲ ਕਲੋਨੇ ਤੋਂ ਗੱਲਬਾਤ ਕਰਨਗੇ। ਸਰਦਾਰ ਕਰਮ ਸਿੰਘ ਗਿੱਲ, ਕਰਮਾ ਗਿੱਲ ਬਾਈ ਨੂੰ ਆਪਾਂ ਸਾਰੇ ਜਾਣਦੇ ਹਾਂ। ਉਸ ਦਾ ਬੇਟੇ ਐਵੀ ਗਿੱਲ ਨੇ ਅੱਜ ਗੱਲਬਾਤ ਕਰਨੀ ਹੈ ਕਿ ਉਹਦਾ ਸਫ਼ਰ ਜਿਹੜਾ ਉਹਨਾਂ ਨੇ ਫਰੂਟ ਸੋਡਾ ਬਣਾਇਆ, ਉਹਦਾ ਸਫ਼ਰ ਫਾਰਮਿੰਗ ਬਹੁਤ ਵੱਡੀ ਹੈ। ਪਹਿਲਾਂ ਤੋਂ ਚਿਰਾਂ ਦੇ ਫਾਰਮਿੰਗ ਬਾਈ ਕਰਮੇ ਨਹੀਂ ਕਰਦੇ ਨੇ, ਮਿਹਨਤਾਂ ਦੇ ਨਾਲ ਤਰੱਕੀਆਂ ਕੀਤੀਆਂ। ਅਤੇ ਐਵੀ ਗਿੱਲ ਆਪਣੀ ਅੱਜ ਜ਼ਿੰਦਗੀ ਦੀ ਕਹਾਣੀ ਦੱਸੇਗਾ ਕਿ ਕਿਸ ਤਰ੍ਹਾਂ ਇੱਥੇ ਦੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਆਪਣੇ ਪਰਿਵਾਰ ਨੂੰ ਅਗਲੇ ਜਿਹੜੇ ਮਾਰਕੇ 'ਤੇ ਲੈ ਕੇ ਜਾਂਦੇ ਨੇ। ਗੱਲਬਾਤ ਕਰਨਗੇ ਅਤੇ ਕਹਾਣੀ ਅੱਜ ਦਰਸ਼ਨ ਜੋਗੇ ਦੀ ਤੁਹਾਨੂੰ ਸੁਣਾਉਣੀ ਹੈ। ਜੋਗਾ ਰੱਲਾ ਪਿੰਡ ਹੈ ਮਾਨਸੇ ਦੇ ਨੇੜੇ, ਮਾਨਸੇ 'ਚ ਹੀ ਰਹਿੰਦੇ ਨੇ ਦਰਸ਼ਨ ਹੋਣੀ। ਜੋਗਾ ਅਤੇ ਰੱਲਾ ਅਲੱਗ-ਅਲੱਗ ਪਿੰਡ ਨੇ। ਰੱਲੇ ਦਾ ਜਿਹੜਾ ਸਹੱਪਣ ਬਹੁਤ ਮਸ਼ਹੂਰ ਆ, ਰੱਲੇ ਦੀਆਂ ਬੋਲੀਆਂ ਪੈਂਦੀਆਂ। ਅਤੇ ਅੱਜ ਮਾਨਸੇ ਦੇ ਟਿੱਬਿਆਂ ਨੂੰ ਤੁਹਾਡੇ ਸਨਮੁਖ ਕਰਨਾ ਹੈ। ਉਹਨਾਂ ਦੀ ਕਹਾਣੀ ਜਿਹੜੀ ਤੁਹਾਡੇ ਸਨਮੁਖ ਅੱਜ ਕਰਨੀ ਹੈ। ਇੱਕ ਦਰਸ਼ਨ ਜੋਗਾ ਦਾ ਉਹਨਾਂ ਦੀ ਕਹਾਣੀਆਂ ਜਿਹੜੀਆਂ ਇਹ ਕਿਤਾਬ ਹੈ, ਚੇਤਨਾ ਪ੍ਰਕਾਸ਼ਨ ਨੇ ਛਾਪੀ ਸੀ। ਪਿਛਲੇ ਸਾਲ ਦੀ ਇਹ ਕਿਤਾਬ ਮੇਰੇ ਕੋਲ ਪਈ ਹੈ ਅਤੇ ਹੁਣ ਇਸ ਦੀ ਆਪਾਂ ਸ਼ੁਰੂਆਤ ਕਰਨੀ ਹੈ। ਵਧੀਆ ਕਹਾਣੀਆਂ ਲਿਖੀਆਂ, ਬੋਲੀ ਵਧੀਆ। ਅੱਜ ਤੁਹਾਡੇ ਸਨਮੁਖ ਉਹਨਾਂ ਦੀ ਪਹਿਲੀ ਕਹਾਣੀ ਹੋਏਗੀ। ਦਰਸ਼ਨ ਜੋਗਾ। ਜੋਸ਼ ਸਮਝੀ ਨਾ ਢਲੇ ਹੋਏ ਨੇ, ਕਥਨ ਪੈਗੰਬਰਾਂ ਦੇ ਸਾਡੀ ਰੱਤ ਵਿੱਚ ਰਲੇ ਹੋਏ ਨੇ। ਯਾਦ ਖੈਬਰ ਤੇ ਉਹਦ ਕਰੋ, ਉਮਰ ਦੇ ਵੰਸ਼ਜ ਹੋ ਤੁਸੀਂ, ਜਿਹਾਦ ਤੇ ਜ਼ੁਹਦ ਕਰੋ। ਗੂੰਜੇ ਦੇ ਵਿੱਚ ਬੇਗ ਮੀਆਂ, ਬੰਦਗੀ ਤੇ ਜੰਗ ਇੱਕੋ ਹੈ, ਇੱਕੋ ਤਸਬੀ ਤੇ ਤੇਗ ਮੀਆਂ। ਚੇਤੇ ਨਵੀਆਂ ਦੀ ਦੀਦ ਆਵੇ, ਜਜ਼ਬੇ ਦੀ ਸਿਖਰ ਹੁੰਦਾ ਜਦ ਵੀ ਜਜ਼ੀਦ ਆਵੇ। ਬਾਤ ਪੈਂਦੀ ਹੈ ਤੌਹੀਦਾਂ ਦੀ, ਪੈਗੰਬਰੀ ਬੋਲ ਸੁਣਦੇ ਰੂਹ ਠਰਦੀ ਮਰੀਦਾਂ ਦੀ। ਪਾਣੀ ਰਾਵੀ ਦੇ ਵਹਿੰਦੇ ਨੇ, ਈਨ ਸਾਡੇ ਖੂਨ ਵਿੱਚ ਨਾ ਬੋਲ ਬਾਣੀਆਂ ਦੇ ਕਹਿੰਦੇ ਨੇ। ਸੀਸ ਤਲੀ ਰੱਖ ਲੜਦੇ ਨੇ, ਆਰਿਆਂ ਨੂੰ ਤੱਕ ਕੇ ਯੋਧੇ ਜਪਜੀ ਪੜ੍ਹਦੇ ਨੇ, ਯੋਧੇ ਜਪਜੀ ਪੜ੍ਹਦੇ ਨੇ। ਜਜ਼ਬੇ ਦਾ ਸਿਖਰ ਨਵਾਬ ਖਾਨ ਲਿਖਦਾ ਅਕੀਦਤ 'ਚ। ਸਰਦਾਰ ਨਵਕੀਰ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਸਿੱਧੂ ਮੂਸੇਵਾਲੀਏ ਨੂੰ ਕਤਲ ਹੋਇਆ 1 ਮਹੀਨਾ ਹੋ ਗਿਆ ਜੀ। ਕੇਸ 'ਚ ਕੀ ਹੋ ਰਿਹਾ, ਕਿੱਥੇ ਖੜੀ ਕਹਾਣੀ? ਗਿੱਲ ਸਾਹਿਬ ਦੇਖੋ, ਅੱਜ ਤੋਂ 1 ਮਹੀਨਾ ਪਹਿਲਾਂ ਅੱਜ ਦੇ ਦਿਨ 29 ਮਈ ਦੇ ਦਿਨ ਸਿੱਧੂ ਮੂਸੇਵਾਲਾ ਦਾ ਜਵਾਰਕੇ ਪਿੰਡ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਉਦੋਂ ਬਾਅਦ ਜਿਹੜੇ ਕਤਲ ਕਰਨ ਵਾਲੇ ਕਾਤਲ ਨੇ, ਗੈਂਗਸਟਰ ਕਹਿ ਲਈਏ, ਬਦਮਾਸ਼ ਕਹਿ ਲਈਏ, ਗੁੰਡੇ ਕਹਿ ਲਈਏ, ਉਹ ਉੱਥੋਂ 2 ਗੱਡੀਆਂ ਦੇ ਵਿੱਚ ਫਰਾਰ ਹੁੰਦੇ ਨੇ। ਉਸ ਤੋਂ ਬਾਅਦ ਰਾਹ 'ਚ ਅਲਟੋ ਖੋਹਦੇ ਨੇ। ਸਵੇਰੇ 3:15 ਵਜੇ ਜਾ ਕੇ ਮੋਗਾ ਜ਼ਿਲ੍ਹੇ 'ਚ ਅਲਟੋ 'ਚ ਤੇਲ ਪਵਾਉਂਦੇ ਨੇ। ਸਾਰੀ ਰਾਤ ਤੁਰੇ ਫਿਰਦੇ ਨੇ ਔਰ ਪੰਜਾਬ ਪੁਲਿਸ ਉਹਨਾਂ ਦੀ ਪੈੜ ਤੱਕ ਨਹੀਂ ਨੱਪ ਸਕੀ। ਉਸ ਤੋਂ ਬਾਅਦ ਇਸ ਮਸਲੇ ਦੇ ਵਿੱਚ 2 ਬੰਦੇ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਪੋਸਟਾਂ ਪਾਉਂਦੇ ਨੇ। ਇੱਕ ਗੋਲਡੀ ਬਰਾੜ ਦੀ ਪੋਸਟ ਆਉਂਦੀ ਹੈ ਕਿ ਕੈਨੇਡਾ ਦੇ ਵਿੱਚ ਰਹਿੰਦਾ ਗੋਲਡੀ ਬਰਾੜ, ਕਿ ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਦੂਜੀ ਲਾਰੈਂਸ ਬਿਸ਼ਨੋਈ, ਜਿਹੜਾ ਉਸ ਵਕਤ ਜੇਲ੍ਹ ਦੇ ਵਿੱਚ ਹੁੰਦਾ ਹੈ, ਉਹਦੇ ਵੱਲੋਂ ਪੋਸਟ ਪਾਈ ਜਾਂਦੀ ਹੈ। ਉਸੇ ਪੋਸਟ ਦੀ ਬਿਨਾਹ ਦੇ ਉੱਤੇ ਪੰਜਾਬ ਦੇ DGP ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ। ਕੁਝ ਘੰਟਿਆਂ ਬਾਅਦ DGP ਸਾਹਿਬ ਕਹਿੰਦੇ ਨੇ ਕਿ ਫਲਾਨੇ ਹਥਿਆਰ ਵਰਤੇ ਗਏ, ਲਾਰੈਂਸ ਬਿਸ਼ਨੋਈ ਗੈਂਗ ਦਾ ਕੰਮ ਹੈ। ਉਸ ਤੋਂ ਬਾਅਦ ਇਹ ਮਸਲਾ ਸੰਜੀਦਾ ਹੁੰਦਾ ਹੈ। ਫਿਰ ਇਸ ਮਸਲੇ 'ਚ ਦੁਨੀਆ ਭਰ ਤੋਂ ਪ੍ਰੈਸ਼ਰ ਵੱਧਦਾ ਹੈ। ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਵਾਲੇ ਪਾਸੇ ਨੂੰ ਅਜੇ ਵੱਧ ਰਹੀ ਹੁੰਦੀ ਹੈ ਕਿ ਦਿੱਲੀ ਪੁਲਿਸ ਉਹਨੂੰ ਪਹਿਲੇ ਹੀ ਰਿਮਾਂਡ ਤੇ ਲੈ ਜਾਂਦੀ ਹੈ। ਫਿਰ ਦਿੱਲੀ ਪੁਲਿਸ ਉਹਨੂੰ ਰਿਮਾਂਡ ਤੇ ਰੱਖਦੀ ਹੈ। ਗਿੱਲ ਸਾਹਿਬ, ਪਿਛਲੇ 1 ਮਹੀਨੇ ਦੇ ਵਿੱਚ ਦਿੱਲੀ ਪੁਲਿਸ ਅੱਡ ਪ੍ਰੈਸ ਕਾਨਫਰੰਸ ਕਰ ਰਹੀ ਹੈ, ਪੰਜਾਬ ਪੁਲਿਸ ਅੱਡ ਪ੍ਰੈਸ ਕਾਨਫਰੰਸ ਕਰ ਰਹੀ ਹੈ। ਉਹ ਅੱਡ ਪੱਤਰਕਾਰਾਂ ਨੂੰ
ਆਪਦੀਆਂ ਬਾਈਟਸ ਦੇ ਰਹੇ ਆ, ਪੰਜਾਬ ਵਾਲੇ ਅੱਡ ਦੇ ਰਹੇ ਨੇ। ਉਹ ਕਹਿੰਦੇ ਨੇ ਕਿ ਏਦਾਂ ਹੋਇਆ, ਪੰਜਾਬ ਵਾਲੇ ਕਹਿੰਦੇ ਏਦਾਂ ਹੋਇਆ, ਇੱਕ ਦੂਜੇ ਨਾਲ ਬਿਆਨ ਮੇਲ ਨਹੀਂ ਖਾਦੇ। ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ 6 ਜਣਿਆਂ ਨੇ ਸਿੱਧੂ ਮੂਸੇਵਾਲੇ ਦਾ ਉਸ ਦਿਨ ਕਤਲ ਕਰਿਆ ਦੱਸਿਆ ਜਾਂਦਾ ਹੈ। ਦਿੱਲੀ ਪੁਲਿਸ ਦਾ ਦਾਅਵਾ ਹੈ। ਅਜੇ ਤੱਕ 2 ਫੜੇ ਨੇ 6 ਚੋਂ। 1 ਮਹੀਨੇ ਬਾਅਦ 4 ਜਣੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਭਾਵੇਂ ਪੰਜਾਬ ਪੁਲਿਸ ਨੇ 13 ਦੇ ਲਗਭਗ ਲੋਕਾਂ ਨੂੰ ਫੜ ਲਿਆ, ਔਰ ਅੱਜ ਜੱਗੂ ਭਗਵਾਨਪੁਰੀਆ ਨੂੰ ਵੀ ਦਿੱਲੀ ਤੋਂ ਲਿਆਉਣ ਦੀ ਜਿਹੜੀ ਪੂਰੀ ਦੀ ਪੂਰੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਲੇਕਿਨ ਗਿੱਲ ਸਾਹਿਬ, ਅੱਜ ਇਸ ਵਿਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਖੁਦ ਦੇ ਜਿਹੜੇ MLA ਨੇ ਉਹ ਬੋਲੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ। ਉਹਨਾਂ ਨੇ ਕਿਹਾ ਗਾ ਕਿ ਲਾਰੈਂਸ ਬਿਸ਼ਨੋਈ ਨੂੰ ਜਿਹੜਾ ਗਾ ਉਹ BVIP ਤਰ੍ਹਾਂ ਰੱਖਿਆ ਜਾ ਰਿਹਾ ਗਾ। ਔਰ ਆਮ ਆਦਮੀ ਪਾਰਟੀ ਦਾ ਜੇਕਰ MLA ਕੁਮਰ ਵਿਜੇ ਪ੍ਰਤਾਪ ਸਿੰਘ, ਜਿਹਦੇ ਬਾਰੇ ਚਰਚਾ ਸੀ ਕਿ ਉਹਨੂੰ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਜਾਂ ਜੇਲ੍ਹ ਮੰਤਰੀ ਬਣਾਇਆ ਜਾ ਸਕਦਾ, ਲੇਕਿਨ ਇਹਨਾਂ ਨੇ ਬਣਾਇਆ ਕੁਛ ਨਹੀਂ। 3 ਚਿੱਠੀਆਂ ਪਹਿਲਾਂ ਲਿਖ ਚੁੱਕਿਆ ਉਹ ਭਗਵੰਤ ਮਾਨ ਹੋਰਾਂ ਨੂੰ ਵੱਖ-ਵੱਖ ਵਿਸ਼ਿਆਂ ਤੇ। ਅੱਜ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਤੇ ਵੱਡਾ ਇਲਜ਼ਾਮ ਲਾਇਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ BVIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਗਿੱਲ ਸਾਹਿਬ, ਇਹ ਗੱਲ ਕਿਤੇ ਨਾ ਕਿਤੇ ਢੁੱਕਦੀ ਵੀ ਆ। ਇੱਕ ਤਾਂ ਮੀਡੀਆ ਵਾਲੇ ਦੇਖੋ ਜੀ, ਬਿਸ਼ਨੋਈ ਇੱਥੇ ਆ ਗਿਆ, ਆਹ ਜੇਲ੍ਹ ਚ ਲੈ ਗਏ, ਉਹਦੇ ਚ ਲੈ ਗਏ, ਮਤਲਬ ਉਹਨੂੰ ਜਿਸ ਤਰੀਕੇ ਨਾਲ ਕਵਰ ਕਰ ਰਿਹਾ, ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ ਕੁਛ ਮੀਡੀਆ ਅਦਾਰੇ, ਕੁਛ ਪੱਤਰਕਾਰ। ਤੇ ਪੁਲਿਸ ਡਿਪਾਰਟਮੈਂਟ ਆ ਜਿਹੜਾ, ਉਹ ਵੀ ਉਸ ਨੂੰ ਉਸੇ ਰੂਪ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਪੇਸ਼ ਕਰਦਾ ਦਿਖਾਈ ਦੇ ਰਿਹਾ। ਸੋ ਆਪਣੇ ਵਰਗੇ ਬੋਲਣ, ਕੋਈ ਹੋਰ ਬੋਲੇ, ਗੱਲ ਲੱਗਦਾ ਗਾ ਕਿ ਇਹ ਤਾਂ ਜੀ ਐਵੇਂ ਕਹਿੰਦੇ ਨੇ। ਪਰ ਜਦੋਂ ਕੁਮਰ ਵਿਜੇ ਪ੍ਰਤਾਪ ਇਸ ਸਰਕਾਰ ਦਾ ਨੁਮਾਇੰਦਾ ਹੈ ਔਰ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਈ ਅਹਿਮ ਅਹੁਦਿਆਂ ਦੇ ਉੱਤੇ ਰਿਹਾ ਗਾ, ਜਦੋਂ ਉਹ ਕਹਿ ਰਿਹਾ ਕਿ ਉਹਨੂੰ BVIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ, ਉਹ ਵੀ ਵਿਧਾਨ ਸਭਾ ਦੇ ਵਿੱਚ ਖੜ ਕੇ, ਤਾਂ ਕਿਤੇ ਨਾ ਕਿਤੇ ਸਰਕਾਰ ਤੇ ਸਵਾਲ ਇਸ ਵਿਸ਼ੇ ਦੇ ਵਿੱਚ ਉੱਠਦੇ ਨਜ਼ਰ ਆਉਂਦੇ ਨੇ ਜੀ। ਅੱਛਾ, ਮਹਾਰਾਸ਼ਟਰ ਦੇ ਵਿੱਚ ਬੱਲੋ ਪੈ ਗਈ, BJP ਨੇ ਅਖੀਰ ਸ਼ਿਵ ਸੈਨਾ ਘੇਰ ਲਈ ਜੀ। ਕੀ ਉਧਵ ਠਾਕਰੇ ਹੋਣੀ ਦੇ ਗਏ ਫਿਰ ਅਸਤੀਫਾ? ਜੀ ਗਿੱਲ ਸਾਹਿਬ, ਆਖਰ ਉਧਵ ਠਾਕਰੇ ਕੋਲੇ ਹੋਰ ਕੋਈ ਰਾਹ ਨਹੀਂ ਸੀ ਬਚਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਭਾਜਪਾ ਉੱਥੇ ਪਈ ਹੱਥ ਧੋ ਕੇ। ਭਾਜਪਾ ਅਸਲ 'ਚ ਪਹਿਲਾਂ ਇੱਕ ਨਾਅਰਾ ਲੈ ਕੇ ਆਈ ਸੀ, ਕਾਂਗਰਸ ਮੁਕਤ ਭਾਰਤ, ਲੇਕਿਨ ਉਹਨਾਂ ਨੇ ਗਿੱਲ ਸਾਹਿਬ ਪਿਛਲੇ ਦਿਨਾਂ ਤੋਂ ਕਾਂਗਰਸ ਮੁਕਤ ਭਾਰਤ ਦੇ ਨਾਅਰੇ 'ਚ ਮੈਨੂੰ ਐਂ ਲੱਗਦਾ ਕਿ ਬੜੋਤਰੀ ਕਰਤੀ। ਉਹ ਨਾਅਰੇ ਨੂੰ ਵਿਰੋਧੀ ਧਿਰਾਂ ਮੁਕਤ ਭਾਰਤ ਏਦਾਂ ਬਣਾ ਦਿੱਤਾ, ਕਿਉਂਕਿ ਸ਼ਿਵ ਸੈਨਾ ਵਾਲੇ ਮਸਲੇ 'ਚ ਨਜ਼ਰ ਆ ਰਿਹਾ ਵੀ ਸ਼ਿਵ ਸੈਨਾ ਦੇ ਜਿਹੜੇ MLA ਪਹਿਲਾਂ ਉਹਨਾਂ ਨੂੰ ਚੱਕ ਕੇ ਜਹਾਜ਼ 'ਚ ਗੁਜਰਾਤ ਲੈ ਗਏ, ਫਿਰ ਗੁਜਰਾਤ ਤੋਂ ਗੁਹਾਟੀ ਲੈ ਗਏ ਅਸਾਮ 'ਚ, ਅੱਜ ਅਸਾਮ ਦੇ ਗੁਹਾਟੀ 'ਚੋਂ ਚੱਕ ਕੇ ਗੋਆ ਲੈ ਗਏ। ਉਹਨਾਂ ਨੂੰ ਤਾਂ ਚੰਗੇ ਬੀਚ ਬੂਚ ਤੇ ਘੁਮਾ ਰਹੇ ਆ, 5 ਸਟਾਰ ਹੋਟਲਾਂ, ਚੰਗੀਆਂ ਸ਼ਹਿਰਾਂ ਕਰਾ ਰਹੇ ਆ। ਮੇਰੇ ਨਾ ਇੱਕ ਕਿਤਾਬ ਯਾਦ ਆ ਗਈ ਜੌਨ ਪਰਕਿੰਸਨ ਦੀ, ਅਮਰੀਕਾ ਲਈ ਕੰਮ ਕਰਦਾ ਸੀ, ਦੀ ਇਕਨੋਮਿਕ ਹਿਟਮੈਨ, ਪੰਜਾਬੀ 'ਚ ਉਹਦਾ ਅਨੁਵਾਦ ਹੋਇਆ ਇੱਕ ਆਰਥਿਕ ਹਥਿਆਰੇ ਦਾ ਇਕਬਾਲੀਆ ਬਿਆਨ। ਉਹ ਆਪ ਇਨਵੋਲਵ ਰਿਹਾ ਕਿਹੜੇ ਦੇਸ਼ਾਂ 'ਚ ਜਾ ਕੇ ਅਮਰੀਕਾ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਰਾਜਿਆਂ ਮਹਾਰਾਜਿਆਂ ਦੀਆਂ ਕਮਜ਼ੋਰੀਆਂ ਲੱਭ ਕੇ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਕੇ ਰਾਜ ਕਰਦਾ ਰਿਹਾ। ਅੱਜ ਉਹੀ ਕੁਛ ਜਿਹੜਾ ਉਹ ਭਾਜਪਾ ਕਰ ਰਹੀ ਹੈ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਵਾਲੇ ਮਸਲੇ 'ਚ। ਸੋ ਰਾਤ ਦੇ ਤੁਸੀਂ ਦੇਖੋ, ਰਾਤ 10 ਵਜੇ ਆਪਾਂ ਰਾਤ ਗੱਲ ਕੀਤੀ ਗਿੱਲ ਸਾਹਿਬ ਕਿ ਦੇਵੇਂਦਰ ਫੜਨਵੀਸ ਰਾਜਪਾਲ ਸਾਹਿਬ ਨੂੰ ਮਿਲੇ। ਰਾਤ 10 ਵਜੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਮਤਲਬ ਰਾਜਪਾਲ ਸਾਹਿਬ ਨੂੰ ਮਿਲਦੇ ਨੇ। ਔਰ ਅੱਜ ਜਸਟ 24 ਘੰਟਿਆਂ ਦੇ ਵਿੱਚ ਫਲੋਰ ਟੈਸਟ ਕਰਾਉਣ ਦੀ ਜਿਹੜੀ ਗੱਲ ਉਹਨਾਂ ਨੇ ਹੁਕਮ ਜਾਰੀ ਕਰ ਦਿੰਦੇ ਰਾਜਪਾਲ ਸਾਹਿਬ ਕਿ ਫਲੋਰ ਟੈਸਟ ਕਰਾਓ ਕੱਲ ਨੂੰ 30 ਜੂਨ ਨੂੰ। ਔਰ ਇਹ ਮਸਲਾ ਸੁਪਰੀਮ ਕੋਰਟ ਜਾਂਦਾ। ਸੁਪਰੀਮ ਕੋਰਟ ਦੇ ਵਿੱਚ ਅਭਿਸ਼ੇਕ ਮਨੂ ਸਿੰਘ ਵੀ ਠਾਕਰੇ ਹੋਰਾਂ ਦਾ ਬਚਾਅ ਕਰਦੇ ਨੇ, ਸੁਪਰੀਮ ਕੋਰਟ 'ਚ ਦਲੀਲਾਂ ਦਿੰਦੇ ਨੇ, ਰਾਜਪਾਲ ਦੀਆਂ ਜਿਹੜੀਆਂ ਪਾਵਰਾਂ ਨੇ ਉਹ 'ਤੇ ਸਵਾਲ ਉਠਾਉਂਦੇ ਨੇ ਕਿ ਰਾਤ ਬੰਦਾ ਜੀ ਜਾ ਕੇ ਮੰਗ ਕਰਦਾ ਔਰ ਕੱਲ ਨੂੰ ਕਹਤਾ ਕਿ ਤੁਸੀਂ ਹਾਂ ਫਲੋਰ ਟੈਸਟ ਕਰਾਓ। ਸੁਪਰੀਮ ਕੋਰਟ ਫੈਸਲਾ ਰਾਖਵਾਂ ਰੱਖਦੀ ਹੈ, ਲੇਕਿਨ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਇਹ ਹੋ ਗਿਆ ਕਿ ਸੁਪਰੀਮ ਕੋਰਟ ਨੇ ਗਵਰਨਰ ਦੇ ਫੈਸਲੇ ਤੇ ਮੋਹਰ ਲਾਤੀ। ਤਾਂ ਉਸ ਤੋਂ ਤੁਰੰਤ ਬਾਅਦ ਜਿਹੜਾ ਉਹ ਸਮਾਨ ਆਪਦਾ ਪਹਿਲਾਂ ਹੀ ਚੱਕ ਕੇ ਲੈ ਗਏ ਉਧਵ ਠਾਕਰੇ ਹੋਰੀ। ਆਪਾਂ ਗੱਲ ਕਈ ਵਾਰ ਕੀਤੀ ਹੈ ਮੁੱਖ ਮੰਤਰੀ ਰਿਹਾਇਸ਼ ਤੋਂ, ਤਾਂ ਅੱਜ ਉਹਨਾਂ ਨੇ ਅਸਤੀਫਾ ਗਾ ਜਿਹੜਾ ਦੇ ਦਿੱਤਾ ਹੈ ਮੁੱਖ ਮੰਤਰੀ ਦੀ ਕੁਰਸੀ ਤੋਂ। ਉੱਥੇ ਸਰਕਾਰ ਡਿੱਗ ਪਈ ਹੈ। ਕੱਲ ਨੂੰ ਆਉਣ ਵਾਲੇ ਦਿਨਾਂ 'ਚ ਦੇਵੇਂਦਰ ਫੜਨਵੀਸ ਦੇ ਬਾਰੇ ਲੱਗਦਾ ਕਿ ਉਹ ਮੁੱਖ ਮੰਤਰੀ ਬਣ ਗਏ। ਏਕਨਾਥ ਸ਼ਿੰਦੇ ਜਿਹਨੇ ਸਾਰਾ ਘਟਨਾਕ੍ਰਮ ਕੀਤਾ, ਅੱਜ ਜਦੋਂ ਅਸਤੀਫਾ ਦਿੱਤਾ ਨਾ ਗਿੱਲ ਸਾਹਿਬ, ਉਧਵ ਠਾਕਰੇ ਨੇ ਦਰਦ ਝਲਕਿਆ। ਉਹਨੇ ਆਪਦੇ ਅਸਤੀਫੇ 'ਚ ਜ਼ਿਕਰ ਕੀਤਾ, ਉਹ ਕਹਿੰਦਾ ਜਿਨ੍ਹਾਂ ਲੋਕਾਂ ਨੂੰ ਅਸੀਂ ਰਿਕਸ਼ਾ ਡਰਾਈਵਰ ਤੋਂ ਲਿਆ ਕੇ ਮੰਤਰੀ ਬਣਾਇਆ, ਅੱਜ ਉਹਨਾਂ ਨੇ ਹੀ
ਸਾਡੇ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣਾਏ। ਉਹਨਾਂ ਨੇ ਮਤਲਬ ਇਹ ਗੱਲ ਕੀਤੀ ਕਿ ਪਾਣ ਵਾਲੇ ਲਿਆ ਕੇ ਅਸੀਂ ਮੰਤਰੀ ਬਣਾਏ। ਖੈਰ ਉਹਨਾਂ ਦੀ ਵੀ ਰਾਜਨੀਤੀ ਹਿੰਦੂਤਵ ਦੀ ਰਾਜਨੀਤੀ ਸੀ। ਠਾਕਰੇ ਪਰਿਵਾਰ ਨੇ ਵੀ ਗਿੱਲ ਸਾਹਿਬ ਪੂਰੀ ਹਿੰਦੂਤਵ ਦੀ ਰਾਜਨੀਤੀ ਕੀਤੀ ਹੈ, ਉੱਥੇ ਬਹੁਤ ਹੀ ਵਰਗੀਕਰਨ ਕੀਤਾ ਹੈ। ਉਹ ਠੀਕ ਹੈ ਕਿ ਅੱਜ ਉਹਨਾਂ ਤੋਂ ਵੀ ਸ਼ੇਰ ਨੂੰ ਸਵਾ ਸੇ ਟੱਕਰੇ ਹੋਏ ਨੇ। ਮੋਦੀ ਤੇ ਅਮਿਤ ਸ਼ਾਹ ਹੋਈ ਅੱਜ ਉਹਨਾਂ ਦੀ ਰਾਜਨੀਤੀ ਨੂੰ ਵੀ ਜਿਹੜਾ ਉਹ ਕਿਤੇ ਨਾ ਕਿਤੇ ਝੁਠਲਾ ਗਏ। ਪਰ ਅੱਜ ਜਾਂਦੇ ਜਾਂਦੇ ਵੀ ਗਿੱਲ ਸਾਹਿਬ ਹਿੰਦੂਤਵ ਦਾ ਪੱਤਾ ਉਹਨਾਂ ਨੇ ਵੀ ਖੇਡਿਆ। ਉਹਨਾਂ ਨੂੰ ਵੀ ਪਤਾ ਵੋਟਾਂ ਆ ਰਹੀਆਂ ਨੇ, ਜਾਂਦੇ ਜਾਂਦੇ 3-4 ਸ਼ਹਿਰਾਂ ਦੇ ਨਾਮ ਬਦਲ ਗਏ। ਉਹ ਹਿੰਦੂਤਵ ਦੀ ਰਾਜਨੀਤੀ ਉਹਨਾਂ ਨੇ ਵੀ ਕੀਤੀ ਅੱਜ ਉद्धਵ ਠਾਕਰੇ ਹੋਰਾਂ ਨੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੇ ਏਕਨਾਥ ਸ਼ਿੰਦੇ ਹੋਰੀ ਇਹਨਾਂ ਨੂੰ ਛੱਡ ਕੇ ਗਏ ਨੇ ਨਾ, ਉਹਨਾਂ ਨੇ ਮੁੱਦਾ ਹੀ ਇਹ ਬਣਾਇਆ ਗਾ ਉੱਥੋਂ ਦੀ ਪੋਲਿਟਿਕਸ ਦੇ ਵਿੱਚ ਕਿ ਤੁਸੀਂ ਹਿੰਦੂਤਵ ਨੂੰ ਛੱਡ ਕੇ ਅਸੀਂ ਠਾਕਰੇ ਹੋਰਾਂ ਦੇ ਹਿੰਦੂਤਵ ਨੂੰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਕਾਂਗਰਸ ਤੇ ਨੈਸ਼ਨਲ ਕਾਂਗਰਸ ਮਗਰ ਲੱਗ ਕੇ ਉਹ ਤੋਂ ਪਿਛਾਂਹ ਹਟ ਗਏ। ਤਾਂ ਅੱਜ ਉਹਨਾਂ ਨੇ ਵੀ ਕੈਬਨਿਟ ਦੀ ਮੀਟਿੰਗ ਸੱਦੀ ਅਸਤੀਫਾ ਦੇਣ ਤੋਂ ਪਹਿਲਾਂ। ਉਹਦੇ 'ਚ ਮੋਹਰਾਂ ਲਾਤੀਆਂ, ਫਲਾਨੇ ਏਅਰਪੋਰਟ ਦਾ ਨਾਮ ਬਦਲਤਾ, ਫਲਾਨੇ ਸ਼ਹਿਰ ਦਾ ਨਾਮ ਬਦਲਤਾ, ਔਰ ਕਈ ਫੈਸਲੇ ਮਤਲਬ ਉਹ ਵੀ ਕਰ ਗਏ ਇੱਦਾਂ ਦੇ ਤਾਂ ਕਿ ਕੱਲ੍ਹ ਨੂੰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਸਕਣ। ਸੋ ਕੁੱਲ ਮਿਲਾ ਕੇ ਮਹਾਰਾਸ਼ਟਰ ਭਾਜਪਾ ਦੇ ਪੱਖ 'ਚ ਅੱਜ ਜਿਹੜਾ ਗਾ ਉਹ ਸਾਰਾ ਘਟਨਾਕ੍ਰਮ ਹੁੰਦਾ ਦਿਖਾਈ ਦੇ ਰਿਹਾ ਜੀ। ਗੱਲ ਸਮਝਣ ਲੈਣੀ ਚਾਹੀਦੀ ਹੈ ਜੀ, ਜਿਹੜਾ ਕੁਛ ਕਰਨਾ ਹੈ ਨਾ ਜਾਏ ਬਰਮਾ ਨੂੰ ਲੇਖ ਜਾਣਗੇ। ਨਾਲੇ ਇੱਕ ਕਾਰਟੂਨਿਸਟ ਸੀ ਬਾਲ ਠਾਕਰੇ, ਹਿੰਦੂਤਵਾ ਦੀ ਪੂਰੀ ਕਹਾਣੀ ਖੇਡੀ, ਬਿਹਾਰੀ ਯੂਪੀ ਵਾਲਿਆਂ ਨੂੰ ਗੁਜਰਾਤੀਆਂ ਨੂੰ ਕਹਿੰਦਾ ਨਿਕਲ ਜਾਓ ਇੱਥੋਂ, ਇਹ ਸਾਡਾ ਹੈ। ਅਤੇ ਇੱਕ ਦਿਨ ਚੱਕੇ ਹੋਏ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੂੰ ਵੀ ਕਹਿਤਾ ਸੀ ਵੀ ਬੰਬੇ ਜਾ ਕੇ ਸੰਤਾਂ ਨੇ ਕਿਹਾ ਆ ਜਾ ਵੀ ਮਿੱਤਰਾ ਆ ਗਏ ਤੈਨੂੰ ਮਿਲਣ, ਫੇਰ ਨਹੀਂ ਨਿਕਲਿਆ ਅੰਦਰੋਂ। ਪੁੱਤ ਪਿੱਛੇ ਕਰਕੇ ਰਾਜ ਠਾਕਰੇ ਨੂੰ ਆਪਣਾ ਜਿਹੜਾ ਅਗਲੀ ਪੀੜ੍ਹੀ ਅਗਲੀ ਰਾਜਨੀਤੀ ਪੁੱਤ ਉਹਨੂੰ ਦੇਣ ਦੀ ਗੱਲ ਸਕੇ ਭਾਈ ਸਾਲੀ ਦਾ ਪੁੱਤ ਖੁੱਡੇ ਲੈਣ ਲਾਤਾ ਉਧਵ ਠਾਕਰੇ। ਉਹਨਾਂ ਨੇ ਚੰਗੀਆਂ ਨਹੀਂ ਕੀਤੀਆਂ ਅਤੇ ਬੀਜੇਪੀ ਨੇ ਵੀ ਨਹੀਂ ਕਰਨੀਆਂ। ਰਾਜਨੀਤੀ ਹੈ, ਪਿਆਰ ਤੇ ਰਾਜਨੀਤੀ 'ਚ ਕਹਿੰਦੇ ਸਭ ਕੁਝ ਜਾਇਜ਼ ਹੈ। ਇੱਥੇ ਤਾਂ ਬੜਾਂਗਾ ਖੜੇ ਦਾ ਖਾਲਸਾ, ਜਿਹਨੇ ਚਾਕੂ ਫੇਰਤਾ ਪਤਾ ਬਾਅਦ 'ਚ ਲੱਗਦਾ ਵੀ ਕੋਲੋਂ ਲੰਘਿਆ ਬੱਖੀ 'ਚ ਫੇਰ ਗਿਆ। ਅੱਛਾ, ਧਰਮ ਸੋਤ ਨਾਲ ਕਿਹੜਾ ਹੁਣ ਅੰਦਰ ਠੁਮਕਾ ਲਾਉਣ ਜਾਊਗਾ ਅਗਲਾ ਮਿਨਿਸਟਰ? ਜੀ ਗਿੱਲ ਸਾਹਿਬ, ਜਦੋਂ ਧਰਮ ਸੋਤ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਹੀ ਜਿਹੜੀ ਗ੍ਰਿਫਤਾਰੀ ਦੇ ਵਿੱਚ FIR ਦਰਜ ਕੀਤੀ ਸੀ, ਉਸ FIR ਦੇ ਵਿੱਚ ਜਿਹੜਾ ਗਾ ਉਹ ਜ਼ਿਕਰ ਕੀਤਾ ਗਿਆ ਸੀਗਾ। ਕਿਉਂਕਿ ਸਰਕਾਰ ਨੇ ਜਿਹੜੀ FIR ਦਰਜ ਕੀਤੀ, ਉਸ FIR ਦੇ ਵਿੱਚ ਗਿੱਲ ਸਾਹਿਬ ਜਿੱਥੇ ਸਾਧੂ ਸਿੰਘ ਧਰਮਸੋਤ ਹੋਰਾਂ ਨੇ ਜੋ ਕੰਮ ਕੀਤੇ ਉਹ ਕੰਮਾਂ ਦਾ ਜ਼ਿਕਰ ਸੀ, ਜਿਹੜੇ ਉਹਨਾਂ ਨੇ ਕਾਂਡ ਕੀਤੇ ਉੱਥੇ ਕੀ ਜ਼ਿਕਰ ਸੀ, ਉੱਥੇ ਸੰਗਤ ਸਿੰਘ ਗਿੱਲ ਜੀਆਂ ਦਾ ਜ਼ਿਕਰ ਪਾ ਦਿੱਤਾ ਸੀ। ਤਾਂ ਹੁਣ ਅੱਜ ਹਾਈ ਕੋਰਟ ਦੇ ਵਿੱਚ ਗਏ ਸੀਗੇ ਜੀ ਇਹ, ਔਰ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਮੰਗ ਕੀਤੀ ਸੀ ਕਿ FIR ਆ ਜਿਹੜੀ ਉਹਨੂੰ ਰੱਦ ਕੀਤਾ ਜਾਵੇ। ਤਾਂ ਹਾਈ ਕੋਰਟ ਨੇ ਉੱਤੇ ਸਵਾਲ ਉਠਾਤੇ ਸਗੋਂ ਜੀ ਕਿ ਤੁਸੀਂ ਕਿਸ ਹਿਸਾਬ ਦੇ ਨਾਲ ਇਹ ਮੰਗ ਕਰ ਰਹੇ ਹੋ, ਔਰ ਤੁਸੀਂ ਹੇਠਲੀ ਕੋਰਟ ਗਏ ਨਹੀਂ, ਸਿੱਧਾ ਹਾਈ ਕੋਰਟ ਆ ਪਹੁੰਚੇ। ਤਾਂ ਉਦੋਂ ਬਾਅਦ ਗਿੱਲ ਸਾਹਿਬ ਉੱਥੋਂ ਜਦੋਂ ਰਿਜੈਕਟ ਹੋ ਗਈ ਉਹਨਾਂ ਦੀ ਪਟੀਸ਼ਨ, ਉਹਨਾਂ ਦੀ ਅਪੀਲ, ਉਦੋਂ ਬਾਅਦ ਹੁਣ ਲਗਭਗ ਇਹ ਤੈਅ ਮੰਨਿਆ ਜਾ ਰਿਹਾ ਹੈਗਾ ਕਿ ਸਰਕਾਰ ਚਾਹੇ ਤਾਂ ਕਿਸੇ ਵੀ ਸਮੇਂ ਉਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਸੰਗਤ ਸਿੰਘ ਗਿਲਜੀਆ ਦੀ ਉਹ ਹੋ ਸਕਦੀ ਆ। ਸੋ ਇਹ ਕਈ ਸਾਬਕਾ ਮੰਤਰੀ ਜਿਹੜੇ ਇਕੱਠੇ ਹੋ ਸਕਦੇ ਸੀ ਜੇਲ੍ਹਾਂ ਦੇ ਵਿੱਚ, ਸੰਗਤ ਸਿੰਘ ਗਿਲਜੀਆ ਦਾ ਨਾਂ ਸੀਗਾ, ਔਰ ਹੁਣ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਹੋ ਸਕਦੀ ਹੈ ਜੀ। ਵਿਜੀਲੈਂਸ ਬਿਊਰੋ ਨੇ ਇੱਕ ਹੋਰ ਬੀਬੀ ਫੜ ਲਈ, ਡਰੱਗ ਇੰਸਪੈਕਟਰ ਸੀ ਜੀ। ਗਿੱਲ ਸਾਹਿਬ ਇਹ ਵੀ ਬੜਾ ਮਸਲਾ, ਡਰੱਗ ਇੰਸਪੈਕਟਰਾਂ ਵਾਲਾ ਵੀ ਕਹਾਣੀ ਹੈ ਜਿਹੜੀ ਉਹ ਬੜੀ ਇਸ ਰੂਪ ਦੀ ਹੈ। ਔਰ ਇਹ ਬੀਬੀ ਜਿਹੜੀ ਫੜੀ ਹੈ ਡਰੱਗ ਇੰਸਪੈਕਟਰ, ਇਹ ਗਿੱਲ ਸਾਹਿਬ ਅਸਲ ਦੇ ਵਿੱਚ ਕਰਪਸ਼ਨ ਮੰਗਦੀ ਸੀਗੀ। ਜਿਹੜੇ ਲਾਇਸੈਂਸ ਦਿੱਤੇ ਜਾਂਦੇ ਨੇ, ਜਿਹੜੀਆਂ ਕੈਮਿਸਟ ਸ਼ਾਪਸ ਹੁੰਦੀਆਂ ਨੇ, ਇਹ ਆਮ ਬੰਦਾ ਖੋਲ ਨਹੀਂ ਸਕਦਾ ਬਿਨਾਂ ਲਾਇਸੈਂਸ ਤੋਂ। ਲਾਇਸੈਂਸ ਆ ਜਿਹੜਾ ਉਹ ਆਬਾਦੀ ਦੇ ਹਿਸਾਬ ਦੇ ਨਾਲ, ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹਦੇ ਹਿਸਾਬ ਦੇ ਨਾਲ ਖੋਲ੍ਹਿਆ ਜਾਂਦਾ ਹੈ। ਇਹ ਜਿੰਨੇ ਵੀ ਦਵਾਈਆਂ ਵਾਲੇ ਸੀਗੇ, ਇਹ ਜਿਹੜੇ ਡਰੱਗ ਇੰਸਪੈਕਟਰ ਹੁੰਦੇ ਨੇ ਨਾ ਗਿੱਲ ਸਾਹਿਬ, ਇਹਨਾਂ ਨੇ ਕਈ ਚਰਚਾ 'ਚ ਆਏ ਨੇ ਪਿਛਲੇ ਦਿਨਾਂ 'ਚ। ਹੋ ਸਕਦਾ ਕੋਈ ਵਿੱਚ ਇਮਾਨਦਾਰ ਵੀ ਹੋਵੇ, ਲੇਕਿਨ ਇਹ ਜਾ ਕੇ ਮਤਲਬ ਦਵਾਈਆਂ ਵਾਲੀਆਂ ਦੁਕਾਨਾਂ ਦੇ ਉੱਤੇ ਛਾਪੇਮਾਰੀ ਕਰਦੇ ਨੇ, ਜਾ ਕੇ ਇਹ ਹੋਰ ਬਹੁਤ ਸਾਰੀਆਂ ਦੁਕਾਨਾਂ ਤੇ ਜਾ ਕੇ ਕਹਿੰਦੇ ਨੇ ਵੀ ਦਿਓ ਮਹੀਨਾ ਜੀ। ਬੜੇ ਮਹੀਨੇ ਬੰਨੇ ਹੋਏ ਨੇ, ਬੜੇ ਵਿਭਾਗ ਨੇ ਆਪਣੇ ਹਿਸਾਬ ਨਾਲ। ਜਿਹੜਾ ਗਿੱਲ ਸਾਹਿਬ ਉਹ ਇੱਕ ਤਾਂ ਪਟਵਾਰੀ ਵਾਲੇ ਚਿੰਨਤ ਹੋਏ ਨੇ, ਇੱਕ ਬਿਜਲੀ ਵਾਲੇ, ਪਟਵਾਰੀ ਤੇ ਬਿਜਲੀ ਵਾਲਿਆਂ ਤੋਂ ਬਚੋ। ਲੇਕਿਨ ਮਹਿਕਮਾ ਜਿਹੜਾ ਕੋਈ ਵੀ ਨਹੀਂ ਬਖਸ਼ਦਾ। ਇਹ ਠੀਕ ਹੈ, ਜਿਹੜੇ ਅਧਿਆਪਕ ਨੇ, ਸਕੂਲ ਨੇ, ਉੱਥੇ ਉਹਨਾਂ ਦਾ ਮਤਲਬ ਇਮਾਨਦਾਰ ਜ਼ਰੂਰ ਹੁੰਦੇ ਨੇ, ਉਹਨਾਂ ਦਾ ਹੱਥ ਨਹੀਂ ਪੈਂਦਾ ਉਸ ਰੂਪ ਦੇ ਵਿੱਚ। ਲੇਕਿਨ ਬਾਕੀ ਮਹਿਕਮੇ ਬਖਸ਼ਦੇ ਕੋਈ ਨਹੀਂ, ਕੁਛ ਇਮਾਨਦਾਰ ਲੋਕ ਹੈਗੇ ਨੇ। ਔਰ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਹ ਫੜੀ ਆ, ਇਹ ਗਿੱਲ ਸਾਹਿਬ ਅਸਲ ਦੇ ਵਿੱਚ ਇਹਨਾਂ ਨੇ ਸਿਵਲ ਹਸਪਤਾਲ ਪਠਾਨਕੋਟ ਦਾ ਇੱਕ ਕਲਾਸ 4 ਫੜਿਆ ਸੀ, ਰਕੇਸ਼ ਕੁਮਾਰ, 30,000 ਰੁਪਏ ਰਿਸ਼ਵਤ ਲੈਂਦੇ ਆ। ਜਦੋਂ ਉਹਨੂੰ ਫੜਿਆ ਉਹ ਕਹਿੰਦਾ ਦੇਖੋ ਜੀ ਮੇਰਾ ਤਾਂ ਇਹ 'ਚ ਕੋਈ ਕਸੂਰ ਨਹੀਂ,
ਹੁਣ ਇਹ ਗੱਲ ਸਮਝ ਵੀ ਆਉਂਦੀ ਆ ਵੀ ਕਲਾਸ 4 ਨੂੰ ਜਾਂ ਚਪੜਾਸੀ ਨੂੰ ਕੌਣ 30,000 ਦਿੰਦਾ ਰਿਸ਼ਵਤ? ਉਹ ਤਾਂ ਵਿਚਾਰਾ ਫੜਨ ਨੂੰ ਰੱਖਿਆ ਹੋਇਆ, ਉਹਨੂੰ ਕਿੱਥੇ ਲੋਕ ਦਿੰਦੇ ਨੇ? ਉਹ ਕਹਿੰਦਾ ਜੀ ਮੇਰਾ ਇਹ 'ਚ ਕੋਈ ਕਸੂਰ ਨਹੀਂ। ਉਹ ਕਹਿੰਦਾ ਇੱਕ ਪਠਾਨਕੋਟ ਗੁਰਦਾਸਪੁਰ ਏਰੀਏ ਦੀ ਜਿਹੜੀ ਡਰੱਗ ਇੰਸਪੈਕਟਰ ਆ ਬਬਲੀਨ ਕੌਰ ਹੈ ਬੀਬੀ, ਉਹਨੇ ਕਹਿੰਦਾ ਇਹ ਮੈਨੂੰ ਤਾਂ ਕਿਹਾ ਵੀ ਤੂੰ ਫੜ ਲਾ, ਕਹਿੰਦਾ ਮੈਂ ਤਾਂ ਉਹਦੇ ਕਹੇ ਤੋਂ ਫੜੇ ਨੇ। ਉਸ ਤੋਂ ਬਾਅਦ ਵਿਜੀਲੈਂਸ ਦੀ ਰਡਾਰ ਤੇ ਆ ਗਈ ਜੀ ਉਹ। ਵਿਜੀਲੈਂਸ ਨੇ ਗਿੱਲ ਸਾਹਿਬ ਛਾਪਾ ਮਾਰਿਆ ਅੱਜ ਸਵੇਰੇ ਉਹਦੇ ਘਰੇ ਮਿਲੀ ਨਹੀਂ ਬੀਬੀ। ਪਹਿਲੇ ਉੱਥੋਂ ਜਿਹੜੀ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਾ ਪਹੁੰਚੀ ਔਰ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚੋਂ ਅੱਜ ਇਸ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਬਬਲੀਨ ਕੌਰ ਦਾ ਨਾਂ, ਡਰੱਗ ਇੰਸਪੈਕਟਰ ਹੈ ਔਰ ਬੜੀ ਚਰਚਾ ਜੀ ਇਹਦੀ। ਬੜਾ ਪੈਸਾ ਜੋੜਿਆ ਕਹਿੰਦੇ ਨੇ ਇਸ ਰੂਪ ਦੇ ਵਿੱਚ ਇਕੱਠਾ ਕਰਕੇ ਜੀ। ਬਸ ਫਿਰ ਹੁਣ ਜੇਲ੍ਹ ਦਾ ਮੱਛਰ ਵੀ ਪਤਾ ਲੱਗੂ, ਖਟਮਲ ਵੀ ਹੁੰਦੇ ਨੇ ਗਾਹਾਂ ਕੰਬਲਾਂ 'ਚ। ਅੱਛਾ, ਪੱਤਰਕਾਰ ਕਿਹੜਾ ਫੜ ਲਿਆ ਜਿਹਦੀ ਸੰਯੁਕਤ ਰਾਸ਼ਟਰ ਤੱਕ ਗੱਲ ਹੋ ਗਈ ਜੀ? ਗਿੱਲ ਸਾਹਿਬ ਇਹ ਪੱਤਰਕਾਰ ਹੈਗਾ ਮੁਹੰਮਦ ਜ਼ੁਬੈਰ। ਅੱਛਾ ਜੀ। ਮੁਹੰਮਦ ਜ਼ੁਬੈਰ ਦੀ ਜਿਹੜੀ ਸੰਯੁਕਤ ਰਾਸ਼ਟਰ ਬੋਲਿਆ, ਮਤਲਬ ਪਿਛਲੇ ਸਮੇਂ ਦੇ ਵਿੱਚ ਬਹੁਤ ਦੰਗੇ ਹੋਏ ਭਾਰਤ ਦੇ ਵਿੱਚ, ਮੁਸਲਮਾਨ ਭਾਈਚਾਰੇ ਦੇ ਨਾਲ ਬਹੁਤ ਬੁਰਾ ਵਿਵਹਾਰ ਹੋਇਆ। ਖਾੜੀ ਮੁਲਕ ਬੋਲੇ ਨਹੀਂ, ਕੋਈ ਅਰਬ ਕੰਟਰੀ ਨਹੀਂ ਸੀ ਬੋਲਿਆ। ਜੰਮੂ ਕਸ਼ਮੀਰ 'ਚ ਕੀ ਹੋਇਆ, ਗੋਧਰਾ 'ਚ ਕੀ ਹੋਇਆ, ਗੁਜਰਾਤ 'ਚ ਹੋਰ ਕਈ ਵਾਰ ਹੋਇਆ, ਬੋਲੇ ਨਹੀਂ ਸੀ। ਪਰ ਜਦੋਂ ਇਸ ਵਾਰ ਪੈਗੰਬਰ ਮੁਹੰਮਦ ਦੇ ਬਾਰੇ ਦੇ ਵਿੱਚ ਟਿੱਪਣੀਆਂ ਕੀਤੀਆਂ ਗਈਆਂ ਤਾਂ ਸਾਰੇ ਖਾੜੀ ਮੁਲਕ ਬੋਲੇ। ਹੁਣ ਗਿੱਲ ਸਾਹਿਬ ਸੰਯੁਕਤ ਰਾਸ਼ਟਰ ਬੋਲਦਾ ਨਹੀਂ ਸੀ ਬਹੁਤੇ ਮਸਲਿਆਂ ਦੇ ਵਿੱਚ, ਕਿਉਂਕਿ ਘੜਾ ਤੋਕੇ ਨਾਲ ਭਰਦਾ, ਇੱਕ ਤੋਕੇ ਨਾਲ ਡੁੱਲਣ ਲੱਗ ਜਾਂਦਾ। ਸਿਮਰਜੀਤ ਸਿੰਘ ਮਾਨ ਹੋਰੀ ਆਮ ਹੀ ਕਹਿੰਦੇ ਹੁੰਦੇ ਫਲਾਨਾ ਮਸਲਾ ਸੰਯੁਕਤ ਰਾਸ਼ਟਰ ਲੈ ਜਾਗੇ। ਉਦੋਂ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਜੀ ਉਹ ਤਾਂ ਬੋਲਦੇ ਹੀ ਨਹੀਂ ਸੰਯੁਕਤ ਰਾਸ਼ਟਰ ਵਾਲੇ ਤਾਂ ਭਾਰਤ ਦੇ ਮਸਲਿਆਂ 'ਚ। ਲੇਕਿਨ ਗਿੱਲ ਸਾਹਿਬ ਹੁਣ ਉਹ ਵੀ ਬੋਲਣ ਲੱਗੇ। ਮੁਹੰਮਦ ਜ਼ੁਬੈਰ ਪੱਤਰਕਾਰ ਹੈ, ਬਹੁਤ ਸੀਨੀਅਰ ਮੋਸਟ। ਮੁਹੰਮਦ ਜ਼ੁਬੈਰ ਆਲਟ ਨਿਊਜ਼ ਦਾ ਸਹਾਇਕ ਸੰਸਥਾਪਕ ਹੈ ਔਰ ਫੈਕਟ ਚੈੱਕ ਦੇ ਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਇਹ ਸਾਹਮਣੇ ਕੱਢ ਕੇ ਲਿਆਉਂਦਾ ਰਿਹਾ ਪੱਤਰਕਾਰ। ਪਿਛਲੇ ਦਿਨਾਂ ਦੇ ਵਿੱਚ ਜਦੋਂ ਪੈਗੰਬਰ ਮੁਹੰਮਦ ਦੇ ਬਾਰੇ 'ਚ ਨੂਪੁਰ ਸ਼ਰਮਾ ਦੀ ਟਿੱਪਣੀ ਆਈ ਤਾਂ ਇਹਨੇ ਉਦੋਂ ਕੁਝ ਟਵੀਟ ਕੀਤੇ, ਸੋਸ਼ਲ ਮੀਡੀਆ ਤੇ ਇਹਨੇ ਮਸਲਾ ਵਾਰਿਆ। ਉਸ ਤੋਂ ਬਾਅਦ ਇਹ ਗੱਲ ਸਾਹਿਬ ਅੱਖ ਤਿੰਨ ਤੇ ਆ ਗਿਆ ਜੀ, ਕਹਿਣਾ ਹੋਵੇ ਸਿੱਧੀ ਭਾਸ਼ਾ 'ਚ। ਤਾਂ ਇੱਕ 2018 ਦੇ ਟਵੀਟ ਦੇ ਮਸਲੇ 'ਚ ਇਹਨੂੰ ਗ੍ਰਿਫਤਾਰ ਕਰ ਲਿਆ ਹੁਣ 2022 'ਚ ਆ ਕੇ। ਔਰ 18 ਦੇ ਟਵੀਟ ਦੇ ਮਸਲੇ ਦੇ ਵਿੱਚ ਇਹਦੇ ਤੇ ਧਾਰਾ ਵੀ 295 ਲਾਤੀ, ਜਿਹਦਾ ਸਿੱਧੂ ਮੂਸੇਵਾਲੇ ਦਾ ਗੀਤ ਆ ਜਿਹੜੀ ਤੇ 295 ਉਹ ਚੱਕ ਕੇ ਗਿੱਲ ਸਾਹਿਬ ਹੁਣ ਲੱਗੀ ਵੀ ਉਹ ਵੀ ਨੂਪੁਰ ਸ਼ਰਮਾ ਦੇ ਉੱਤੇ ਵੀ ਆ 295 ਧਾਰਮਿਕ ਭਾਵਨਾਵਾਂ ਭੜਕਾਉਣ ਦੀ। ਉਹਨੂੰ ਤਾਂ ਗ੍ਰਿਫਤਾਰ ਨਹੀਂ ਕੀਤਾ ਨੂਪੁਰ ਸ਼ਰਮਾ ਨੂੰ, ਇਹਨੂੰ ਚੱਕ ਕੇ ਗ੍ਰਿਫਤਾਰ ਕਰ ਲਿਆ ਮੁਹੰਮਦ ਜ਼ੁਬੈਰ ਨੂੰ। ਔਰ ਇਸ ਵਿਸ਼ੇ ਦੇ ਉੱਤੇ ਸੰਯੁਕਤ ਰਾਸ਼ਟਰ ਬੋਲਿਆ, ਉਹਨੇ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ। ਇਹ ਪੱਤਰਕਾਰਾਂ ਨੂੰ ਤੁਸੀਂ ਐਂ ਕਿਵੇਂ ਫੜੀ ਜਾਂਦੇ ਹੋ, ਤੁਸੀਂ ਕਿਉਂ ਜਮਹੂਰੀਅਤ ਦਾ ਗਲਾ ਘੁੱਟੀ ਜਾਂਦੇ ਹੋ? ਸੰਯੁਕਤ ਰਾਸ਼ਟਰ ਦੋ ਮਸਲਿਆਂ ਤੇ ਬੋਲਿਆ। ਇੱਕ ਆਪਾਂ ਪਿਛਲੇ ਦਿਨਾਂ ਦੇ ਵਿੱਚ ਤੀਸਤਾ ਸੀਤਲਵਾੜ ਦਾ ਜ਼ਿਕਰ ਕੀਤਾ ਸੀ। ਤੀਸਤਾ ਸੀਤਲਵਾੜ ਉਹ ਮਨੁੱਖੀ ਹੱਕਾਂ ਦੀ ਘੁਲਾਟੀ ਆ ਜਿਹੜੀ ਨਰਿੰਦਰ ਮੋਦੀ ਹੋਰਾਂ ਦੇ ਮਸਲੇ ਦਾ ਕੇਸ ਆ ਜਿਹੜਾ ਸੁਪਰੀਮ ਕੋਰਟ ਲੈ ਗਈ ਸੀ। ਉਹ ਪੀੜਤ ਔਰਤ ਨੂੰ ਸੁਪਰੀਮ ਕੋਰਟ ਲੈ ਕੇ ਗਈ, ਲਿਜਾ ਕੇ ਖੜਾ ਕਰਤਾ ਸੁਪਰੀਮ ਕੋਰਟ ਦੇ ਵਿੱਚ ਕਿ ਕਿਸ ਬਨਾਹ ਦੇ ਉੱਤੇ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਆ। ਤੀਸਤਾ ਸੀਤਲਵਾੜ ਦੇ ਮਸਲੇ ਦੇ ਉੱਤੇ ਸੰਯੁਕਤ ਰਾਸ਼ਟਰ ਬੋਲਿਆ ਉਹਦੀ ਗ੍ਰਿਫਤਾਰੀ ਤੇ, ਔਰ ਮੁਹੰਮਦ ਜ਼ੁਬੈਰ ਜਿਹੜਾ ਪੱਤਰਕਾਰ ਆ ਉੱਤੇ ਬੋਲਿਆ। ਐਮਨੈਸਟੀ ਇੰਟਰਨੈਸ਼ਨਲ ਵੀ ਬੋਲੀ ਆ, ਐਡੀਟਰ ਗਿਲਡਸ ਵੀ ਬੋਲਿਆ। ਸੋ ਬਹੁਤ ਸਾਰੀਆਂ ਸੰਸਥਾਵਾਂ ਬੋਲੀਆਂ ਨੇ ਜੀ। 3 ਇੰਚ ਚੌੜੇ ਫਲ ਵਾਲਾ ਚਾਕੂ ਸੀ ਜਿਹੜਾ ਦਰਜੀ ਦੀ ਗਰਦਨ ਤੇ ਫੇਰਿਆ, ਗਰਦਨ ਲਾ ਹੀ ਦਿੱਤੀ ਉਹਦੇ ਪੁਰ 'ਚ ਬਈ ਹਾਂ ਤੂੰ ਨੂਪੁਰ ਦੇ ਹੱਕ 'ਚ ਕਿਵੇਂ ਕਿਹਾ, ਹਜ਼ਰਤ ਸਾਹਿਬ ਦੀ ਗੱਲ ਦੇ ਖਿਲਾਫ ਤੁਸੀਂ ਲਿਖਦੇ ਹੋ। ਫਿਰ ਸਿੱਧਾ ਮੋਦੀ ਨੂੰ ਦੋਨਾਂ ਨੇ ਕਿਹਾ, ਹੱਸ ਰਹੇ। ਮੋਦੀ ਨੂੰ ਕਹਿੰਦੇ ਤੂੰ ਵੀ ਕਾਇਮ ਹੋ ਜਾ, ਪ੍ਰਧਾਨ ਮੰਤਰੀ ਨੂੰ ਧਮਕੀ ਦੇਣੀ ਬਹੁਤ ਵੱਡੀ ਗੱਲ ਹੈ। ਹੁਣ ਫਿਰ ਕੀ ਹਾਲਾਤ ਨੇ ਜੀ ਉਹਦੇ ਪੁਰ ਦੇ, ਤੇ ਉਹਨਾਂ ਦਾ ਕੀ ਬਣੂਗਾ ਹੁਣ? ਗਿੱਲ ਸਾਹਿਬ ਦੇਖੋ ਦੋਨੇ ਗ੍ਰਿਫਤਾਰ ਕਰ ਲਏ। ਗ੍ਰਿਫਤਾਰ ਕਰਨ ਤੋਂ ਬਾਅਦ ਪੂਰੇ ਰਾਜਸਥਾਨ ਦੇ ਵਿੱਚ ਹਾਲਾਤ ਤਣਾਅਪੂਰਨ ਨੇ। 33 ਜ਼ਿਲ੍ਹਿਆਂ 'ਚ ਮੋਬਾਈਲ ਸੇਵਾਵਾਂ ਬੰਦ ਨੇ, ਇੰਟਰਨੈਟ ਚੱਲ ਨਹੀਂ ਰਿਹਾ ਰਾਜਸਥਾਨ ਦੇ 33 ਜ਼ਿਲ੍ਹਿਆਂ ਦੇ ਵਿੱਚ। ਧਾਰਾ 144 ਸਾਰੇ ਰਾਜਸਥਾਨ ਦੇ ਵਿੱਚ ਲਾ ਦਿੱਤੀ ਗਈ ਹੈ। ਔਰ ਉਹ ਕੱਲਾ ਉਦੈਪੁਰ ਹੀ ਨਹੀਂ, ਜੈਪੁਰ ਦੇ ਵਿੱਚ ਵੀ ਜਿਹੜਾ ਗਾ ਉਹ ਹਾਲਾਤ ਤਣਾਅਪੂਰਨ ਦੱਸੇ ਜਾ ਰਹੇ ਨੇ। ਉਦੈਪੁਰ ਦੇ ਵਿੱਚ ਦਰਜੀ ਜਿਹਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਉਹਦਾ ਸੰਸਕਾਰ ਕਰ ਦਿੱਤਾ ਗਿਆ ਹੈਗਾ। ਬਹੁਤ ਵੱਡਾ ਇਕੱਠ ਹੋਇਆ, ਬਹੁਤ ਗਿੱਲ ਸਾਹਿਬ ਉੱਥੇ ਹਾਲਾਤ ਤਣਾਅਪੂਰਨ ਨੇ। ਇੱਕ ਕਾਰਨ ਇਹ ਵੀ ਹੈ ਕਿ ਉੱਥੇ ਕਾਂਗਰਸ ਦੀ ਸਰਕਾਰ ਆ ਔਰ ਹਿੰਦੂ ਜਥੇਬੰਦੀਆਂ ਹੋਰ ਬਹੁਤ ਸਾਰੀਆਂ ਬੀਜੇਪੀ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਲਗਾਤਾਰ ਪ੍ਰੋਟੈਸਟ ਕਰ ਰਹੀਆਂ ਨੇ। ਤੋ ਲੱਗਦਾ ਜੀ ਇਹ ਬੜਾ ਤਣਾਅਪੂਰਨ ਮਾਹੌਲ ਆ ਜਿਹੜਾ ਬਣਿਆ ਹੋਇਆ ਹੈਗਾ। ਔਰ ਇਹਦੇ ਨਾਲ ਗਿੱਲ ਸਾਹਿਬ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਜੋ ਬੋਲੇ ਨੇ ਖਾੜੀ ਮੁਲਕ, ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਨੂਪੁਰ ਸ਼ਰਮਾ ਦਾ ਪਤਾ ਨਹੀਂ ਮਤਲਬ ਉਹ ਪੁਲਿਸ ਨੂੰ ਦਿਖਾਈ ਨਹੀਂ ਦੇ ਰਹੀ। ਧਾਰਾ 295 ਤੇ ਉੱਤੇ ਵੀ ਕੇਸ ਦਰਜ ਹੈ।
ਮਹਾਰਾਸ਼ਟਰ ਦੀ ਸਰਕਾਰ ਨੇ ਕੀਤਾ ਸੀ। ਖੈਰ ਮਹਾਰਾਸ਼ਟਰ ਦੀ ਸਰਕਾਰ ਹੀ ਅੱਜ ਡਿੱਗ ਪਈ। ਗਿੱਲ ਸਾਹਿਬ ਇਹ ਬੜਾ ਇਤਫਾਕ ਜੁੜਿਆ ਹੋਇਆ, ਜਿਹੜਾ ਵੀ ਇਸ ਵਿਸ਼ੇ ਦੇ ਉੱਤੇ ਬੋਲਦਾ ਹੈ ਉਸ ਨੂੰ ਬੀਜੇਪੀ ਬਖਸ਼ ਨਹੀਂ ਰਹੀ ਜੇ ਦੇਖਣਾ ਹੋਵੇ ਤਾਂ ਜੀ। ਅੱਛਾ ਜੀ, ਸਰੋਵਰ 'ਚ ਕਿੱਥੇ ਡੁੱਬ ਕੇ 3 ਜਵਾਕਾਂ ਦੀ ਮੌਤ ਹੋਈ, ਕਿਹੜੇ ਗੁਰਦੁਆਰਾ ਸਾਹਿਬ ਜੀ ਪੰਜਾਬ 'ਚ? ਗਿੱਲ ਸਾਹਿਬ ਇਹ 3 ਬੱਚਿਆਂ ਦੀ ਬੜੀ ਮੰਦਭਾਗੀ ਘਟਨਾ ਹੈਗੀ ਜਿਹੜੀ ਪੰਜਾਬ ਦੇ ਵਿੱਚ ਵਾਪਰੀ ਹੈ। ਇਹ ਜਲਾਲਾਬਾਦ ਦਾ ਪਿੰਡ ਪੈਂਦਾ ਹੈ ਸ਼ੇਰ ਮੁਹੰਮਦ ਅਬੋਹਰ ਏਰੀਏ ਦੇ ਵਿੱਚ। ਔਰ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਮੱਸਿਆ ਮੌਕੇ ਪਰਿਵਾਰ ਨਾਲ ਮੱਥਾ ਟੇਕਣ ਗਏ ਬੱਚੇ, 3 ਬੱਚਿਆਂ ਦੀ ਮੌਤ ਆ ਜਿਹੜੀ ਉਹ ਹੋਈ ਹੈ। ਹਾਦਸਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ। ਇਸ਼ਨਾਨ 5 ਬੱਚੇ ਕਰਨ ਲੱਗੇ ਸੀ ਜੀ। 3 ਬੱਚੇ ਜਿਹੜੇ ਨੇ ਉਹ ਨਹਾਉਣ ਲੱਗੇ। 3 ਰਿਸ਼ਤੇਦਾਰੀ 'ਚੋਂ ਭੈਣ ਭਰਾ ਲੱਗਦੇ ਆ ਔਰ ਜਿਨ੍ਹਾਂ ਦੀ ਉਮਰ 9 ਸਾਲ 12 ਸਾਲ ਤੇ 13 ਸਾਲ ਜਿਹੜੀ ਉਹ ਹੈਗੀ। ਔਰ ਪਹਿਲਾਂ ਇੱਕ ਬੱਚਾ ਗਿੱਲ ਸਾਹਿਬ ਡੁੱਬਿਆ, ਦੂਜਾ ਉਹਨੂੰ ਬਚਾਉਣ ਲੱਗਿਆ। ਮੋਸਟਲੀ ਕੇਸਾਂ 'ਚ ਆਈ ਹੁੰਦਾ, ਦੂਜਾ ਜਦੋਂ ਬਚਾਉਣ ਲੱਗਿਆ ਤਾਂ ਉਹਦੀ ਵੀ ਉਸੇ ਤਰੀਕੇ ਦੇ ਨਾਲ ਡੁੱਬ ਗਿਆ। ਤੀਜਾ ਦੋਨਾਂ ਨੂੰ ਬਚਾਉਣ ਦੇ ਲਈ ਛਾਲ ਮਾਰ ਕੇ, ਤਾਂ ਏਦਾਂ 3 ਦੀ ਮੌਤ ਆ ਜਿਹੜੀ ਉਹ ਹੋਈ ਹੈ ਜੀ। ਅੱਛਾ ਜੀ, 3 ਖਬਰਾਂ ਇਕੱਠੀਆਂ ਕਰ ਦਿਓ, ਮਾਨ ਸਾਹਿਬ ਦੀ ਸਿਹਤ, ਸੰਗਰੂਰ ਦਾ ਹਾਲ ਤੇ ਅਕਾਲੀ ਦਲ ਬਾਦਲ ਦਾ ਹਾਲ। ਗਿੱਲ ਸਾਹਿਬ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਕੋਵਿਡ ਪੋਜ਼ਿਟਿਵ ਆਏ ਨੇ। ਉਹ ਇਸ ਵਕਤ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਨੇ। ਤੋ ਉਂਝ ਉਹਨਾਂ ਦੀ ਸਿਹਤ ਠੀਕ ਹੈ। ਕੋਵਿਡ ਹੁਣ ਆਪਾਂ ਨੂੰ ਪਤਾ ਹੈ ਕਿ ਉਸ ਰੂਪ ਦੇ ਨਾਲ ਘਾਤਕ ਨਹੀਂ ਰਿਹਾ। ਕਰੋਨਾ ਦੇ ਮਰੀਜ਼ ਜਿਹੜੇ ਨੇ ਠੀਕ ਹੋ ਰਹੇ ਨੇ। ਚੰਗੀ ਗੱਲ ਇਹ ਹੈ ਗਿੱਲ ਸਾਹਿਬ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰੀ ਇੱਕ ਬਹੁਤ ਵੱਡੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣ ਭੱਜਦੇ ਨੇ, ਕੈਪਟਨ ਅਮਰਿੰਦਰ ਲੰਡਨ 'ਚ ਇਲਾਜ ਕਰਾ ਕੇ ਆਇਆ, ਤਾਂ ਸਿਮਰਜੀਤ ਸਿੰਘ ਮਾਨ ਹੋਰੀ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਕਰਾ ਰਹੇ ਨੇ। ਸੋ ਇਵੇਂ ਹੀ ਹੋਣਾ ਚਾਹੀਦਾ। ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਜਿਹੜੇ MLA MP ਮੰਤਰੀ ਜਾਂ ਸਾਬਕਾ ਨੇ ਉਹਨਾਂ ਨੂੰ ਇਲਾਜ ਕਰਾਉਣੇ ਚਾਹੀਦੇ ਨੇ। ਇਸ ਤੋਂ ਇਲਾਵਾ ਗਿੱਲ ਸਾਹਿਬ ਸੰਗਰੂਰ ਦੀ ਹਾਲਤ ਦੇਖੋ ਇਹ ਹੈਗੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਮਾੜੀ ਪੋਜੀਸ਼ਨ ਦੇ ਵਿੱਚ ਰਿਹਾ। ਬੀਜੇਪੀ ਵੀ ਇਦੋਂ ਵੱਧ ਵੋਟਾਂ ਲੈ ਗਈ। 5 ਧਿਰਾਂ 'ਚ ਮੁਕਾਬਲਾ ਸੀ, 5ਵੇਂ ਨੰਬਰ ਦੇ ਉੱਤੇ ਆਏ। ਜਗਮੀਤ ਬਰਾੜ ਨੇ ਸਵਾਲ ਉਠਾਤੇ। ਜਗਮੀਤ ਬਰਾੜ ਵੈਸੇ ਤਾਂ ਜਿੱਥੇ ਵੀ ਰਹਿੰਦਾ ਸਵਾਲ ਉਠਾਉਂਦਾ ਹੀ ਰਹਿੰਦਾ। ਤਾਲੀਆਂ 'ਚ ਲੱਗਦਾ ਸੀ ਵੀ ਹੁਣ ਤੱਕ ਬੋਲਿਆ ਕਿਉਂ ਨਹੀਂ, ਹੁਣ ਉਹ ਬੋਲਿਆ। ਉਹਨੇ ਕਿਹਾ ਕਿ ਸਵਾਲ ਉਠਾ ਰਹੇ ਆ, ਕਿਸੇ ਨੂੰ ਐਕਟਿੰਗ ਪ੍ਰਧਾਨ ਲਾਉਣਾ ਚਾਹੀਦਾ। ਸੁਖਬੀਰ ਬਾਦਲ ਪ੍ਰਧਾਨ ਨੇ ਉਹ ਅਸਤੀਫਾ ਦੇ ਸਕਦੇ ਨੇ, ਉਹ ਆਪ ਹੀ ਕਹੀ ਜਾਂਦਾ। ਹੋਰ ਵੀ ਬਹੁਤ ਸਾਰੇ ਵੱਡੇ ਅਕਾਲੀ ਲੀਡਰ ਸਵਾਲ ਉਠਾ ਰਹੇ ਨੇ ਸੁਖਬੀਰ ਦੇ ਉੱਤੇ, ਕਿਉਂਕਿ ਅਕਾਲੀ ਦਲ ਇਹ ਕਹਿ ਰਹੇ ਨੇ ਵੱਡੇ ਅਕਾਲੀ ਲੀਡਰ ਵੀ ਲੋਕ ਅਕਾਲੀ ਦਲ ਨੂੰ ਨਹੀਂ ਨਕਾਰ ਰਹੇ। ਜੇ ਅਕਾਲੀ ਦਲ ਨੂੰ ਨਕਾਰਦੇ ਹੋਏ ਨੇ, ਪੰਥਕ ਸਿਆਸਤ ਨੂੰ ਨਕਾਰਦੇ ਹੁੰਦੇ, ਸਿੱਖ ਸਿਆਸਤ ਨੂੰ ਨਕਾਰਦੇ ਹੁੰਦੇ, ਫਿਰ ਸਿਮਰਜੀਤ ਸਿੰਘ ਮਾਨ ਨਾਲ ਜਿੱਤਦੇ। ਉਹ ਕਹਿੰਦੇ ਪੰਥਕ ਸਿਆਸਤ ਨੂੰ ਤਾਂ ਲੋਕ ਪਿਆਰ ਕਰ ਰਹੇ ਨੇ। ਦੇਖੋ ਸਿਮਰਜੀਤ ਸਿੰਘ ਮਾਨ ਜਿੱਤੇ ਨੇ, ਲੋਕ ਬਾਦਲ ਪਰਿਵਾਰ ਨੂੰ ਨਕਾਰ ਰਹੇ ਨੇ। ਉਹਦੇ 'ਚ ਸੁਖਬੀਰ ਦੇ ਅਸਤੀਫੇ ਦੀਆਂ ਚਰਚਾਵਾਂ ਨੇ ਜਿਹੜੀਆਂ ਚੱਲ ਰਹੀਆਂ ਨੇ। ਬਾਕੀ ਗਿੱਲ ਸਾਹਿਬ ਅੱਜ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਵਰਸੀ ਹੈ। ਇੱਕ ਜਥਾ ਪਾਕਿਸਤਾਨ ਵੀ ਗਿਆ ਹੋਇਆ। ਸੰਗਰੂਰ ਜ਼ਿਲ੍ਹੇ ਦੇ ਨਾਲ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਲਿੰਕ ਜੁੜਦਾ ਹੈ। ਪਿੰਡ ਬਡਰੁੱਖਾਂ ਇਹਨਾਂ ਦੇ ਨਾਨਕੇ ਘਰ 'ਚ ਇਹਨਾਂ ਦਾ ਜਨਮ ਸਥਾਨ ਹੈ। ਔਰ ਗਿੱਲ ਸਾਹਿਬ ਬਡਰੁੱਖਾਂ ਪਿੰਡ ਦੇ ਲੋਕ ਜਿੱਥੇ ਇਹਨਾਂ ਦਾ ਜਨਮ ਸਥਾਨ ਹੈ, ਇਹਨਾਂ ਦਾ ਨਾਨਕਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉੱਥੇ ਲੋਕਾਂ ਨੇ ਮੰਗ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੋ। ਪ੍ਰਕਾਸ਼ ਸਿੰਘ ਬਾਦਲ ਨੇ 2.5 ਦਹਾਕੇ ਪਹਿਲਾਂ ਉੱਥੇ ਪਿੰਡ ਦੇ ਲੋਕਾਂ 'ਚ ਐਲਾਨ ਕੀਤਾ ਸੀ ਕਿ ਸ਼ੇਰੇ ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਾਂਗੇ ਤੁਹਾਡੇ ਪਿੰਡ। ਘੋੜੇ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਕਾਂਸੀ ਦਾ ਬੁੱਤ ਲਾਇਆ ਜਾਊਗਾ। ਔਰ ਇਹ ਐਲਾਨ ਕਰਨ ਤੋਂ ਬਾਅਦ 2016 ਦੇ ਵਿੱਚ ਗਿੱਲ ਸਾਹਿਬ ਇੱਕ ਬੁੱਤ ਜਿਹੜਾ ਪਿੰਡ ਦੇ ਵਿੱਚ ਭੇਜਿਆ ਗਿਆ। ਗੱਲ ਇਹ ਸੀ ਕਿ ਨਾ ਤਾਂ ਉਹ ਬੁੱਤ ਘੋੜੇ ਤੇ ਸਵਾਰ ਸੀ, ਨਾ ਉਹ ਕਾਂਸੀ ਦਾ ਬਣਿਆ ਹੋਇਆ ਸੀ। ਤੇ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਸਹੀ ਸਲਾਮਤ ਸੀ ਬੁੱਤ ਦੀਆਂ, ਤਾਂ ਪਿੰਡ ਵਾਲੇ ਕਹਿੰਦੇ ਵੀ ਦੇਖੋ ਇਹ ਬੁੱਤ ਨਹੀਂ ਅਸੀਂ ਲਾਉਣਾ। ਉਹ ਬੁੱਤ 2016 ਦਾ ਸਰਪੰਚ ਦੇ ਘਰੇ ਪਿਆ। ਔਰ ਗਿੱਲ ਸਾਹਿਬ 2.5 ਦਹਾਕੇ ਹੋ ਗਏ ਐਲਾਨ ਕੀਤਿਆਂ, ਅਜੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਉਸ ਪਿੰਡ 'ਚ ਸਥਾਪਿਤ ਨਹੀਂ ਹੋ ਸਕਿਆ ਜਿਹੜਾ ਉਹਨਾਂ ਦਾ ਜਨਮ ਜੀ। ਗੱਲ ਜਿਹਦੇ ਕਰਕੇ ਨਾਲੇ ਵੋਟਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਅੱਛਾ, ਡਾਲਰ ਦਾ ਕੀ ਹਾਲ ਹੈ? ਰੁਪਈਆਂ 'ਚ ਅਸੀਂ ਬਹੁਤ ਸ਼ੋਸ਼ਣ ਕਰਦੇ ਹਾਂ। ਜੇ ਉੱਥੇ 1200 ਖਰਚ ਦੀਏ ਜਾ ਕੇ ਫਿਰ ਕਈ ਦਾ $20 ਹੀ ਨੇ। ਜੇ ਇੱਥੇ $30 ਦੀ ਕੋਈ ਚੀਜ਼ ਹੋਵੇ ਫਿਰ ਕਹਿੰਦੇ ਯਾਰ 1800 ਰੁਪਈਏ ਕਿਲੋ, ਇਹ ਤਾਂ ਬਹੁਤ ਮਹਿੰਗੀ ਆ, ਪਾਉਂਡ ਹੀ ਆ ਇੱਥੇ। ਅਸੀਂ ਬਹੁਤ ਜਲੂਸ ਕੱਢਦੇ ਹਾਂ ਡਾਲਰ ਦਾ। ਡਾਲਰ ਦਾ ਰੇਟ ਕੀ ਭਾਅ ਭੰਤ ਕੀ ਆ ਪੰਜਾਬ 'ਚ? ਗਿੱਲ ਸਾਹਿਬ ਹੁਣ ਤਾਂ ਬਹੁਤ, ਅੱਜ ਤਾਂ ਰਿਕਾਰਡ ਹੀ ਪੈਦਾ ਹੋ ਗਏ ਜੀ। 19 ਪੈਸੇ ਹੋਰ ਡਿੱਗ ਗਿਆ। 79.04 79 ਰੁਪਏ 4 ਪੈਸੇ ਅਮਰੀਕਨ। ਅੱਜ ਤੱਕ ਨਹੀਂ ਕਦੇ ਹੋਇਆ ਅਮਰੀਕਨ ਡਾਲਰ, ਅੱਜ ਤੱਕ ਨਹੀਂ ਕਦੇ ਹੋਇਆ। ਮਤਲਬ ਅੱਜ ਸਭ ਤੋਂ ਵੱਧ ਰੁਪਇਆ ਜਿਹੜਾ ਡਾਊਨ ਹੋਇਆ ਨਜ਼ਰ ਆਇਆ। 1947 'ਚ 1 ਰੁਪਈਆ $1 ਦੇ ਬਰੋਬਰ ਸੀ।
1947 ਤੋਂ ਪਹਿਲਾਂ ਰੁਪਈਆ ਮਹਿੰਗਾ ਸੀ, ਡਾਲਰ ਸਸਤਾ ਸੀ। ਇਹ ਆਯਾਤ ਨਿਰਯਾਤ ਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ ਨੇ। ਕਣਕ ਦੀ ਦੇ ਉੱਤੇ ਲਾਤੀ ਪਾਬੰਦੀ, ਅਸੀਂ ਨਹੀਂ ਬਾਹਰ ਵੇਚਣੀ। ਜਿਹੜੀਆਂ ਚੀਜ਼ਾਂ ਅਸੀਂ ਬਾਹਰ ਵੇਚ ਸਕਦੇ ਹਾਂ ਉਹ ਵੇਚਣ ਨਹੀਂ ਦਿੰਦੇ। ਬੇਲੋੜੀਆਂ ਚੀਜ਼ਾਂ ਬਾਹਰੋਂ ਖਰੀਦੀ ਜਾਂਦੇ ਨੇ। ਔਰ ਜਦੋਂ ਮਨਮੋਹਨ ਸਿੰਘ ਚੀਫ ਪ੍ਰਧਾਨ ਮੰਤਰੀ ਬਣਿਆ, ਪ੍ਰਾਈਮ ਮਿਨਿਸਟਰ ਬਣਿਆ, ਉਦੋਂ ਬਾਅਦ ਗਿੱਲ ਸਾਹਿਬ ਅਮਰੀਕਾ ਦੀ ਇਜਾਰੇਦਾਰੀ ਸਥਾਪਿਤ ਵੱਧ ਹੋਈ ਹੈ। ਲਗਾਤਾਰ ਡਿੱਗਦਾ ਆ ਰਿਹਾ। ਨਾ ਖਾਊਂਗਾ ਨਾ ਖਾਣੇ ਦਊਂਗਾ ਦੇ ਰਾਜ ਦੇ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਰਾਜ ਦੇ ਵਿੱਚ ਰੁਪਈਆ ਗਾ ਜਿਹੜਾ ਉਹ ਸਾਰੇ ਰਿਕਾਰਡ ਤਹਿਤ ਡਿੱਗ ਰਿਹਾ ਹੈਗਾ। ਔਰ ਅਮਰੀਕਨ ਡਾਲਰ ਆ ਜਿਹੜਾ ਤਾਂ 79.04 ਤਾਂ ਬਹੁਤ ਜ਼ਿਆਦਾ ਹੈ ਜੀ। ਧੰਨਵਾਦ ਜੀ। ਕੱਲ ਸਵੇਰੇ ਫੇਰ ਸਾਂਝ ਪਵੇਗੀ 10:20 ਤੇ, ਤੁਹਾਡੇ 11 ਵੱਜ ਜਾਂਦੇ ਨੇ। ਧੰਨਵਾਦ, ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਨਵਕਿਰਨ ਸਿੰਘ ਪੱਤੀ ਸੇਖਵਿਆਂ ਤੋਂ ਬਰਨਾਲਿਓਂ ਗੱਲਬਾਤ ਕਰ ਰਹੇ ਸੀ। ਲਓ ਜੀ, ਹੁਣ ਤੁਹਾਡੀ ਸਿਹਤ ਦੇ ਬਾਰੇ ਗੱਲਬਾਤ ਕਰਦੇ ਹਾਂ ਵੈਦ ਰੂਬਲ ਜੀ ਨਾਲ, ਕਿ 15 ਦਿਨਾਂ ਬਾਅਦ ਉਹਨਾਂ ਨਾਲ ਇਹ ਗੱਲਬਾਤ ਹੁੰਦੀ ਹੈ। 2 ਹਫ਼ਤਿਆਂ ਬਾਅਦ ਸਦਾ ਤੁਹਾਡੀ ਸਿਹਤ ਦੀ ਗੱਲ ਕਰੀਦੀ ਹੈ, ਤੇ ਸਿਹਤ ਦੇ ਵਿੱਚ ਆਯੁਰਵੇਦ, ਦੇਸੀ ਖਾਓ ਤੇ ਰੋਗ ਬਚਾਓ ਦਾ ਜਿਹੜਾ ਨਾਅਰਾ ਵੈਦ ਰੂਬਲ ਉਹਨਾਂ ਨੇ ਦਿੱਤਾ ਹੈ। ਸਰੀ ਤੇ ਟੋਰਾਂਟੋ ਤੇ ਅਮਰੀਕਾ ਤੇ ਉਸ ਤੋਂ ਬਾਅਦ ਦਿੱਲੀ, ਦਿੱਲੀ ਤੋਂ ਬਾਅਦ ਮੁੱਲਾਂਪੁਰ ਦਾਖਾ, ਮੁੱਲਾਂਪੁਰ ਦਾਖੇ ਤੋਂ ਬਾਅਦ ਹੁਸ਼ਿਆਰਪੁਰ ਗਗਰੇਟ, ਤੇ ਲੋਕਾਂ ਦੀ ਸੇਵਾ ਤੇ 5 ਪੀੜ੍ਹੀਆਂ ਦੀ ਵੈਦਗਿਰੀ। ਉਹ ਕੁਝ ਨਾ ਕੁਝ ਤੁਹਾਨੂੰ ਹਰ ਵਕਤ ਦੱਸ ਕੇ ਜਾਂਦੇ ਨੇ। ਵੈਦ ਜੀ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਪੁਰਾਣੇ ਹੁਣ ਦੇ ਅੰਗਰੇਜ਼ੀ ਜਿਹੜੇ ਰੋਗ ਹੁੰਦੇ ਉਹਨਾਂ ਦਾ ਨਾਂ ਪੰਜਾਬ ਪੁਰਾਣੇ ਜਿਹੜੇ ਬਜ਼ੁਰਗ ਆਪਣੇ ਤੁਸੀਂ ਦੇਖ ਕੇ ਨਾਲ ਕੋਲ ਬੈਠ ਕੇ ਸੁਣਦੇ ਰਹੇ ਹੋ। ਇੱਕ ਅੱਜ ਕੱਲ੍ਹ ਰੋਗ ਦੀ ਬੜੀ ਗੱਲ ਚੱਲ ਰਹੀ ਹੈ ਪੰਜਾਬ 'ਚ। ਪਹਿਲਾਂ ਕਾਲਾ ਪੀਲੀਏ ਦੀ ਗੱਲ ਚੱਲੀ ਤੇ ਜਰਕਾਨ ਦੀਆਂ ਗੱਲਾਂ ਚੱਲੀਆਂ। ਹੁਣ ਇੱਕ ਬਿਮਾਰੀ ਜਿਹੜੀ ਫਾਈਬਰੋਮਾਇਲਜੀਆ ਦੀ ਗੱਲ ਬੜੀ ਚੱਲ ਰਹੀ ਹੈ, ਇਹ ਕੀ ਹੈ ਜੀ? ਜੀ ਇਹ ਗਿੱਲ ਸਾਹਿਬ ਬਿਲਕੁਲ ਬੜੀ ਵਧੀਆ ਗੱਲ ਹੈ ਕਿ ਇਹ ਸਵਾਲ ਪੁੱਛਿਆ। ਇਹ ਸਵਾਲ ਜਿਹੜਾ ਬਿਮਾਰੀ ਹੈ ਅੱਜ ਕੱਲ ਲੋਕਾਂ ਨੂੰ ਇਹ ਢਾਲ ਲਾ ਰਹੀ ਹੈ, ਤੇ ਇਸ ਬਿਮਾਰੀ ਦੇ ਨਾਂ ਦੇ ਉੱਤੇ ਐਲੋਪੈਥੀ ਡਾਕਟਰ ਜਿਹੜੇ ਹੈ ਖਾਸ ਕਰ ਇੰਡੀਆ ਦੇ ਵਿੱਚ, ਉਹ ਬਿਮਾਰੀ ਦੇ ਨਾਂ ਦੇ ਉੱਤੇ ਲੱਖਾਂ ਰੁਪਏ ਜਿਹੜੇ ਹੈ ਉਹ ਲੈ ਕੇ ਤੇ ਆਪਣਾ ਸਿਸਟਮ ਜਿਹੜਾ ਉਹ ਠੀਕ ਕਰ ਰਹੇ ਹੈ। ਮਰੀਜ਼ ਜਿਹੜੇ ਆ ਉਹ ਠੀਕ ਨਹੀਂ ਹੋ ਰਹੇ। ਸੋ ਫਾਈਬਰੋਮਾਈਲਜੀਆ ਜਿਹੜਾ ਬਿਮਾਰੀ ਹੈ, ਇਹ ਇੱਕ ਦਰਦਾਂ ਦੇ ਰਿਲੇਟਡ ਬਿਮਾਰੀ ਹੈ, ਜਿਹੜੀਆਂ ਕਿ ਜੋੜਾਂ ਦੀਆਂ ਦਰਦਾਂ ਦੇ ਨਾਲ ਇੱਕ ਰਿਲੇਟਡ ਹੈ। ਅੱਛਾ ਜੀ। ਸੋ ਜਿਹੜੀ ਜੀ, ਸੋ ਇਹ ਗਿੱਲ ਸਾਹਿਬ ਗਠੀਏ ਦੀਆਂ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਹੈ। ਅੱਛਾ ਜੀ। ਸੋ ਪਹਿਲੇ ਜਿਹੜੀ ਸਟਾਰਟ ਜਦੋਂ ਹੁੰਦੀ ਹੈ ਬਿਮਾਰੀ, ਤੇ ਰੋਮਾਟਾਇਡ ਅਥਰਾਈਟਸ। ਹਾਂਜੀ। ਰੋਮਾਟਾਇਡ ਅਥਰਾਈਟਸ ਤੋਂ ਬਾਅਦ ਓਸਟੀਓਪੋਰੋਸਿਸ, ਓਸਟੀਓਪੋਰੋਸਿਸ ਤੋਂ ਬਾਅਦ ਫਾਈਬਰੋਮਾਈਲਜੀਆ, ਫਿਰ ਉਸ ਤੋਂ ਬਾਅਦ ਗਾਊਟ, ਫਿਰ ਲੂਪਸ। ਸੋ ਇਹ 5 ਬਿਮਾਰੀਆਂ ਜਿਹੜੀਆਂ ਕਾਮਨ ਹੈ, ਜਿਹੜੀਆਂ ਇਸ ਵੇਲੇ ਢਾਲ ਆ ਰਹੀਆਂ, ਤੇ ਲੋਕਾਂ ਨੂੰ ਨਾਵਾਂ ਦਾ ਪਤਾ ਨਾ ਹੋਣ ਕਰਕੇ ਜਦੋਂ ਡਾਕਟਰ ਕਹਿ ਦਿੰਦੇ ਤੈਨੂੰ ਲੂਪਸ ਹੋ ਗਈ, ਤੈਨੂੰ ਗੌਟ ਹੋ ਗਿਆ, ਤੈਨੂੰ ਫਾਈਬਰੋਮਾਈਲਜੀਆ ਹੋ ਗਿਆ, ਤੇ ਲੋਕ ਜਿਹੜੇ ਡਰੇ ਫਿਰਦੇ ਆ ਕਿ ਪਤਾ ਨਹੀਂ ਇਹ ਫਾਈਬਰੋਮਾਈਲਜੀਆ ਕੈਂਸਰ ਦੀ ਬਿਮਾਰੀ ਹੈ ਜਾਂ ਕੀ ਹੈਗਾ। ਸੋ ਇਹ ਗਿੱਲ ਸਾਹਿਬ ਜਦੋਂ ਰੋਮਾਟਾਇਡ ਅਥਰਾਈਟਸ ਤੋਂ ਬਾਅਦ ਫਾਈਬਰੋਮਾਈਲਜੀਆ ਹੁੰਦਾ ਜੀ। ਰੋਮਾਟਾਇਡ ਅਥਰਾਈਟਸ ਦੇ ਵਿੱਚ ਜਿਹੜੇ ਛੋਟੇ ਜੋੜ ਹੈ ਜਾਂ ਵੱਡੇ ਜੋੜ ਹੈ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਹੈ, ਬੰਦੇ ਦੇ ਜੋੜ ਜਾਮ ਹੋਣੇ ਸ਼ੁਰੂ ਹੋ ਜਾਂਦੇ ਹੈ ਜੀ, ਤੇ ਉਹਦੇ ਨਾਲ ਹੋਰ ਪ੍ਰੋਬਲਮਾਂ ਆਉਂਦੀਆਂ। ਪਰ ਜਿਹੜਾ ਗਿੱਲ ਸਾਹਿਬ ਫਾਈਬਰੋਮਾਈਲਜੀਆ ਹੈਗਾ, ਇਹਦੇ ਨਾਲ ਮਸਲ ਜਿਹੜੇ ਡੈਡ ਹੋਣੇ ਸ਼ੁਰੂ ਹੋ ਜਾਂਦੇ ਹੈ, ਤਾਂ ਬੜਾ ਡੇਂਜਰਸ ਆ। ਅੱਜ ਕੱਲ ਜਿਹੜੇ ਪੇਸ਼ੈਂਟ ਹੈ ਅਥਰਾਈਟਸ ਦੇ, ਉਹ ਬਹੁਤ ਹੀ ਇਦਾਂ ਦੇ ਆ ਰਹੇ ਆ ਕਿ ਜਿਨ੍ਹਾਂ ਦੇ ਮਸਲ ਜਿਹੜੇ ਆ ਉਹ ਬਿਲਕੁਲ ਡੈਡ ਹੋ ਗਏ, ਤੇ ਉਹਨਾਂ ਦਾ ਚੱਲਣਾ ਫਿਰਨਾ ਬੰਦ ਹੋ ਜਾਂਦਾ, ਮੰਜੇ ਤੇ ਪੈ ਜਾਂਦੇ ਆ, ਠੰਡ ਲੱਗਦੀ ਹੈ, ਗਰਮੀ ਲੱਗਦੀ ਹੈ, ਘਬਰਾਹਟ ਹੁੰਦੀ ਹੈ, ਜੋੜਾਂ ਦੇ ਵਿੱਚ ਦਰਦਾਂ ਹੁੰਦੀਆਂ, ਬਲੱਡ ਦੇ ਇਨਫੈਕਸ਼ਨ ਹੋ ਜਾਂਦੀ ਹੈ, ESR ਜਿਹੜਾ ਉਹਨਾਂ ਦਾ ਬਲੱਡ ਦੀ ਇਨਫੈਕਸ਼ਨ ਆ ਉਹ ਵੱਧ ਜਾਂਦੀ ਹੈ, ਤੇ ਉਹਦੇ ਫਿਰ ਜਦੋਂ ਇਹ ਪ੍ਰੋਬਲਮ ਆ ਜਾਂਦੀਆਂ ਤੇ ਡਾਕਟਰ ਫਿਰ ਫਾਈਬਰੋਮਾਈਲਜੀਆ ਦੇ ਨਾਂ ਦੇ ਉੱਤੇ ਲੱਖਾਂ ਰੁਪਇਆਂ ਦਾ ਸਿਸਟਮ ਲਾ ਕੇ ਆਪਣਾ
ਘਰ ਜਿਹੜਾ ਉਹ ਪੂਰਾ ਕਰਦੇ ਆ। ਜੀ। ਸੋ ਇਹਦੇ ਵਿੱਚ ਫਾਈਬਰੋਮਾਈਲਜੀਆ ਜਿਹੜੀ ਬਿਮਾਰੀ ਹੈ ਬੜੀ ਕਾਮਨ ਅੱਜ ਕੱਲ੍ਹ ਚੱਲ ਪਈ ਹੈ। ਸੋ ਜਿਨ੍ਹਾਂ ਨੂੰ ਦਰਦਾਂ ਹੁੰਦੀਆਂ, ਜਿਨ੍ਹਾਂ ਦੇ ਜੋੜਾਂ ਦੀਆਂ ਦਰਦਾਂ ਜਾਂ ਜਿਨ੍ਹਾਂ ਨੂੰ ਰੋਮਾਟਿਕ ਅਰਥਰਾਈਟਿਸ ਹੈ, ਗੋਡਿਆਂ ਦੀਆਂ ਦਰਦਾਂ ਜਾਂ ਹੋਰ ਪ੍ਰੋਬਲਮਾਂ ਹੈਗੀਆਂ ਜੀ, ਸੋ ਉਹਨਾਂ ਨੂੰ ਫਾਈਬਰੋਮਾਈਲਜੀਆ ਹੋ ਸਕਦਾ, ਮਸਲ ਡੈਡ ਹੋ ਸਕਦੇ ਆ, ਮਸਲ ਕਮਜ਼ੋਰ ਹੋ ਸਕਦੇ ਆ, ਤੇ ਕਈਆਂ ਦੇ ਏਦਾਂ ਦੇ ਮਸਲ ਹੋ ਜਾਂਦੇ ਗਿੱਲ ਸਾਹਿਬ ਕਿ ਜਦੋਂ ਤੁਸੀਂ ਵੀ ਉਹਦੇ ਉੱਤੇ ਹੱਥ ਮਾਰਦੇ ਆ ਤੇ ਤੁਹਾਨੂੰ ਟਨ ਦੀ ਆਵਾਜ਼ ਆਉਂਦੀ ਹੈ, ਟਨ ਦੀ ਆਵਾਜ਼ ਆਉਂਦੀ ਹੈ, ਏਦਾਂ ਦੇ ਵੀ ਮਸਲ ਹੋ ਜਾਂਦੇ ਆ ਜੀ। ਸੋ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਜੀ। ਸੋ ਜੇ ਇਹੋ ਜਿਹੀ ਤੁਹਾਨੂੰ ਕੋਈ ਫਾਈਬਰੋਮਾਈਲਜੀਆ ਦੇ ਨਾਲ ਦੀ ਜਾਂ ਗਾਊਟ ਦੀ ਜਾਂ ਲੂਪਸ ਦੀ ਬਿਮਾਰੀ ਹੋ ਗਈ ਹੈ ਜਾਂ ਅਰਥਰਾਈਟਿਸ ਦੀ ਹੋ ਗਿਆ, ਜੋੜਾਂ ਦੀ ਦਰਦਾਂ ਹੋ ਗਈਆਂ, ਤੇ ਸਾਡੇ ਜਿਹੜੇ ਬਹੁਤ ਜਿਹੜੇ ਵੈਦ ਹੈਗੇ ਆ ਆਪਣੇ ਬਲਵਿੰਦਰ ਰੂਬਲ ਜੀ ਸਰੀ ਦੇ ਵਿੱਚ, ਉਹਨਾਂ ਨਾਲ ਤੁਸੀਂ ਆਪਣਾ ਰਾਬਤਾ ਕਾਇਮ ਕਰ ਸਕਦੇ ਆ। ਸੋ ਉਹਨਾਂ ਦਾ ਫੋਨ ਨੰਬਰ 7789170444 ਜੀ, 77891700444 ਜੀ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਆ। ਸੋ ਇਹ ਜਿਹੜੀ ਹੈ ਬਿਮਾਰੀ ਜਿਹੜੀ ਹੈ ਦਰਦਾਂ ਦੀ, ਗਠੀਏ ਦੀ ਜਾਂ ਤੁਹਾਨੂੰ ਫਾਈਬਰੋਮਾਈਲਜੀਆ ਜਾਂ ਲੂਪਸ ਹੋ ਗਈ ਹੈ, ਜਿਹੜੀ ਲਾਸਟ ਸਟੇਜ ਹੈ ਲੂਪਸ ਦੀ, ਉਹਦੇ ਨਾਲ ਕੀ ਹੁੰਦਾ ਜੀ ਕਿ ਜਿਹੜੀ ਕਿਡਨੀਆਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਤੇ ਲੀਵਰ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਤੇ ਆਦਮੀ ਦਾ ਜਿਹੜਾ ਫਿਰ ਪੇਸ਼ੈਂਟ ਦਾ ਜਿਹੜਾ ਅੰਤ ਹੈ ਉਹ ਆਉਣਾ ਸ਼ੁਰੂ ਹੋ ਜਾਂਦਾ। ਸੋ ਲੂਪਸ ਜਿਹੜੀ ਹੈ ਉਹ ਗਠੀਏ ਦੀ ਲਾਸਟ ਜਿਹੜੀ ਸਟੇਜ ਹੈ ਉਹ ਆ ਜਾਂਦੀ ਹੈ। ਸੋ ਲੂਪਸ ਤੋਂ ਬਾਅਦ ਜਿਹੜੇ ਬਾਕੀ ਪੁਰਜੇ ਜਿਹੜੇ ਆ ਉਹ ਕਮਜ਼ੋਰ ਹੋ ਜਾਂਦੇ ਆ, ਉਹ ਡੈਡ ਹੋ ਜਾਂਦੇ ਆ। ਉਸ ਤੋਂ ਬਾਅਦ ਫਿਰ ਕੋਈ ਇਲਾਜ ਨਹੀਂ ਰਹਿੰਦਾ, ਫਿਰ ਤੇ ਇੱਕ ਰੱਬ ਦਾ ਨਾਂ ਹੀ ਰਹਿੰਦਾ। ਸੋ ਮੈਂ ਇਹੋ ਹੀ ਕਹਾਂਗਾ ਗਿੱਲ ਸਾਹਿਬ ਕਿ ਜਿਨ੍ਹਾਂ ਨੂੰ ਦਰਦਾਂ ਦੀ ਪ੍ਰੋਬਲਮ ਹੈ, ਜੋੜਾਂ ਦੀਆਂ ਦਰਦਾਂ, ਲੱਕ ਦੇ ਵਿੱਚ ਦਰਦ ਹੈਗੀ ਆ ਜਾਂ ਰੀੜ੍ਹ ਦੀ ਦਰਦ ਹੈ, ਲੱਤ ਨੂੰ ਦਰਦ ਜਾਂਦੀ ਹੈ, ਖਾਸ ਕਰ ਸਰਵਾਈਕਲ ਦਰਦ ਹੈ, ਧੌਣ ਦੇ ਵਿੱਚ ਜਾਂ ਸਿਰ ਦੇ ਵਿੱਚ ਦਰਦ ਰਹਿੰਦੀ ਹੈ, ਸਿਰ ਦੇ ਵਿੱਚ ਟਸ ਹੁੰਦੀ ਰਹਿੰਦੀ ਹੈ, ਕੰਨਾਂ ਦੇ ਵਿੱਚ ਛਾਂ ਹੁੰਦੀ ਰਹਿੰਦੀ ਹੈ ਜਾਂ ਘੱਟ ਸੁਣਨ ਲੱਗ ਜਾਂਦਾ ਜੀ, ਸੋ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਪ੍ਰੋਬਲਮ ਹੋ ਸਕਦੀ ਹੈ। ਸੋ ਜੇ ਇਹੋ ਜਿਹੀ ਪ੍ਰੋਬਲਮ ਹੈਗੀ ਹੈ, ਤੁਸੀਂ ਜ਼ਰੂਰ ਕਿਸੇ ਕਲੀਨਿਕ ਤੇ ਜਾ ਕੇ ਸਲਾਹ ਮਸ਼ਵਰਾ ਕਰਕੇ ਤੇ ਤੁਸੀਂ ਠੀਕ ਹੋ ਸਕਦੇ ਹੋ। ਸੋ ਇਹਦਾ ਜਿਹੜਾ ਟੋਟਕਾ ਮੈਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਬਿਮਾਰੀ ਇਹੋ ਜਿਹੀ ਹੈ ਕਿ ਟੋਟਕੇ ਨਾਲ ਠੀਕ ਹੋਣ ਵਾਲੀ ਨਹੀਂ। ਸੋ ਗਿੱਲ ਸਾਹਿਬ ਕਿ ਇਹਨੂੰ ਪਛਾਣਨ ਦੀ ਲੋੜ ਹੈ ਜੀ, ਫਾਈਬਰੋਮਾਈਲਜੀਆ ਇੱਕ ਲੂਪਸ ਹੈ ਜਾਂ ਗਾਊਟ ਹੈ ਜਾਂ ਆਸਟੀਓਪੋਰੋਸਿਸ ਅਰਥਰਾਈਟਿਸ ਹੈ ਜਾਂ ਰੋਮਾਟੋਇਡ ਅਰਥਰਾਈਟਿਸ ਹੈ। ਸੋ ਪਛਾਣਨ ਦੀ ਲੋੜ ਹੈ। ਜਦੋਂ ਪਛਾਣ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਇਹਦਾ ਇਲਾਜ ਜਿਹੜਾ ਉਹ ਪ੍ਰੋਪਰ ਹੋ ਜਾਂਦਾ। ਆਯੁਰਵੈਦਿਕ ਦੇ ਵਿੱਚ ਇਹਦਾ 100% ਇਲਾਜ ਹੈ, ਜੜੀਆਂ ਬੂਟੀਆਂ ਦੇ ਨਾਲ ਹੈ, ਭਸਮਾਂ ਦੇ ਨਾਲ ਇਹਦਾ ਇਲਾਜ ਨਹੀਂ ਹੈਗਾ। ਸੋ ਕੋਈ ਵੀ ਭਸਮ ਅਸੀਂ ਨਹੀਂ ਵਰਤਦੇ, ਜੜੀਆਂ ਬੂਟੀਆਂ ਦੇ ਨਾਲ ਹੀ ਇਹਦਾ ਇਲਾਜ ਕਰਦੇ ਆ। ਔਰ ਪੇਸ਼ੈਂਟ ਜਿਹਨਾਂ ਦੇ ਮਸਲ ਡੈਡ ਹੋ ਜਾਂਦੇ ਆ, ਲੋਕ ਚੁੱਕ ਕੇ ਲੈ ਕੇ ਆਉਂਦੇ ਆ, ਉਹ ਬਿਲਕੁਲ ਤੁਰਦੇ ਫਿਰਦੇ ਨਜ਼ਰ ਆਉਂਦੇ ਆ ਤੇ ਰੱਬ ਦੇ ਗੁਣ ਗਾਉਂਦੇ ਆ। ਜੀ ਗਿੱਲ ਸਾਹਿਬ ਧੰਨਵਾਦ ਜੀ। ਕਿਉਂਕਿ ਇਹ ਜਿਹੜਾ ਜੋੜਾਂ ਦੇ ਦਰਦ ਦੇ ਬਹੁਤ ਜ਼ਿਆਦਾ ਰੋਗ ਨੇ, ਖਾਸ ਤੌਰ 'ਤੇ ਇਸ ਧਰਤੀ 'ਤੇ ਜਦ ਇੱਥੋਂ ਗਰਮ ਦੇਸ਼ਾਂ 'ਚੋਂ ਅਸੀਂ ਆਉਂਦੇ ਹਾਂ, ਇੱਥੇ ਦਾ ਪੌਣ ਪਾਣੀ ਸੂਤ ਨਹੀਂ ਬਹਿੰਦਾ ਤੇ ਆਯੁਰਵੇਦ ਦੇ ਵਿੱਚ ਬਹੁਤ ਵਧੀਆ ਇਹਦਾ ਇਲਾਜ ਹੈ। ਪਰ ਲੇਟ ਨਾ ਹੋਇਓ। ਮੈਂ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਤੁਹਾਨੂੰ ਦੱਸਦਾ ਹਾਂ ਕਿ ਇਸ ਕੰਮ ਦਾ ਜਿਹੜਾ ਜਾਂ ਸ਼ੁਰੂ ਦੇ ਵਿੱਚ ਹੀ ਪੇਨ ਕਿਲਰ ਵਗੈਰਾ ਲੈਣੀਆਂ ਸ਼ੁਰੂ ਕਰਦੇ ਹੋ, ਆਯੁਰਵੇਦ ਦੇ ਵਿੱਚ ਬਹੁਤ ਵਧੀਆ ਇਹਦਾ ਸਾਰ ਹੈ ਤੇ ਆਯੁਰਵੇਦ ਸਮਾਂ ਲਾਊਗਾ ਪਰ ਉਹਦੇ ਨਾਲ ਤੁਸੀਂ ਜਲਦੀ ਠੀਕ ਹੋ ਸਕਦੇ ਹੋ। ਵੈਦ ਜੀ 15 ਦਿਨਾਂ ਬਾਅਦ ਫੇਰ ਤੁਹਾਡੇ ਨਾਲ ਗੱਲਬਾਤ ਹੋਏਗੀ। ਤੁਹਾਡੇ ਸਮੇਂ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧੰਨਵਾਦ ਜੀ। ਸੁਰਿੰਦਰ ਸਿੰਘ ਦਾਊ ਮਾਜਰਾ ਕਹਿੰਦਾ ਕਈ ਯਾਰ ਮੈਨੂੰ ਇਉਂ ਲੱਗਦਾ ਜਿਵੇਂ ਜਵਾਕ ਬਾਹਰ ਜਿਹੜੇ ਬਾਹਲੇ ਜੰਮੇ ਆ, ਗਰੋ ਅਪ ਹੁੰਦੇ ਆ, ਉਹਨਾਂ ਦਾ ਆਪਣੇ ਵੱਲੋਂ ਹੀ 5-7 ਸਾਲ ਪੰਜਾਬ 'ਚ ਰਹਿਣਾ ਕੰਪਲਸਰੀ ਕਰ ਦਿਓ। ਇਹ ਬਾਹਲੇ ਸਿਸਟਮ ਜੇ ਵਾਲੇ ਬਣਦੇ ਜਾਂਦੇ ਆ, ਧੱਕੜ ਜੇ ਬਣਾਉਣੇ ਚਾਹੀਦੇ ਆ। ਆਪਣੇ ਜਿੰਨੇ ਕੁ ਰਿਸ਼ਤੇਦਾਰ ਬਾਹਰ ਆ ਉਹਨਾਂ ਨੂੰ ਜਦ ਕਦੇ ਫੋਨ ਕਰ ਪੁੱਛਦਾ ਸ਼ੋਰ ਕਿਵੇਂ ਆ, ਕੁੜੀਆਂ ਕਹਿਣਗੀਆਂ ਸ਼ਰਾਰਤੀ ਬਹੁਤ ਆ ਵੀਰ, ਮੂੰਹ ਨਹੀਂ ਘੁਮਾਉਣ ਦਿੰਦਾ, ਜਦੇ ਟੈਬ ਚੱਕ ਲੈਂਦਾ, ਉਂਗਲੀ ਐ ਚੱਲਦੀਆਂ ਰਹੇ ਰੱਬ ਦਾ ਨਾਂ। ਮੈਂ ਸੋਚਦਾ ਵੀ ਜੇ ਆਹ ਸ਼ਰਾਰਤ ਆ ਫਿਰ ਸਾਡੇ ਵਾਲਿਆਂ ਨੂੰ ਤਾਂ ਬਣਵਾਸ ਹੀ ਦੇਣਾ ਪਊ। ਇੱਥੇ ਲੋਹੜੇ ਦਾ ਟਾਟ ਪੈਂਦਾ, ਗਰਮੀਆਂ ਕੁੱਤਿਆਂ ਦੀਆਂ ਜਿਵੇਂ ਜੀਭਾਂ ਡੋਨਲਡ ਟਰੰਪ ਦੀ ਟਾਈ ਵਾਂਗੂ ਬਾਹਰ ਜਿਵੇਂ ਲਮਕਦੀਆਂ ਹੁੰਦੀਆਂ, ਤੇ ਸਾਡੇ ਵਾਲੇ ਕਿਸੇ ਦੀ ਮੋਟਰ 'ਤੇ ਜਾਂ ਮਹਾਂਦੇਵ ਵਾਲੇ ਤਲਾਅ 'ਚ ਸਿੱਧੀਆਂ ਛਾਲਾਂ ਮਾਰਦੇ ਨੇ ਧੜਕ ਦੇ ਕੇ। ਪਹਿਲਾਂ ਉੱਥੋਂ ਗੋਡੇ ਛਲਾ ਕੇ ਆਉਂਦਾ ਘਰੇ, ਫੇਰ ਆ ਕੇ ਜੂਤ ਖੜਕਦਾ।
ਸ਼ਿਵਤੇਜ ਨੂੰ ਕੇਸੀ ਨਿਭਾਉਣ ਲੱਗੀ ਹੋਈ ਸਰਦਾਰਨੀ ਰਾਜਦੀਪ ਬੱਖੀ ਤੇ ਹੱਥ ਰਾਏ ਨੇ ਲੇਰ ਮਾਰੀ। ਜਦ ਦੱਸਿਆ ਕਹਿੰਦਾ ਸਾਈਕਲ ਤੋਂ ਡਿੱਗ ਪਿਆ ਤੇ ਹੈਂਡਲ ਲੱਗਿਆ, ਨਾਲੇ ਤਾਂ ਨਿਭਾਇਆ ਨਾਲੇ ਝਾਵੇਂ ਫੇਰੇ 6-7। ਜਿਹੜਾ ਬਾਹਰ ਲਿਆ ਉਹ ਦੇਖ ਲਾ, ਇਹਨੂੰ ਵਾਇਲੈਂਸ ਕਹਿੰਦੇ ਆ। ਆਖੇ ਰਾਈਟ ਨਹੀਂ ਹੈਗਾ ਜਵਾਕ ਕੁੱਟਣ ਦੇ, ਜਿੱਦਾਂ ਮੈਂ ਨਹੀਂ ਮੰਗਦੀ ਵੀ ਜਵਾਕ ਮੇਰਾ ਕੁੱਟਿਆ ਜਾਵੇ, ਵਾਇਲੈਂਸ ਆ ਇਹ। ਆਹ ਕਾਹਦੀ ਵਾਇਲੈਂਸ ਹੈ? ਸਾਡੀ ਜਨਤਾ ਨੇ ਆਪਣੇ ਤਾਂ ਦੈਂਗੜ ਨਹੀਂ ਹੁੰਦੇ ਨੇ, ਗੁਆਂਢੀਆਂ ਦੇ ਵੀ ਦੈਂਗੜਦੇ ਆ ਕਈ ਵਾਰ। ਮੈਨੂੰ ਲੱਗਦਾ ਹੁੰਦਾ ਹੈ ਵੀ ਬਾਹਰ ਜੰਮਿਆਂ ਦੇ ਜੇ ਮਾੜਾ ਮੋਟਾ ਧੱਕੜ ਪੁਣੇ ਵਾਲਾ ਕੱਖ ਕੰਡਾ ਹੈਗਾ, ਇੱਧਰੋਂ ਬੇਬੇ ਬਾਪੂ ਜਿਹੜੇ ਟ੍ਰੇਨਿੰਗ ਕਰਾਉਂਦੇ ਆ ਉਹਨਾਂ ਕਰਕੇ ਆ, ਉਹਦੇ ਕਰਕੇ ਹੀ ਕਹਿ ਕੇ ਵੀ ਦਿੰਦੇ ਆ ਅਸੀਂ ਜੱਟ ਐ, ਯੂ ਨੋ ਮੈਨ, ਜੱਟ ਡਰਦਾ ਨਹੀਂ ਕਿਸ ਤੋਂ। ਨਿਆਣੇ ਵਾਲੀ ਦੇ ਕਹਿਣ ਨੂੰ ਆਖੇ ਭੈਣ ਐਡੇ ਬੂਝੜ ਹੈ ਕਿ ਸਿਸਟਮ ਤੋਂ ਜਮਾਂ ਬਾਹਰ ਨਹੀਂ ਜਾਂਦੇ। ਜੇ ਕਿਤੇ ਟਰੂਡੋ ਸਵੇਰੇ ਕਹਿ ਦੇਵੇ ਵੀ ਅੱਜ ਸਾਰਾ ਦਿਨ ਸ਼ਰਲਾ ਨਹੀਂ ਗਜਾਉਣਾ, ਜਾ ਮੁੜ ਕੇ ਵਾਸ਼ਰੂਮ ਨੂੰ ਚਲੇ ਜਾਣ। ਮੈਂ ਕਿਹਾ ਫਿਰ ਤਾਂ ਪਾਈ ਖੜਿਆ ਟਰੈਕਟਰਾਂ ਮਗਰ ਬੈਰੀਕੇਡ, ਮਰਜ਼ੀ ਤੁਹਾਡੀ ਆ। ਪਰ ਮੈਂ ਕਹਿਣਾ ਨਾ ਤਾਂ ਆਪਾਂ ਬਾਹਲੀ ਪ੍ਰਾਈਵੇਸੀ ਵਾਲੀ ਪੀਪਣੀ ਚੱਕੀ ਫਿਰੀਏ, ਨਾ ਇਹਨਾਂ ਨੂੰ ਬਾਹਲੇ ਡਿਸਪਲਿਨ ਜੇ ਹੋਣ ਦੇਵੋ, ਇੰਨੇ ਲਿਬਰਲ ਨਾ ਹੋ ਜਾਣ ਕਿਤੇ ਦਰਾਂ ਦੇ ਮੂਹਰ ਦੀ ਤੁਹਾਡੇ ਘਰ ਦੇ ਲੰਘਿਆ ਕਹਿੰਦੇ ਇਹ ਮੇਰੇ ਡੈਡ ਦਾ ਘਰ ਆ, ਮੇਰਾ ਅੱਗੇ ਆ, ਸਮ ਟਾਈਮ ਵਿਜ਼ਿਟ ਕਰ ਲੈਣਾ। ਇਹੋ ਜਿਹੀ ਵੀ ਕਹਾਣੀ ਹੋ ਸਕਦੀ ਹੈ। ਗੱਲ ਹੋਰ ਆ ਗਈ ਮਗਜ਼ 'ਚ, ਜੇ ਆਪਣੇ ਇੱਧਰ ਜਵਾਕ ਮਾਂ ਬਾਪ ਤੋਂ ਅੱਡ ਹੋ ਜਾਏ, ਜਨਤਾ ਕੋਲ ਬੇਦਖਲ ਕਰਤਾ। ਬਾਹਰ ਜੇ ਜਵਾਕ ਨਾ ਅੱਡ ਹੋਵੇ, ਗੋਰੇ ਡਾਕਟਰ ਕਹਿੰਦੇ ਨੇ ਇਹਦੇ 'ਚ ਕੋਈ ਮੁਸ਼ਕਲ ਹੈ, ਮੈਚਿਓਰ ਲੱਗਦਾ ਹਾਲੇ। ਕੁੱਲ ਮਿਲਾ ਕੇ ਲੱਗਦਾ ਕਿ ਆਉਣ ਵਾਲੀ ਜਨਰੇਸ਼ਨ ਵਿਹੜੇ 'ਚ ਸੋਟੀ ਚੱਕੀ ਬੈਠੇ ਬਾਬੇ ਵੱਲੋਂ ਬੋਲੇ ਗਿੱਟੇ ਭਾਂਦੂ ਕੁੱਤੇ ਦੇ ਹੱਡ ਦੇ ਵਰਗੇ ਸ਼ਬਦਾਂ ਤੋਂ ਸੱਖਣੀ ਰਹੋ, ਇਉਂ ਕਹਿੰਦਾ। ਲਓ ਜੀ ਹੁਣ ਗੱਲਾਂ ਬਾਤਾਂ ਕਰਾਂਗੇ ਐਵੀ ਗਿੱਲ ਦੇ ਨਾਲ। ਪਹਿਲੀ ਪੀੜ੍ਹੀ ਨੇ ਆ ਕੇ ਬੜਾ ਕੰਮ ਕੀਤਾ ਇਹਨਾਂ ਦੇਸ਼ਾਂ 'ਚ, ਜਿਹੜੀ ਕੋਈ ਵੀ ਪਹਿਲੀ ਪੀੜ੍ਹੀ ਹੈ ਉਹਨਾਂ ਨੇ ਕੰਮ ਕੀਤਾ। ਪਰ ਉਸ ਪੀੜ੍ਹੀ ਦੇ ਨਾਲ ਜੇ ਅਗਲੀ ਜਿਹੜੀ ਪੀੜ੍ਹੀ, ਜਿਹੜੀ ਸਾਡੇ ਇੱਥੇ ਦੇ ਜੰਮਪਲ ਅਗਲੀ ਪੀੜ੍ਹੀ ਹੈ, ਜੇ ਉਹ ਘਰ ਦੇ ਉਸ ਬਿਜ਼ਨਸ ਦੇ ਵਿੱਚ ਨਾਲ ਆ ਜਾਣ, ਫਿਰ ਬਿਜ਼ਨਸ ਉਹ ਕੰਮ ਬਹੁਤ ਤਰੱਕੀਆਂ 'ਤੇ ਜਾਂਦਾ ਹੈ। ਅੱਜ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ, ਸਾਰੇ ਤੁਸੀਂ ਆਪਾਂ ਬੇਸਿਕਲੀ ਜਾਣਦੇ ਹੀ ਹਾਂ ਬਾਈ ਜੀ ਕਰਮੇ, ਉਹਨਾਂ ਨੂੰ ਛੋਟੇ ਨਾਂ ਕਰਕੇ ਉਹਨਾਂ ਨੂੰ ਕਰਮਾ ਗਿੱਲ ਕਹਿੰਦੇ ਨੇ, ਢੁੱਡੀਕਿਆਂ ਤੋਂ। ਅਤੇ ਉਹਨਾਂ ਨੇ ਫਾਰਮਿੰਗ ਕਲੋਨੇ ਰਹੇ ਨੇ ਉਹ ਪਹਿਲਾਂ ਦੇ, ਅਤੇ ਸਾਡੇ ਨਿੱਘੇ ਮਿੱਤਰ ਨੇ। ਬਹੁਤ ਵਾਰ ਗਏ ਹਾਂ ਅਸੀਂ, ਮੋਟਰਸਾਈਕਲ ਰਹਿ ਕੇ ਬਾਈ ਕੋਲ ਰਹਿ ਕੇ ਵੀ ਆਏ ਹਾਂ। ਜਦ ਉਹਨਾਂ ਨੇ ਸਰੀ ਆਉਣਾ, ਮਿਲਣ ਵੀ ਆਉਣਾ। ਅਤੇ ਸਾਰੀ ਓਕਨਾਗਨ ਵੈਲੀ ਦੇ ਵਿੱਚ ਦੋਸਤ ਨੇ, ਅਸੋਏ ਸੋਲੇਵਰ ਤੋਂ ਲੈ ਕੇ ਸਾਰੀ ਸਟਰੈਚ ਤੱਕ, ਸਮਰਲੈਂਡ, ਪੈਂਟਿੰਗਟਨ ਦੇ ਵਿੱਚ, ਕਲੋਨੇ 'ਚ ਜਦ ਜਾਈਦਾ ਹੈ, ਬਹੁਤ ਘਰਾਂ ਦੇ ਪ੍ਰਾਹੁਣੇ ਬਣ ਜਾਈਦਾ ਅਤੇ ਫਿਰ ਤੁਰੇ ਫਿਰੀਦਾ। ਅੱਜ ਜਿਹੜੀ ਮੈਂ ਖੁਸ਼ੀ ਦੀ ਗੱਲ ਕਰਨੀ ਚਾਹੁੰਦਾ ਹੈ, ਬਾਈ ਜੀ ਹੁਣੀ ਵੱਡੀ ਫਾਰਮਿੰਗ ਕਰਦੇ ਆ ਕਲੋਨੇ, ਅਤੇ ਉਸ ਤੋਂ ਅੱਗੇ ਜਿਹੜਾ ਨੈਕਸਟ ਉਹਨਾਂ ਨੇ ਲੈਵਲ 'ਤੇ ਬਿਜ਼ਨਸ ਨੂੰ ਲੈ ਕੇ ਗਏ, ਉਹਨਾਂ ਦੇ ਪੁੱਤਰ ਐਵੀ ਗਿੱਲ ਹੋਣੀ, ਜਿਨ੍ਹਾਂ ਨੇ ਫਾਰਮੇਸੀ UBC ਦੇ ਵਿੱਚ ਫਾਰਮਾਸਿਸਟ ਨੇ। ਉਹਨਾਂ ਦੀ ਜੀਵਨ ਸਾਥਣ ਨੈਵੀ ਗਿੱਲ, ਕੁੜੀ ਜਿਹੜੀ ਮਾਈਨਿੰਗ ਦੇ ਵਿੱਚ ਇੰਜੀਨੀਅਰਿੰਗ ਕੀਤੀ ਬਟਾਲੇ ਤੋਂ। ਅਤੇ ਇਹ ਮਜੈਲ ਕੁੜੀ ਛੋਟੀ ਉਮਰ 'ਚ ਆ ਗਈ, ਬੋਲੀ ਤਾਂ ਹੁਣ ਸਰੀ ਵਾਲੀ ਹੋ ਗਈ, ਨਹੀਂ ਤਾਂ ਮਜੈਲ ਜ਼ਿਆਦਾ ਬੋਲਦੇ ਬੜੇ ਸੋਹਣੇ ਲੱਗਦੇ ਮੈਨੂੰ। ਅਤੇ ਇੱਥੇ ਆ ਕੇ ਜਿਹੜਾ ਹੁਣ ਨੈਕਸਟ ਲੈਵਲ 'ਤੇ ਇਸ ਪਰਿਵਾਰ ਨੇ ਕੀਤਾ, ਗਿੱਲ ਪਰਿਵਾਰ ਨੇ ਇੱਕ ਸੋਡਾ ਸ਼ੁਰੂ ਕੀਤਾ, ਇੱਕ ਨਵੀਂ ਇਨੋਵੇਸ਼ਨ ਮੈਂ ਉਹਨੂੰ ਸਮਝਦਾ। ਸੋਡਾ ਦਾ ਜਦ ਨਾਂ ਲੈਂਦੇ ਆਪਾਂ, ਉਹ ਕਹਿੰਦੇ ਵੀ ਸੋਡਾ ਤਾਂ ਚਲੋ ਸਕੌਚ ਕੋਈ ਪੀਂਦਾ ਹੈ, ਜੇ ਢਿੱਡ ਦੁਖੇ ਤਾਂ ਸੋਡਾ ਲੂਣ ਪਾ ਕੇ ਪੀ ਲੈਂਦੇ ਨੇ, ਪਰ ਇਹਨਾਂ ਨੇ ਫਰੂਟ ਸੋਡਾ ਸ਼ੁਰੂ ਕੀਤਾ। ਐਵੀ ਗਿੱਲ ਦੀ ਇਹ ਮਤਲਬ ਨੈਕਸਟ ਲੈਵਲ ਦੀ ਫਾਰਮਿੰਗ ਆ। ਫਾਰਮਿੰਗ ਤਾਂ ਪਹਿਲਾਂ ਚੱਲੀ ਜਾਂਦੀ ਹੈ। ਕਰਮੇ ਉਹਨਾਂ ਦੇ ਨਾਲ ਭੈਣ ਜੀ, ਕੁੱਕੂ ਉਹਨਾਂ ਦਾ ਛੋਟਾ ਨਾਂ ਹੈ, ਦੋਨਾਂ ਨੇ ਰਲ ਕੇ ਵਧੀਆ ਬਹੁਤ ਸੋਹਣੀ ਜਗ੍ਹਾ ਘਰ ਬਣਾਇਆ, ਬਹੁਤ ਵਧੀਆ ਫਾਰਮਿੰਗ ਹੈ। ਇਕੁਇਪਮੈਂਟ, ਬਾਰਨ, ਟਰੈਕਟਰ 12-14 ਖੜ੍ਹੇ ਨੇ, ਪ੍ਰੋਫੈਸ਼ਨਲ ਜਿਹੜੀ ਫਾਰਮਿੰਗ ਆ ਅਸੀਂ ਵੇਖ ਕੇ ਆਏ ਹਾਂ। ਅਤੇ ਹੁਣ ਇਹਨਾਂ ਬੱਚਿਆਂ ਨੇ ਜਿਹੜਾ ਨੈਕਸਟ ਲੈਵਲ 'ਤੇ ਸੋਡਾ ਸ਼ੁਰੂ ਕੀਤਾ ਹੈ, ਉਹ ਸੋਡੇ ਦੀਆਂ ਬੜੀਆਂ ਧੁੰਮਾਂ ਪੈ ਰਹੀਆਂ। ਉਹ ਫਰੂਟ ਸੋਡਾ ਇੱਥੇ ਦੀ ਪੀੜ੍ਹੀ ਬਹੁਤ ਪਸੰਦ ਕਰ ਰਹੀ ਆ। ਲਾਈਟ ਹੈ, ਕ੍ਰਿਸਪ ਹੈ, ਅਲੱਗ-ਅਲੱਗ ਉਹਦਾ ਟੇਸਟ ਹੈ। ਸੋ ਐਵੀ ਗਿੱਲ ਅਤੇ ਵਿਨੀ ਗਿੱਲ ਦੋਨੇ ਹੀ ਮੇਰੇ ਨਾਲ ਨੇ, ਗੱਲਬਾਤ ਕਰਨਗੇ ਅੱਜ ਕਿ ਕਿੱਥੋਂ ਇਹ ਫਾਰਮਾਸਿਸਟ ਤੋਂ ਮੁੰਡਾ ਨੌਜਵਾਨ ਅਤੇ ਜੋੜੀ ਜਿਹੜੀ ਪੜ੍ਹਦੇ ਇਕੱਠੇ ਹੋ ਗਏ, ਵਿਆਹ ਕਰਾ ਲਿਆ। ਅਤੇ ਇਹੀ ਸਾਡੇ ਸ਼ੌਕ ਨੇ, ਇਹੀ ਸਾਡਾ ਵੀ ਸਾਡੀ ਪੀੜ੍ਹੀ ਅਗਲੀ ਸ਼ੁਰੂ ਹੋਵੇ ਸਾਡੇ ਹੁੰਦੇ ਹੁੰਦੇ। ਐਵੀ ਗਿੱਲ ਦੇ ਨਾਲ ਵੀ ਗੱਲ ਕਰਦੇ ਹਾਂ ਅਤੇ ਵਿਨੀ ਨਾਲ ਵੀ ਗੱਲ ਕਰਦੇ ਹਾਂ, ਅਤੇ ਕਿਵੇਂ ਇਹਨਾਂ ਦੀ ਇਨੋਵੇਸ਼ਨ ਅਤੇ ਕਿਸ ਤਰ੍ਹਾਂ ਬਿਜ਼ਨਸ ਜਾ ਰਿਹਾ। ਵੀ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨੇੜੇ ਹੋ ਜਾ ਪੁੱਤਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਿਨੀ ਤੁਹਾਡਾ ਵੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਤੇ ਇਹ ਵੀ ਤੁਹਾਡੇ ਨਾਲ ਸ਼ੁਰੂ 'ਚ ਮੈਂ ਗੱਲ ਕਰਦਾ, ਫਿਰ ਬਿੰਨੀ ਨਾਲ ਕਰਦਾ। ਹਾਂਜੀ। ਇਹ ਫਾਰਮਾਸਿਸਟ ਬਣਦੇ ਮੈਨੂੰ ਪਤਾ, ਜਾਂ ਤੁਸੀਂ ਫਾਈਨਲ ਈਅਰ ਸੀ ਜਾਂ ਤੁਹਾਨੂੰ ਮਿਲਣ ਡੈਡ ਤੁਹਾਡੇ ਆਉਂਦੇ, ਅਸੀਂ ਵੀ ਮਿਲਦੇ, ਮਨ 'ਚ ਸੀ ਵੀ ਜਾਂ ਤਾਂ ਫਾਰਮੇਸੀਆਂ ਬਹੁਤ ਖੋਲ੍ਹੀਆਂ ਜਾਣ, ਬਿਜ਼ਨਸ ਕਰਨਾ। ਪਰ ਇਹ ਸੋਡੇ ਵਾਲਾ ਕਨਸੈਪਟ ਕਿਵੇਂ ਆਇਆ, ਕਿੱਥੋਂ ਦਿਮਾਗ 'ਚ ਗੱਲ ਆਈ ਹੈ? ਸੋ ਵੀ ਜਿਵੇਂ ਮੈਨੂੰ ਬੜਾ ਟਾਈਮ ਨਹੀਂ ਮਿਲਿਆ ਪ੍ਰੈਕਟਿਸ ਕਰਨ ਲਈ ਫਾਰਮੇਸੀ। ਹਾਂ। ਪਰ ਮਮ ਡੈਡ ਆਲਵੇਜ਼ ਕਹਿੰਦੇ ਸੀ ਵੀ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਤੇ ਜਦੋਂ ਅਸੀਂ ਫਾਰਮੇਸੀ ਮੈਂ ਫਿਨਿਸ਼ ਕੀਤੀ, ਮੈਂ ਕਲੋਨੇ, ਮੇਰਾ ਆਲਵੇਜ਼ ਆਈ ਸੀਗਾ ਵੀ ਮੈਂ ਬੈਕ ਜਾਵਾਂ ਕਲੋਨੇ। ਤੇ ਉਦੋਂ ਇੱਕ ਦਿਨ ਡੈਡ ਕਹਿੰਦਾ ਸੀ ਮੈਨੂੰ ਵੀ ਹੁਣ ਵਿਆਹ ਵੀ ਹੋ ਗਿਆ ਤੇ ਮੈਂ ਰਿਟਾਇਰਮੈਂਟ ਦਾ, ਜੇ ਮੈਂ ਰਿਟਾਇਰ ਹੋਵਾਂ ਅਸੀਂ ਕੀ ਕਰੀਏ, ਔਰਚਰਡ ਦਾ ਕੀ ਫਿਊਚਰ ਪਲਾਨ ਆ। ਤੇ ਅਸੀਂ ਉਦੋਂ ਡਿਸਕਸ ਕੀਤਾ ਸੀ ਵੀ ਮੈਂ ਕਿਹਾ ਸੀ ਡੈਡ ਓਨੈਸਟਲੀ ਫਾਰਮਿੰਗ ਤਾਂ ਬਹੁਤ ਔਖੀ ਆ ਤੇ ਜਿਵੇਂ ਤੁਸੀਂ ਹਾਰਡ ਵਰਕ ਕਰਕੇ ਫਾਰਮਿੰਗ ਕੀਤੀ ਆ ਉਵੇਂ ਤਾਂ ਸਾਥੋਂ ਹੋਣੀ ਨਹੀਂ। ਪਰ ਫਿਰ ਅਸੀਂ ਡਿਸਾਈਡ ਕਰ ਲਿਆ, ਡੈਡ ਦੀ ਵਿਜ਼ਨ ਸੀਗੀ ਵੀ ਆਪਾਂ ਜੂਸ ਬਣਾਉਣ ਲੱਗੇ, ਰਾਈਟ। ਜੂਸ ਦਾ ਏਡੀ ਵੱਡੀ ਪਲਾਨ ਨਹੀਂ ਸੀ ਵੀ ਕੈਨਾਂ 'ਚ ਪਾਉਣਾ, ਕਾਰਬੋਨੇਟ ਕਰਨਾ, ਉਹ ਤਾਂ ਨਾਲ ਦੀ ਨਾਲ ਪਲਾਨ ਬਣੀ ਗਈ ਗਾਂ ਦੀ ਗਾਂ। ਪਰ ਮੋਸਟਲੀ ਤਾਂ ਐਂ ਸੀਗਾ ਵੀ ਅਸੀਂ ਜੂਸ ਬਣਾ ਕੇ ਫਾਰਮਰਸ ਮਾਰਕੀਟ 'ਤੇ ਵੇਚ ਸਕਦੇ ਹਾਂ ਜਾਂ ਫਰੂਟ ਸਟੈਂਡ 'ਤੇ। ਠੀਕ। ਤੇ ਵਨ ਸਟੈਪ ਲੈਡ ਟੂ ਅਨਦਰ ਸਟੈਪ। ਓਕੇ। ਸੋ ਵਿਨੀ, ਤੁਸੀਂ ਇਹਦੇ ਵਿੱਚ ਇਹ ਵੈਂਚਰ ਦੇ ਵਿੱਚ ਤੁਹਾਡਾ ਹੀ ਯੋਗਦਾਨ, ਜਾਂ ਤੁਸੀਂ ਮਿਲੇ, ਤੁਹਾਡਾ ਫਾਰਮਿੰਗ ਵੱਲ ਝੁਕਾਅ ਤੇ ਕਲੋਨੇ ਦੀ ਇੱਕ ਲਿਵਿੰਗ ਬੜੀ ਅਲੱਗ ਹੈ। ਤੁਸੀਂ ਕਿਵੇਂ ਇਸ ਬਿਜ਼ਨਸ ਦੇ ਵਿੱਚ ਸੋਚਿਆ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ? ਤੁਹਾਡੀ ਜਿਹੜੀ ਇਹਦੇ ਵਿੱਚ ਇਨਵੋਲਵਮੈਂਟ ਉਹ ਕਿਸ ਤਰ੍ਹਾਂ ਸ਼ੁਰੂ ਹੋਈ? ਹਾਂਜੀ, ਸੋ ਸਾਡੀ ਬੈਕਗਰਾਊਂਡ ਉੱਦਾਂ ਇੰਡੀਆ ਵੀ ਫਾਰਮਿੰਗ ਹੈ ਨਾ, ਅਸੀਂ ਮੋਸਟਲੀ ਫੈਮਲੀਜ਼ ਤਾਂ ਖੇਤਾਂ 'ਚੋਂ ਹੀ ਆਏ ਆ, ਹੈ ਨਾ। ਸੋ ਇੱਕ ਤਾਂ ਉਹ ਅਟੈਚਮੈਂਟ ਹੁੰਦੀ ਆ। ਤੇ ਅਸੀਂ ਜਦੋਂ ਵਿਆਹ ਕੀਤਾ ਉਦੋਂ ਇਹੀ ਸੋਚਦੇ ਸੀਗੇ ਕਿ ਅਸੀਂ ਵੈਂਕੂਵਰ ਰਹੀਏ, ਕਿਉਂਕਿ ਅਸੀਂ ਮਿਲੇ ਤਾਂ ਇੱਥੇ ਹੀ ਸੀਗੇ, ਹੈ ਨਾ। ਮੇਰੀ ਜੌਬ ਇੱਥੇ ਸੀ, ਇਹਦੀ ਜੌਬ ਇੱਥੇ ਸੀਗੀ। ਪਰ ਫਿਰ ਅਸੀਂ ਸੋਚਦੇ ਸੀ, ਜਿਵੇਂ ਤੁਸੀਂ ਕਹਿੰਦੇ ਆ, ਹੈ ਨਾ, ਕਿ ਜਿਹੜੀ ਪਿਛਲੀ ਪੀੜ੍ਹੀ ਨੇ ਇੰਨਾ ਕੰਮ ਕਰਕੇ ਜਿਹੜਾ ਬਿਜ਼ਨਸ ਐਸਟੈਬਲਿਸ਼ ਕੀਤਾ, ਜੇ ਅਸੀਂ ਨਹੀਂ ਜਾਂਦੇ ਵਾਪਸ ਤਾਂ ਮੈਨੂੰ ਇਹ ਲੱਗਦਾ ਸੀ ਕਿ ਉਹ ਵੇਸਟ ਜਾਂਦਾ, ਹੈ ਨਾ। ਸੋ ਅਸੀਂ ਇਹ ਗੱਲ ਕਰਦੇ ਸੀ ਕਿ ਸਾਡੀਆਂ ਜੌਬਸ ਤਾਂ ਆਲਵੇਜ਼ ਹੈਗੀਆਂ, ਹੈ ਨਾ, ਜਦ ਮਰਜ਼ੀ ਕਰ। ਹਾਂਜੀ, ਜੇ ਅਸੀਂ ਛੱਡੀ ਵੀ ਉਹ ਮਿਲ ਜਾਂਦੀ ਆ, ਅਸੀਂ ਇੱਕ ਵਾਰੀ ਜਾ ਕੇ ਟਰਾਈ ਕਰੀਏ। ਫਿਰ ਜੇ ਅਸੀਂ ਸੋ ਅਸੀਂ ਇਹ ਸੋਚਦੇ ਸੀ ਜੇ ਅਸੀਂ ਫਾਰਮਿੰਗ ਕਰਦੇ ਹਾਂ, ਉਹ ਤਾਂ ਡੈਡ ਆਲਰੇਡੀ ਕਰੀ ਜਾਂਦੇ ਆ, ਅਸੀਂ ਉਹਦੇ 'ਚ ਕੀ ਵਾਧਾ ਕਰ ਸਕਦੇ ਹਾਂ, ਹੈ ਨਾ। ਸੋ ਅਸੀਂ ਚਾਹੁੰਦੇ ਸੀ ਅਸੀਂ ਕੁਛ ਇੱਦਾਂ ਦੀ ਚੀਜ਼ ਕਰੀਏ ਜਿਹੜੀ ਡੈਡ ਆਪਣੇ ਆਪ ਨਹੀਂ ਕਰ ਸਕਦਾ, ਅਸੀਂ ਕੁਛ ਐਡ ਕਰੀਏ ਉਹਦੇ 'ਚ, ਹੈ ਨਾ। ਸੋ ਜੇ ਅਸੀਂ ਉਸੇ ਫਾਰਮਿੰਗ 'ਚ ਪੈ ਜਾਂਦੇ, ਟਰੈਕਟਰ 'ਚ ਚੜ੍ਹ ਜਾਂਦੇ, ਜਿਵੇਂ ਅਵੀ ਕਰਦਾ ਹੁੰਦਾ ਸੀ ਸਮਝ, ਹੈ ਨਾ, ਫਿਰ ਸਾਨੂੰ ਲੱਗਦਾ ਸੀ ਕਿ ਅਸੀਂ ਕੁਛ ਐਡ ਨਹੀਂ ਕਰਦੇ। ਸੋ ਜਦੋਂ ਇਹ ਆਈਡੀਆ ਆਇਆ, ਡੈਡ ਕਹਿੰਦੇ ਮੈਂ 5 ਸਾਲਾਂ ਨੂੰ ਰਿਟਾਇਰ ਹੋ ਜਾਣਾ, ਜਾਂ ਮੈਂ ਫਾਰਮ ਵੇਚ ਦੇਣੇ, ਜਾਂ ਤੁਸੀਂ ਕੁਛ ਸੋਚ ਲਓ। ਬਹੁਤ ਔਖਾ। ਹਾਂਜੀ। ਸੋ ਉਦੋਂ ਫਿਰ ਅਸੀਂ ਇਹ ਸੋਚਦੇ ਸੀ ਕਿ ਅਸੀਂ ਕੀ ਕਰੀਏ। ਸੋ ਜੂਸ ਤਾਂ ਉੱਦਾਂ ਤਾਂ ਕਾਮਨ ਹੈਗਾ, ਹੈ ਨਾ, ਫਰੂਟ ਤੋਂ ਅਗਲਾ ਜੂਸ ਕੱਢ ਦੋ। ਉਦੋਂ ਅੱਗੇ ਜਦੋਂ ਅਸੀਂ ਰਿਸਰਚ ਕਰਦੇ ਸੀ ਕਿ ਹੋਰ ਕੀ ਕੱਢ ਸਕਦੇ ਹਾਂ, ਉਦੋਂ ਇਨੋਵੇਸ਼ਨ ਵਾਲਾ ਕੰਮ ਬਣਿਆ, ਹੈ ਨਾ, ਕਿ ਫਰੂਟ ਤਾਂ ਜੂਸ ਤਾਂ ਕੱਢ ਲਿਆ, ਹੁਣ ਨੈਕਸਟ ਸਟੈਪ। ਸੋ ਰੀਅਲੀ ਕੰਟਰੀਬਿਊਸ਼ਨ ਇਹ ਆ ਕਿ ਅਸੀਂ ਫਿਰ ਡਿਸਾਈਡ ਕੀਤਾ ਇਕੱਠੇ ਕਿ ਅਸੀਂ ਫੈਮਿਲੀ ਓਰੀਐਂਟਡ ਕੰਮ ਕਰਨਾ, ਅਸੀਂ ਪੇਰੈਂਟਸ ਕੋ ਵਾਪਸ ਮੂਵ ਕਰੀਏ, ਅਸੀਂ ਉਹਨਾਂ ਦੇ ਬਿਜ਼ਨਸ ਨੂੰ ਗਾਂਹ ਕਰੀਏ। ਜੇ ਇੱਥੇ ਰਹਿ ਜਾਂਦੇ, ਜੇ ਉਦੋਂ ਡਿਸੀਜਨ ਲੈ ਲੈਂਦੇ ਕਿ ਅਸੀਂ ਵੈਂਕੂਵਰ ਰਹਿਣਾ, ਹੈ ਨਾ, ਫਿਰ ਕੀ ਪਤਾ ਕੀ ਬਣਦਾ, ਮੇਬੀ ਅਸੀਂ 10 ਸਾਲਾਂ ਨੂੰ ਬਿਜ਼ਨਸ ਸਟਾਰਟ ਕਰਦੇ, ਬਟ ਕੀ ਪਤਾ ਲੱਗਦਾ, ਹੈ ਨਾ। ਸੋ ਇਹ ਵੀ ਇਹਦੇ 'ਚ ਫਰੂਟ ਜੂਸ ਦੇ ਨਾਲ ਜਿਹੜਾ ਸੋਡਾ ਜਿਹੜਾ ਸ਼ੁਰੂ ਕੀਤਾ, ਇਹਦਾ ਕਨਸੈਪਟ ਕਿੱਥੋਂ ਸ਼ੁਰੂ ਹੋਇਆ? ਸੋ ਇਹ ਜਿਵੇਂ ਸਾਡੇ ਜਿਹੜੇ ਕੋਰ ਪ੍ਰਿੰਸੀਪਲ ਆ ਕਹਿ ਲਓ ਹੈਗੇ ਆ ਵੀ ਆਪਾਂ ਸ਼ੂਗਰ ਵਿੱਚ ਪਾਉਣੀ ਨਹੀਂ, ਰਾਈਟ। ਤੇ ਇੱਕ ਸਰਵਿੰਗ ਆਫ ਫਰੂਟ ਆ। ਸੋ ਇਹਦਾ ਮਤਲਬ ਆ ਵੀ ਜਦੋਂ ਆਪਾਂ ਪਿਓਰ ਜੂਸ ਬਣਾਉਂਦੇ ਆ, ਜਿਵੇਂ ਹੁਣ ਸਾਡੇ ਸਾਰੇ ਸੋਡੇ ਪਿਓਰ ਜੂਸ ਨਹੀਂ ਗੇ, ਰਾਈਟ। ਜਦੋਂ ਆਪਾਂ ਪਿਓਰ ਜੂਸ ਬਣਾਉਂਦੇ ਆ, ਉਹਦੇ ਜਿੰਨਾ ਫਰੂਟ ਲੱਗਦਾ ਕੈਨ ਭਰਨ ਲਈ ਉਹ ਜ਼ਿਆਦਾ ਹੋ ਜਾਂਦਾ, ਜ਼ਿਆਦਾ ਸ਼ੂਗਰ ਹੋ ਜਾਂਦੀ ਹੈ। ਸੋ ਅਸੀਂ ਰੱਖੀ ਦਾ ਵੀ ਇੱਕ ਸਰਵਿੰਗ ਆਫ ਫਰੂਟ ਪਰ ਕੈਨ, ਜਿਵੇਂ ਕਹਿ ਲਓ ਇੱਕ ਐਪਲ ਜਾਂ ਹੈਂਡਫੁਲ ਆਫ ਚੈਰੀਜ਼ ਜਾਂ ਬੇਰੀਜ਼। ਤੇ ਉੱਥੋਂ ਜਿਵੇਂ ਸ਼ੁਰੂ ਹੋਇਆ, ਡੈਡ ਕੋਲੇ ਆਲਵੇਜ਼ ਵਿਜ਼ਨ ਸੀ, ਜਿਵੇਂ ਡੈਡ ਰਹੇ ਸੀ ਡਾਇਰੈਕਟਰ ਆਪਣੇ ਹਬੀਸੀ ਇੱਕ ਕੋ-ਆਪ ਦੇ, ਰਾਈਟ। ਸੋ ਉਹ ਐਕਸਪੀਰੀਅੰਸ ਆਈ ਥਿੰਕ ਬਹੁਤ ਵੈਲਿਊਬਲ ਹੋਇਆ। ਜਿਵੇਂ ਜਿਹੜੀਆਂ ਚੀਜ਼ਾਂ ਅਸੀਂ ਪਹਿਲਾਂ ਕਰਨ ਦੀ ਟਰਾਈ ਕਰਦੇ ਸੀ ਐਜ਼ ਕਿਡਸ, ਜਿੰਨਾ ਓਪਨਨੈਸ ਮਮ ਡੈਡ ਦਾ ਸੀਗਾ ਵੀ ਟਰਾਈ ਕਰਨ ਨਾਲ ਹੀ ਪਤਾ ਲੱਗੂਗਾ, ਰਾਈਟ। ਇਟ ਵਾਜ਼ ਅਨਬਲੀਵੇਬਲ। ਜੇ ਹੁਣ ਮੈਂ ਬੈਕ ਸੋਚਿਆ, ਰਾਈਟ, ਉਹ ਬਹੁਤ ਕਰੇਜ ਟੇਕ ਕਰਦੀ ਹੈ ਜਿਵੇਂ ਡੈਡ ਕੋਲ ਸੀਗੀ। ਤੇ ਫਿਰ ਅਸੀਂ ਨੈਕਸਟ ਥਿੰਗ ਵੀ ਅਸੀਂ ਕੈਨਿੰਗ ਲਾਈਨ ਆਰਡਰ ਕਰ
ਕਰਤੀ ਰਾਈਟ ਇਹ ਵੀ ਡੈਡ ਦੇ ਇਨਕਰੇਜਮੈਂਟ ਨਾਲ ਰਾਈਟ ਵੀ ਕੈਨਾਂ ਚ ਪਾਉਨੇ ਆਪਾਂ ਜੂਸ ਤੇ ਜਦੋਂ ਕੈਨਾਂ ਚ ਆ ਗਈ ਫਿਰ ਕਾਰਬੋਨੇਸ਼ਨ ਤਾਂ ਨੈਚੁਰਲ ਸੀਗੀ ਤੇ ਇੱਕ ਇਹੋ ਜਿਹਾ ਪੁਆਇੰਟ ਵੀ ਆਉਂਦਾ ਹੁੰਦਾ ਵੀ ਜਿਵੇਂ ਸਾਰੀਆਂ ਮਸ਼ੀਨਾਂ ਆ ਜਾਂਦੀਆਂ ਪਰ ਕੋਈ ਪ੍ਰੋਡਕਟ ਨਹੀਂ ਹਜੇ ਹੁੰਦਾ ਬਿਲਕੁਲ ਇਨਵੈਸਟਮੈਂਟ ਇੰਨੀ ਹੋ ਗਈ ਸ਼ੁਰੂ ਕਰ ਕਰੀਏ ਹਾਂਜੀ ਉਹ ਸਾਰਿਆਂ ਨਾਲੋਂ ਹਾਰਡੈਸਟ ਪੁਆਇੰਟ ਹੁੰਦਾ ਪਰ ਆਈ ਮੀਨ ਬਹੁਤ ਚੈਲੰਜ ਆਏ ਈਜ਼ੀ ਨਹੀਂ ਸੀ ਤੇ ਪਰ ਉਹ ਚੈਲੰਜ ਆਲਵੇਜ਼ ਸਪੋਰਟ ਸੀਗੀ ਅਸੀਂ ਐਜ਼ ਅ ਫੈਮਿਲੀ ਫਿਗਰ ਆਊਟ ਕਰੀ ਗਏ ਤੇ ਫਿਰ ਐਪਲ ਸੋਡਾ ਨਿਕਲਿਆ ਐਂਡ ਦੈਨ ਫਿਰ 2-3 ਹੋਰ ਸੋਡੇ ਕੱਢੇ ਗਏ ਡੂਰਿੰਗ ਕੋਵਿਡ ਤੇ ਐਕਚੁਅਲੀ ਸਾਨੂੰ ਮੋਸਟ ਇਨੋਵੇਟਿਵ ਅਵਾਰਡ ਮਿਲਿਆ ਸੋਬੀਜ਼ ਵਾਲਿਆਂ ਤੋਂ ਫॉर ਵੈਸਟਰਨ ਕੈਨੇਡਾ ਜਦੋਂ ਅਸੀਂ ਦੂਜੇ ਅੱਛਾ ਨਵੀ ਬੇਟਾ ਇਹ ਦੱਸਿਓ ਵੀ ਜਦ ਇਹਨੂੰ ਪਲਾਨ ਕਰ ਰਹੇ ਸੀ ਬਿਜ਼ਨਸ ਪਲਾਨ ਇੱਕ ਤਾਂ ਸਾਡਾ ਬਈ ਆਹ ਲੈ ਲਓ ਬਈ 2 ਟਰੈਕਟਰ ਲੈ ਆਓ ਬਈ 20 ਦੋ ਵੀ 4 ਬੰਦੇ ਲੈ ਆਓ ਜਿਵੇਂ ਡੈਡ ਉਹਨਾਂ ਨੇ ਕੀਤਾ ਜਦ ਉਹ ਬਾਈ ਜੀ ਹੋਣੀ ਖੈਰ ਹੁਣ ਤਾਂ ਕਮਰਸ਼ੀਅਲ ਲੈਵਲ ਤੇ ਬਹੁਤ ਜ਼ਮੀਨ ਆ ਔਰ ਪਹਿਲਾਂ ਜਦ ਸ਼ੁਰੂਆਤ ਤਾਂ ਇਹੀ ਕਰਦੇ ਆ ਨਾਲ ਦਾ ਬਾਣ ਲੈ ਲਾ ਨਾਲ ਦਾ ਲੈ ਲਾ ਤੇ ਇਸ ਤਰ੍ਹਾਂ ਹੀ ਕਰਦੇ ਆ ਜਿਹੜੀ ਬਿਜ਼ਨਸ ਪਲਾਨ ਹੋਈ ਉਹਦੇ ਵਿੱਚ ਸੋਡੇ ਤੋਂ ਬਿਨਾਂ ਕੁਝ ਹੋਰ ਵੀ ਸੋਚਿਆ ਵੀ ਹੋਰ ਕੀ ਕੀਤਾ ਜਾਵੇ ਹਾਂਜੀ ਸੋ ਜਦੋਂ ਇੱਕ ਵਾਰੀ ਅਸੀਂ ਓਰੀਜਨਲੀ ਪਲਾਨ ਬਣਾਉਂਦੇ ਸੀ ਅਸੀਂ ਮਾਰਕੀਟ ਰਿਸਰਚ ਕਰਦੇ ਸੀ ਹੈ ਨਾ ਕਿ ਫਰੂਟ ਸਾਡਾ ਮੇਨ ਸੀਗਾ ਕਿ ਅਸੀਂ ਆਪਣੇ ਔਰਚਰਡ ਤੋਂ ਨੈਕਸਟ ਲੈਵਲ ਕਿਵੇਂ ਲੈ ਕੇ ਜਾਈਏ ਹੈ ਨਾ ਕਿ ਆਪਣਾ ਫਰੂਟ ਕਿਵੇਂ ਯੂਜ਼ ਕਰੀਏ ਸੋ ਅਸੀਂ ਫਰੂਟ ਪ੍ਰੋਡਕਟਸ ਬਹੁਤ ਰਿਸਰਚ ਕੀਤੀ ਅਸੀਂ ਸਟੋਰਾਂ 'ਚ ਜਾ ਕੇ ਕਿੰਨੇ ਪ੍ਰੋਡਕਟ ਲੈ ਕੇ ਬਾਏ ਕਰਦੇ ਸੀ ਸਾਨੂੰ ਕੀ ਚੰਗਾ ਲੱਗਦਾ ਸੀ ਕੀ ਮਾਰਕੀਟ ਗੈਪ ਸੀਗਾ ਸੋ ਸੋਡਾ ਸਾਨੂੰ ਇਹੀ ਲੱਗਿਆ ਜਿਵੇਂ ਇਸ ਵੇਲੇ ਮਾਰਕੀਟ ਤੇ ਹੈ ਨਾ ਕੋਈ ਵੀ ਫਰੈਸ਼ ਫਰੂਟ ਤੋਂ ਬਣੇ ਸੋਡੇ ਹੁਣ ਵੀ ਸਾਨੂੰ ਕੋਈ ਨਹੀਂ ਲੱਭਦਾ ਫਲੇਵਰਡ ਲੱਭਦੇ ਆ ਜਿਵੇਂ ਉਹਨਾਂ ਨੇ ਫਲੇਵਰ ਪਾਏ ਹੁੰਦੇ ਪਰ ਫਰੈਸ਼ ਜੂਸ ਤੋਂ ਬਣੇ ਇਦਾਂ ਦੇ ਲਾਈਟ ਜਿਵੇਂ ਘੱਟ ਖੰਡ ਵਾਲੇ ਹੁਣ ਵੀ ਨਹੀਂ ਲੱਭਦੇ ਹੈ ਨਾ ਸੋ ਸਾਨੂੰ ਮਾਰਕੀਟ ਗੈਪ ਦੱਸਿਆ ਕਿ ਅਸੀਂ ਇਹ ਪ੍ਰੋਡਕਟ ਬਣਾ ਸਕਦੇ ਕਿਉਂਕਿ ਹੋਰ ਕਿਸੇ ਨੇ ਹਜੇ ਬਣਾਇਆ ਨਹੀਂ ਹੈ ਨਾ ਫਿਰ ਅਸੀਂ ਹੋਰ ਚੀਜ਼ਾਂ ਜਿਹੜੀਆਂ ਦੇਖਦੇ ਸੀਗੇ ਅਸੀਂ ਟਰਾਈ ਵੀ ਕੀਤੀਆਂ ਇੱਕ ਵਾਰੀ ਅਸੀਂ ਪੌਪਸਿਕਲ ਕੱਢੀ ਸੀਗੀਆਂ ਲਾਸਟ ਸਮਰ 'ਚ ਠੀਕ ਸੀਗੀਆਂ ਸਵਾਦ ਸੀਗੀਆਂ ਪਰ ਸਾਨੂੰ ਲੱਗਿਆ ਕਿ ਇੰਨਾ ਕੁਝ ਯੂਨੀਕ ਨਹੀਂ ਉਹਦੇ 'ਚ ਸੀਗਾ ਹਜੇ ਸਾਨੂੰ ਹੋਰ ਇਨੋਵੇਟ ਕਰਨ ਦੀ ਲੋੜ ਆ ਅਸੀਂ ਉਦੋਂ ਇਹ ਵੀ ਸੋਚਦੇ ਸੀ ਜਿਵੇਂ ਫਰੂਟ ਲੈਦਰਸ ਹੁੰਦੇ ਨਾ ਜਿਹੜੇ ਸਟ੍ਰਿਪਸ ਹੁੰਦੀਆਂ ਫਰੂਟ ਦੀਆਂ ਉਹਦੇ 'ਚ ਪਾ ਕੇ ਉਹ ਤਾਂ ਕਰਕੇ ਸੋਚਦੇ ਸੀਗੇ ਕਿ ਅਸੀਂ ਚਾਹੁੰਦੇ ਕਿ ਆਪਾਂ ਫਰੂਟ ਪੂਰਾ ਕੰਪਲੀਟਲੀ ਯੂਜ਼ ਕਰੀਏ ਹੈ ਨਾ ਜੇ ਅਸੀਂ ਜੂਸ ਕੱਢ ਲੈਂਦੇ ਹਾਂ ਜਿਹੜਾ ਰਿਮੇਨਿੰਗ ਐਪਲ ਆ ਉਹ ਵੀ ਕਿੰਨਾ ਨਿਊਟ੍ਰੀਸ਼ੀਅਸ ਆ ਉਹ 'ਚ ਫਾਈਬਰ ਆ ਉਹ 'ਚ ਹਜੇ ਵੀ ਨਿਊਟ੍ਰੀਐਂਟਸ ਹੈਗੇ ਆ ਹੈ ਨਾ ਸੋ ਉਹਨੂੰ ਅਸੀਂ ਕਿਵੇਂ ਯੂਜ਼ ਕਰੀਏ ਸੋ ਫਰੂਟ ਲੈਦਰ ਰੀਅਲੀ ਗੁੱਡ ਵੇ ਹੈਗਾ ਉਹਨੂੰ ਇਨਕੋਰਪੋਰੇਟ ਕਰਨ ਦਾ ਸੋ ਸਾਡੇ ਹਜੇ ਵੀ ਪਲਾਨਸ ਹੈਗੇ ਆ ਇਦਾਂ ਦੀਆਂ ਚੀਜ਼ਾਂ ਕਰਨ ਨੂੰ ਪਰ ਜਦੋਂ ਤੁਸੀਂ ਨਵਾਂ ਪ੍ਰੋਡਕਟ ਕੱਢਦੇ ਆ ਹੈ ਨਾ ਉਹਦੇ ਲਈ ਇਕਵਿਪਮੈਂਟ ਜਿਹੜੀ ਆਲ ਡਿਫਰੈਂਟ ਚਾਹੀਦੀ ਹੁੰਦੀ ਆ ਸੋ ਹੁਣ ਅਸੀਂ ਜੂਸਾਂ 'ਚ ਪਏ ਆ ਸਾਨੂੰ ਟੈਂਕ ਅਪਗ੍ਰੇਡ ਕਰਨੇ ਪੈਂਦੇ ਆ ਜੂਸਿੰਗ ਇਕਵਿਪਮੈਂਟ ਹੁਣੀ ਅਸੀਂ ਨਵੀਂ ਬਾਏ ਕੀਤੀ ਆ ਹੈ ਨਾ ਸੋ ਇੱਕ ਪਾਸੇ ਇਨੋਵੇਟ ਕਰਨਾ ਈਜ਼ੀ ਆ ਜੇ ਮੈਂ ਹੁਣ ਕਹਾਂ ਕਿ ਇੱਥੋਂ ਜੰਪ ਕਰਕੇ ਮੈਂ ਦੂਜੇ ਪ੍ਰੋਡਕਟ ਨੂੰ ਬਣਾਵਾਂ ਉਹਦੀ ਇਨਵੈਸਟਮੈਂਟ ਦੁਬਾਰਾ ਤੋਂ ਸਾਰੀ ਲਾਉਣੀ ਪੈਂਦੀ ਆ ਹੈ ਨਾ ਸੋ ਰੀਅਲੀ ਹਾਰਡ ਆ ਪਲਾਨ ਤਾਂ ਬਹੁਤ ਕੁਛ ਹੈਗੇ ਬਿਲਕੁਲ ਪਰ ਇੱਕ ਪਾਸੇ ਜਦੋਂ ਅਸੀਂ ਉਹਨੂੰ ਫਾਰ ਇਨਫ ਲੈ ਕੇ ਜਾਈਏ ਕਿ ਉਹ ਆਪਦੀ ਇਨਵੈਸਟਮੈਂਟ ਫੁੱਲਫਿਲ ਹੋ ਜਾਵੇ ਫਿਰ ਅਸੀਂ ਹੋਰ ਕੁਝ ਕਰ ਸਕਦੇ ਆ ਪਰ ਪਲਾਨ ਤਾਂ ਸਾਡੇ ਕੋਲ ਬਹੁਤ ਹੈਗੇ ਆ ਇਹ ਵੀ ਅੱਛਾ ਪੁੱਤਰ ਇਹ ਹੁਣ ਨਾਂ ਦੇ ਵੇਰੇ ਦੇਖ ਗੋਰਿਆਂ 'ਚ ਵੀ ਕਰਮਾ ਕਹਿੰਦੇ ਨੇ ਸਾਡਾ ਵੀ ਨਾਂ ਕਰਮਾ ਇਹਦਾ ਨਾਂ ਜਿਹਾ ਚੂਜ਼ ਕੀਤਾ ਹੈ ਉਹ ਬੜਾ ਅਟਰੈਕਟਿਵ ਨਾਂ ਹੈ ਹਾਂਜੀ ਨਾਂ ਫਿਰ ਫਾਈਨਲ ਕਿਵੇਂ ਵੀ ਡੈਡ ਦੇ ਨਾਂ ਦੇ ਨਾਲ ਹੀ ਕਰਨਾ ਸਾਰਾ ਕੁਝ ਮਿਕਸ ਹੀ ਕਰਤਾ ਦੋਨੇ ਚੀਜ਼ਾਂ ਸੋ ਦੋਨੇ ਪਾਸੇ ਹੋ ਗਿਆ ਅਸੀਂ ਜੇ ਚੱਕਣਾ ਅਸੀਂ ਕਰਮਾ ਸੋਡਾ ਕਹਿ ਕੇ ਚੱਕ ਲੈਣਾ ਗੋਰਿਆਂ ਨੇ ਕਹਿਣਾ ਕਰਮਾ ਸੋਡਾ ਐਗਜ਼ੈਕਟਲੀ ਸੋ ਡਬਲ ਮੀਨਿੰਗ ਹੋ ਜਾਂਦੀ ਹੈ ਤੇ ਨਾ ਸਿੰਪਲ ਆ ਅਸੀਂ ਕਿਹਾ ਡੈਡ ਨੇ 30 ਸਾਲ ਹੋ ਗਏ ਫਾਰਮਿੰਗ ਕਰਦੇ ਨੂੰ ਸੋ ਫਾਰਮਿੰਗ ਕਰਮਾ ਨਾ ਰੱਖਤਾ ਤੇ ਆਈ ਥਿੰਕ ਉਹਦਾ ਜਿਹੜਾ ਡਬਲ ਮੀਨਿੰਗ ਆ ਜਿਵੇਂ ਸਾਡੇ ਜਿਹੜੇ ਕੇਅਰ ਇਨੀਸ਼ੀਏਟਿਵ ਹੁੰਦੇ ਆ ਵੀ ਜਿਵੇਂ ਕਮਿਊਨਿਟੀ ਨੂੰ ਬੈਕ ਦੇਣਾ ਗੁੱਡ ਕਾਰਮਾ ਅਸੀਂ ਉਸ ਤੇ ਵੀ ਅਸੀਂ ਬਹੁਤ ਐਮਫੈਸਿਸ ਪਾਉਂਦੇ ਆ ਯੂ نو ਡੋਨੇਸ਼ਨ ਵਾਈਜ਼ ਜਿਵੇਂ ਵੀ ਹਜੇ ਤੱਕ ਸਾਡਾ ਜਿਵੇਂ ਅਸੀਂ ਹੁਣ ਸਟਾਰਟਅਪ ਫੇਸ ਤੋਂ ਬਾਹਰ ਆਉਂਦੇ ਆ ਸੋ ਹੁਣ ਜਦੋਂ ਸਾਡਾ ਯੂ نو ਸਟਾਫ ਵੱਧਦਾ ਅਸੀਂ ਜ਼ਿਆਦਾ ਫੋਕਸ ਦਿਆ ਕਰਾਂਗੇ ਵੀ ਜਿਵੇਂ ਉਸ ਮਾਰਕੀਟਿੰਗ ਪਾਰਟ ਦਾ ਵੀ ਕਿਵੇਂ ਅਸੀਂ ਕਮਿਊਨਿਟੀ ਦੀ ਹੈਲਪ ਕਰ ਸਕਦੇ ਹਾਂ ਪਰ wherever we can ਅਸੀਂ ਪੂਰਾ ਟਰਾਈ ਕਰਦੇ ਤੇ ਉਵੇਂ ਗੁੱਡ ਕਾਰਮਾ ਦਾ ਨਾਮ ਬਣ ਜਾਂਦਾ ਅੱਛਾ ਨਵੀਰ ਹੁਣ ਲਾਈਨ ਆਫ ਐਕਸ਼ਨ ਫਰੂਟ ਤੋਂ ਲੈ ਕੇ ਸੋਡੇ ਤੱਕ ਦੀ ਜਿਹੜੀ ਲਾਈਨ ਕਿਉਂਕਿ ਯੂ ਆਰ ਡੀਪਲੀ ਇਨਵੋਲਵ ਹੁਣ ਉਹਦੇ ਬਾਰੇ ਸਮਝਾਓ ਭਈ ਉਹ ਸਿਸਟਮ ਇਕਵਿਪਮੈਂਟ ਬਣਦਾ ਕਿਵੇਂ ਹੈ
ਹਾਂਜੀ ਸੋ ਡੈਡ ਫਾਰਮਿੰਗ ਦਾ ਕੰਮ ਕਰਦੇ ਹੈ ਨਾ, ਉਹਦਾ ਜਿਹੜੀਆਂ ਸਪਰੇਆਂ ਕਰਨ ਵਾਲਾ ਕੰਮ ਉਹ ਨਹੀਂ ਉਹਨਾਂ ਸਾਨੂੰ ਦਾ ਪਤਾ। ਕੰਮ, ਹਾਂ, ਹਾਂਜੀ ਸਾਨੂੰ ਇਹ ਪਤਾ ਕਿ ਜਦੋਂ ਬਿਨ ਚ ਫਰੂਟ ਆ ਜਾਂਦਾ ਆ ਗਿਆ ਉਹਦਾ ਕੀ ਕਰਨਾ। ਉੱਥੋਂ ਅੱਗੇ ਹਾਂਜੀ ਸੋ ਡੈਡ ਆਬਵੀਅਸਲੀ ਫਰੂਟ ਗਰੋ ਕਰਦੇ ਆ ਤੇ ਸਾਡੀ ਜਿਹੜੀ ਪਹਿਲਾਂ ਜੂਸਿੰਗ ਲਾਈਨ ਹੈਗੀ ਆ ਉਹਦੇ ਚ ਬਿਨ ਆਉਂਦਾ ਫਰੂਟ ਦਾ ਤੇ ਉਹ ਧੋਤੇ ਜਾਂਦੇ ਆ ਪਹਿਲਾਂ ਟੂ ਮੇਕ ਸ਼ੋਰ ਜਿਹੜੇ ਕੋਈ ਪੱਤੇ ਪੁੱਤੇ ਜਾਂ ਡਰਟ ਉੱਤੇ ਲੱਗੀ ਉਹ ਲੈ ਜਾਵੇ। ਫਿਰ ਉਹ ਜੂਸ ਪ੍ਰੈਸ 'ਚ ਜਾਂਦਾ ਹੈ ਨਾ, ਫਿਰ ਇੱਕ ਪਾਸੇ ਜਿਹੜਾ ਜੂਸ ਸੈਪਰੇਟ ਹੋ ਜਾਂਦਾ ਤੇ ਜਿਹੜਾ ਬਾਕੀ ਬਚਿਆ ਫਰੂਟ ਉਹ ਬਿਨ 'ਚ ਵਾਪਸ ਪੈ ਜਾਂਦਾ ਹੈ ਨਾ। ਅੱਛਾ ਤੇ ਜਿਹੜਾ ਜੂਸ ਆ ਉਹਨੂੰ ਫਿਰ ਅਸੀਂ ਪਾਸਚਰਾਈਜ਼ ਕਰੀਦਾ, ਜਿਵੇਂ ਹੀਟ ਅਪ ਕਰੀਦਾ ਕਿ ਜਿਹੜੇ ਕੋਈ ਜਰਮਸ ਆ ਉਹਦੇ ਚੋਂ ਮਰ ਜਾਣ ਹੈ ਨਾ, ਕਿ ਉਹ ਸੇਫ ਹੋ ਜਾਵੇ ਕੰਜ਼ੰਪਸ਼ਨ ਲਈ। ਤੇ ਉਦੋਂ ਬਾਅਦ ਫਿਰ ਅਸੀਂ ਉਹਦੇ 'ਚ ਉਹਨੂੰ ਜਿਹੜਾ ਆਪਾਂ ਸੋ ਅਸੀਂ ਕਿਉਂਕਿ ਇਹ ਕਹਿੰਦਾ ਸੀ ਜੇ ਜ਼ਿਆਦਾ ਖੰਡ ਨਾ ਹੋਵੇ ਹੈ ਨਾ, ਅਸੀਂ ਉਹਦੇ 'ਚ ਪਾਣੀ ਪਾ ਕੇ ਉਹਨੂੰ ਜਸਟ ਰਾਈਟ ਅਮਾਊਂਟ ਬਣਾਈਦਾ ਕਿ ਇਹ ਮਿੱਠਾ ਵੀ ਹੈਗਾ ਪਰ ਬਹੁਤ ਜ਼ਿਆਦਾ ਖੰਡ ਨਹੀਂ ਹੈਗੀ। ਤੇ ਫਿਰ ਉਹਨੂੰ ਅਸੀਂ ਟੈਸਟ ਕਰੀਦਾ ਕਿ ਸਾਡਾ ਹਰੇਕ ਬੈਚ ਸੇਮ ਹੋਵੇ ਹੈ ਨਾ, ਹਰੇਕ ਕੈਨ ਚੱਕੇ ਦਾ ਫਲੇਵਰ ਸੇਮ ਹੋਵੇ। ਫਿਰ ਇੱਕ ਵਾਰੀ ਜਦੋਂ ਮਿਕਸ ਬਣ ਗਿਆ ਫਿਰ ਉਹਨੂੰ ਠੰਡਾ ਕਰਕੇ ਇੱਕ ਟੈਂਕ ਚ ਪਾਈਦਾ ਜਿਹਦੇ ਚ ਉਹਦੇ ਆਲੇ ਦੁਆਲੇ ਸਰਕੂਲੇਟ ਹੁੰਦਾ ਠੰਡਾ ਫਲੂਇਡ। ਸੋ ਫਰਮੈਂਟੇਸ਼ਨ ਕੋਈ ਨਹੀਂ ਹੈ? No, ਕੋਈ fermentation। ਤੇ ਅਸੀਂ ਐਕਚੁਅਲੀ ਇਹ ਵੀ ਗੁੱਡ ਕੁਐਸਚਨ ਵੀ ਅਸੀਂ ਇੱਕ ਹੋਰ ਵੈਲਿਊ ਜਿਹੜੀ ਕਰਦੇ ਹਾਂ ਵੀ ਪ੍ਰੀਜ਼ਰਵੇਟਿਵ ਨਹੀਂ ਵਿੱਚ ਪਾਉਂਦੇ। That's wonderful। ਸੋ ਜਿਵੇਂ ਸਾਰਾ ਜਿਹੜਾ ਸਾਡਾ ਪੈਕੇਜਿੰਗ ਆ ਏਸੈਪਟਿਕਲੀ ਹੁੰਦਾ ਵੀ ਕੋਈ ਜਿਹੜੀ ਚੀਜ਼ ਆ ਸਾਨੂੰ ਉਹਨੂੰ ਪ੍ਰੀਜ਼ਰਵੇਟਿਵ ਨਾ ਪਾਉਣ। ਸੋ ਅਸਲੀ ਜੇ ਦੇਖੀਏ ਫਾਰਮੂਲਾ ਬਹੁਤ ਸਿੰਪਲ ਆ, ਫਰੂਟ ਜੂਸ ਆ, ਕਾਰਬੋਨੇਟਡ ਵਾਟਰ ਆ ਤੇ ਕੈਨ ਆ, ਦੈਟਸ ਇਟ। ਉਹਦੇ ਬਾਅਦ ਲਾਈਨ ਆ ਬਸ। ਤੇ ਆਈ ਥਿੰਕ ਜਿਵੇਂ ਜਿਹੜਾ ਸਾਡੇ ਕਸਟਮਰਸ ਆ ਜਾਂ ਫੈਨਸ ਆ ਉਹ ਬਹੁਤ ਇਸ ਚੀਜ਼ ਨੂੰ ਮੰਨਦੇ ਆ ਵੀ ਜਿਵੇਂ ਸਿੰਪਲਿਸਿਟੀ ਵੀ ਇੱਕ ਤਰ੍ਹਾਂ ਦਾ ਬਹੁਤ ਹੈ, ਹਲਕਾ ਬਹੁਤ ਹੈ। ਹਾਂਜੀ ਕਿਉਂਕਿ ਹੋਰ ਕੁਝ ਪਾਈਦਾ ਨਹੀਂ ਹੈ ਨਾ, ਸਿਰਫ ਰੀਅਲ ਇੰਗਰੀਡੀਐਂਟ ਜਿਹੜਾ ਫਰੂਟ ਆ ਤੇ ਕਾਰਬੋਨੇਟਡ ਵਾਟਰ ਬਸ। ਅੱਛਾ ਤੇ ਹੁਣ ਇਹਨੂੰ ਕਿਉਂ ਮੈਂ ਗਿਆ ਨਹੀਂ ਉਹਦੇ ਤੁਹਾਡੇ ਇਸ ਪਲਾਂਟ ਤੋਂ ਬਾਅਦ, ਲਾਇਆ ਕਿੱਥੇ ਆ ਇਹ ਘਰ ਦੇ ਕੋਲ ਕਿ ਥੱਲੇ ਸ਼ਹਿਰ ਘਰ ਦੇ ਕੋਲ? ਨਹੀਂ ਸੋ ਸਾਡੇ ਸਾਰੇ ਜਿਹੜੇ ਔਰਚਰਡ ਆ ਉਹ ਕਲੋਨੇ ਚ ਹੀ ਆ ਤੇ ਇਹ ਹੈਗਾ ਥੋੜਾ ਜਿਹਾ 10 ਮਿੰਟ ਦੀ ਬਾਟ ਆ ਘਰ ਤੋਂ, ਪਰ ਉਹ ਕਲੋਨੇ ਚ ਹੀ ਆ, ਰਟਲੈਂਡ ਏਰੀਆ ਤੇ ਬੈਂਚ ਤੇ ਆ ਜਾਂਦਾ। ਉੱਥੇ ਆ ਜਿਵੇਂ ਆਪਾਂ ਬਣਾਈ ਹੋਈ ਆ ਐਗਰੀ ਟੂਰਿਜ਼ਮ ਫੈਸਿਲਿਟੀ, ਕਿਉਂਕਿ ਮਾਰਕੀਟਿੰਗ ਵੀ ਅਸੀਂ ਬਹੁਤ ਐਮਫੈਸਿਸ ਪਾਉਂਦੇ ਆ ਵੀ ਜਿਵੇਂ ਉੱਥੇ ਇੱਕ ਡੌਗ ਪਾਰਕ ਰੱਖੀ ਹੋਈ ਆ, RV ਪਾਰਕ, ਰਿਕਾਰਡਿੰਗ ਸਟੂਡੀਓ ਆ, ਫ੍ਰਿਸਬੀ ਗੋਲਫ ਆ। ਸੋ ਜਿਵੇਂ ਜਦੋਂ ਫੈਮਿਲੀ ਕੋਈ ਆਉਂਦੀ ਆ ਉਹ RV ਪਾਰਕ 'ਚ ਰਹਿ ਕੇ ਤੇ ਇਹ ਟੇਸਟਿੰਗ ਸਾਰਾ ਕੁਛ ਐਕਸਪੀਰੀਅੰਸ ਕਰਕੇ ਸੋ ਉਹਨਾਂ ਨੂੰ ਫੁੱਲ ਐਕਸਪੀਰੀਅੰਸ ਮਿਲ ਜਾਂਦਾ। ਤੇ ਈਵਨ ਜਦੋਂ ਅਸੀਂ ਫਰੂਟ ਜੂਸ ਬਣਾਉਂਦੇ ਆ ਉੱਥੇ ਅਸੀਂ ਐਕਚੁਅਲੀ ਵਿੰਡੋਆਂ ਲਾਈਆਂ ਹੋਈਆਂ ਵੀ ਜਿਹੜਾ ਕਸਟਮਰ ਦੇਖ ਸਕਦਾ ਬਣਦੇ ਨੂੰ ਜੂਸ। ਸੋ ਵੀ ਉਹਨਾਂ ਨੂੰ ਅਸੀਂ ਟਰਾਈ ਕਰਦੇ ਹਾਂ ਸ਼ੋਅ ਕਰਨ ਦੀ ਵੀ, ਅਸੀਂ ਵੀ ਬਹੁਤ ਸਰਪ੍ਰਾਈਜ਼ ਹੋਏ ਸੀ ਵੀ ਜਦੋਂ ਆਪਾਂ ਲੇਬਲਸ ਪੜ੍ਹਦੇ ਹਾਂ ਹੋਰ ਸੋਡਸ ਦੀ ਕਿੰਨੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਆਈ ਵਾਸ ਵੈਰੀ ਸਰਪ੍ਰਾਈਜ਼ਡ ਕਿ ਕੱਲਾ ਐਪਲ ਜੂਸ ਤੇ ਕਾਰਬੋਨੇਟਡ ਪਾਣੀ ਚਾਹੀਦਾ, ਇਹੀ ਲਿਖਿਆ ਹੁੰਦਾ ਆਪਣਾ। ਇਨਗਰੀਡੀਐਂਟਸ ਦੇ ਵਿੱਚ ਇਹੀ ਲਿਖਿਆ। ਹਾਂਜੀ ਸ਼ੁਰੂ ਜਦੋਂ ਅਸੀਂ ਫਿਗਰ ਆਊਟ ਕਰਦੇ ਸੀ ਹੈ ਨਾ, ਉਦੋਂ ਅਸੀਂ ਇੱਕ ਪ੍ਰੀਜ਼ਰਵੇਟਿਵ ਪਾਈਦਾ ਹੁੰਦਾ ਸੀ ਕਿਉਂਕਿ ਸਾਨੂੰ ਲੱਗਦਾ ਸੀ ਕਿ ਸਾਰਿਆਂ ਨੂੰ ਜ਼ਰੂਰੀ ਆ ਹੈ ਨਾ। ਫਿਰ ਅਸੀਂ ਜਿਵੇਂ ਬਹੁਤ ਸਾਇੰਸ ਲੱਗਦੀ ਆ, ਰਿਸਰਚ ਲੱਗਦੀ ਆ ਹੈ ਨਾ, ਅਸੀਂ ਪੇਪਰ ਪੜ੍ਹ ਕੇ ਦੇਖਦੇ ਸੀਗੇ ਕਿ ਕਿਉਂ ਇਹ ਐਡ ਹੁੰਦੇ ਆ ਤੇ ਇਹ ਅਸੀਂ ਕਿਵੇਂ ਇਹਨੂੰ ਇਲੀਮੀਨੇਟ ਕਰ ਸਕਦੇ ਆ ਹੈ ਨਾ। ਫਿਰ ਅਸੀਂ ਆਪਣੇ ਪ੍ਰੋਸੈਸ ਦੇ ਵਿੱਚ ਇੱਕ ਹੋਰ ਸਟੈਪ ਐਡ ਕੀਤਾ ਸੀਗਾ ਕਿ ਜਿਵੇਂ ਕੈਨਾਂ ਨੂੰ ਪਾਸਚਰਾਈਜ਼ ਕਰੀਏ, ਫਿਰ ਸਾਨੂੰ ਉਹ ਪ੍ਰੀਜ਼ਰਵੇਟਿਵ ਪਾਉਣ ਦੀ ਨਹੀਂ ਲੋੜ ਪੈਣੀ। ਸੋ ਸਾਡੇ ਲਈ ਜ਼ਰੂਰੀ ਸੀਗਾ ਕਿ ਅਸੀਂ ਜਿੰਨਾ ਸਿੰਪਲ ਰੱਖ ਸਕੀਏ ਰੱਖੀਏ। ਫਾਰਮਾਸਿਸਟ ਤੇ ਇਨੋਵੇਟਰ ਇਕੱਠੇ ਹੋ ਗਏ, ਇੰਜੀਨੀਅਰਿੰਗ ਨਾਲ ਸਿਹਤ ਵਾਲੇ ਆ ਗਏ। ਵਾਟ ਅ ਬਲੈਂਡ। ਜਦੋਂ ਚੈਲੰਜ ਆਉਂਦੇ ਸੀ ਮੈਨੂੰ ਲੱਗਦਾ ਨਹੀਂ ਸੀ ਵੀ ਇੰਨੀ ਲੈਬ ਟੈਸਟਿੰਗ ਮੈਨੂੰ ਕਰਨੀ ਪੈਣੀ ਆ। ਮੈਂ ਤਾਂ ਕਿਹਾ ਸੀ ਡੈਡ ਨੂੰ ਵੀ ਜੂਸ ਬਣਾ ਲੈਂਦੇ ਪਰ ਇਟ ਵਾਸ ਵੇ ਮੋਰ ਸਾਇੰਟਿਫਿਕ। ਹੁਣ ਆਈ ਕੰਫਰਟੇਬਲ ਹੋ ਗਏ ਵੀ ਜਿਵੇਂ ਪ੍ਰੋਸੈਸ ਪਤਾ ਲੱਗ ਗਿਆ, ਹੁਣ ਤਾਂ ਰਿਪੀਟ ਆ ਤੇ ਅਸੀਂ ਕੌਨਫੀਡੈਂਟ ਆ ਵੀ ਜਿਵੇਂ। ਅੱਛਾ ਹੁਣ ਬੇਟਾ ਮਾਰਕੀਟਿੰਗ ਬਾਰੇ ਦੱਸੋ ਬਈ ਕਿੱਥੇ ਪਹੁੰਚਿਆ ਹੁਣ ਸੋਡਾ ਆਪਣਾ ਹੈ? ਸੋ ਹੁਣ ਸੋਡਾ ਇਟਸ doing fairly well, ਜਿਵੇਂ ਆਪਣੇ ਸੇਫਵੇਜ਼ 'ਚ ਸੇਵ ਔਨ ਫੂਡਸ ਆਈਲੈਂਡ ਤੇ ਬਹੁਤ ਚੱਲਦਾ, ਵੈਨਕੂਵਰ ਆਈਲੈਂਡ ਤੇ। ਸੋ ਰਫਲੀ ਆਪਣਾ ਜੂਸ ਮੋਸਟਲੀ around 2,000 to 3,000 stores ਦੇ ਵਿੱਚ ਆ, ਮੋਸਟਲੀ BC ਤੇ ਅਲਬਰਟਾ 'ਚ। ਜਿਵੇਂ ਸੇਫਵੇ ਜਿਹੜਾ ਅਲਬਰਟਾ 'ਚ ਹੁਣ ਉਹ 'ਚ ਓਪਨ ਅਪ ਹੋ ਗਿਆ, ਸੋ ਗਾਣੇ ਹਫਤੇ ਉੱਥੇ ਸਾਰਾ ਪਹੁੰਚ ਜੂਗਾ। ਤੇ ਐਕਚੁਅਲੀ ਸੁਪਰ ਸਟੋਰਸ 'ਚ ਵੀ ਉਹਨਾਂ ਨੇ ਦਿਸ ਈਅਰ ਟਰਾਈ ਕੀਤਾ ਵੀ ਜਿਹੜਾ BC ਸੁਪਰ ਸਟੋਰਸ। ਸੋ ਜਿਵੇਂ ਲੋਅਰ ਮੇਨਲੈਂਡ 'ਚ
ਮਿਡ ਜੁਲਾਈ ਆ ਸਕਦਾ ਤੇ ਆਊਗਾ ਇੱਥੇ, ਤੇ ਆਪਣੇ ਜਿਹੜੇ ਵੈਸਟਰਨ ਕੈਨੇਡਾ ਲੋਬਲਾਲ ਸਟੋਰ ਆ ਉੱਥੇ ਵੀ ਇਨ ਪਲੇਸ ਆ ਫॉर ਦਿਸ ਸਮਰ। ਸੋ ਫਲੇਵਰ ਜਿਹੜੇ ਫਰੂਟ ਕਰਦੇ ਨੇ, ਇੱਕ ਤਾਂ ਉਹ ਹੁਣ ਪ੍ਰੋਸੈਸ ਹੁੰਦੇ ਨੇ, ਬਾਹਰੋਂ ਵੀ ਲੈਣਾ ਪਊ ਫਰੂਟ ਆਪਾਂ ਨੂੰ ਹੋਰ ਫਿਰ? I mean, definitely ਇੱਕ ਚੀਜ਼ ਆ ਜਿਹੜੀ ਆਪਾਂ ਸੋਚਦੇ ਹਾਂ ਵੀ ਜਿੰਨਾ ਬਿਜ਼ਨਸ ਐਕਸਪੈਂਡ ਹੁੰਦਾ ਵੀ ਆਪਣੀ ਕਪੈਸਿਟੀ ਆ, ਪਰ I mean ਜੇ ਆਪਾਂ ਦੇਖੀਏ ਜਿਵੇਂ ਮੈਂ BCFGA ਦਾ ਵੀ ਇੱਕ ਡਾਇਰੈਕਟਰ ਹਾਂ ਉੱਥੇ, ਰਾਈਟ, ਸੋ ਜਿਵੇਂ ਔਨ ਬਿਹਾਫ ਆਫ ਫਾਰਮਰਸ ਮੈਂ ਮਿਨਿਸਟਰੀ ਆਫ ਐਗਰੀਕਲਚਰ ਨਾਲ ਵੀ ਕੰਮ ਕਰਦਾ ਹਾਂ ਡਿਫਰੈਂਟ ਥਿੰਗਸ। ਜਿਵੇਂ ਆਈ ਥਿੰਕ ਜਿਹੜਾ ਫਿਊਚਰ ਆਪਣਾ ਵੈਲਿਊ ਐਡਡ ਪ੍ਰੋਡਕਟ ਹੈ, ਜਿਵੇਂ ਆਪਾਂ ਇਹਨੂੰ ਕਹੀਦਾ ਵੈਲਿਊ ਐਡਡ ਪ੍ਰੋਡਕਟ, ਰਾਈਟ, ਸੋ ਜੇ ਵੈਲਿਊ ਐਡਡ ਪ੍ਰੋਡਕਟਸ ਵੱਧਦੇ ਆਪਣੀ ਇਕੋਨਮੀ 'ਚ, ਰਾਈਟ, ਫਿਰ ਇਹਦਾ ਮਤਲਬ ਆਪਾਂ ਆਪਦੇ ਐਗਰੀਕਲਚਰ ਨੂੰ ਵੀ ਉਨਾ ਹੀ ਬੈਨੀਫਿਟ ਦੇ ਸਕਦੇ ਹਾਂ, ਤੇ ਫਾਰਮਰਸ ਤਾਂ ਜ਼ਰੂਰੀ ਆ, ਰਾਈਟ, ਸੋ ਆਪਾਂ ਚਾਹੁੰਦੇ ਹਾਂ ਵੀ ਐਪਲ ਦੀ ਜਿਹੜੀ ਹੈਗੀ ਆ ਵੀ ਇੰਡਸਟਰੀ ਵੀ ਉਹ ਫਲਰਿਸ਼ ਹੋਵੇ, ਰਾਈਟ, ਐਂਡ ਆਈ ਥਿੰਕ ਜਿਵੇਂ ਵੈਲਿਊ ਐਡਡ ਇਜ਼ ਦ ਫਿਊਚਰ। ਸੋ ਹਾਂਜੀ, ਤੇ ਅਸੀਂ ਜਿੰਨਾ ਆਪਣਾ ਫਰੂਟ ਵਰ ਸਕੀਦਾ, ਪਰ ਬਾਕੀ ਅਸੀਂ ਹੋਰ ਲੋਕਲ ਟਰਾਈ ਕਰੀਦਾ ਹੈ ਨਾ। ਜੇ ਸਾਡਾ ਮੁੱਕ ਜਾਂਦਾ ਤਾਂ ਅਸੀਂ ਹੋਰ ਲੋਕਲ ਫਰੂਟ ਲੈ ਲਈਦਾ, ਜਾਂ ਇੱਥੋਂ ਹੁਣ ਜਿਵੇਂ ਜੇ ਬੈਰੀ ਵਗੈਰਾ ਐਬਟਸਫੋਰਡ ਵੀ ਗਰੋ ਕਰਦੇ ਆ ਹੈ ਨਾ, ਜਿਹੜੀ ਕੋਈ ਚੀਜ਼ ਆਪਾਂ ਨਹੀਂ ਕਰੀਦੀ, ਪਰ ਅਸੀਂ ਟਰਾਈ ਕਰੀਦਾ ਕਿ ਆਪਣੇ ਨੇੜੇ ਫਾਰਮਰਾਂ ਤੋਂ ਜਾਂ ਲੋਕਲ ਕਮਿਊਨਿਟੀ ਤੋਂ ਜਾਂ ਐਟਲੀਸਟ BC ਤੋਂ ਅਸੀਂ ਸੋਰਸ ਕਰੀਏ ਜਿਹੜਾ ਫਰੂਟ ਇੱਥੇ ਗਰੋ ਹੁੰਦਾ ਹੈ ਨਾ। ਜੇ ਅਸੀਂ ਕੋਈ ਫਲੇਵਰ ਕੱਢਾਂਗੇ ਜਿਹੜਾ ਇੱਥੇ ਨਹੀਂ ਅਸੀਂ ਗਰੋ ਕਰਦੇ, ਜਿਵੇਂ ਲਾਈਕ ਵਾਟਰਮੈਲਨ ਹੋਇਆ ਜਾਂ ਮੈਂਗੋ ਹੋਇਆ, ਫਿਰ ਤਾਂ ਕਿਤੋਂ ਹੋਰੋਂ ਲੈਣਾ ਪੈਣਾ, ਪਰ ਜਿਹੜੇ ਵੀ ਲੋਕਲ ਫਰੂਟ ਆ ਅਸੀਂ ਪਹਿਲਾਂ ਆਪਣੀ ਇਕਨੋਮੀ ਨੂੰ ਸਪੋਰਟ ਕਰਨਾ ਚਾਹੁੰਦੇ ਹਾਂ ਨਾ। ਸੋ ਹੁਣ ਕਿੰਨੇ ਫਲੇਵਰ ਨੇ ਆਪਣੇ ਕੋਲ ਤੁਹਾਡੇ ਦੇ? ਆਪਣੇ ਕੋਲੇ 5 ਆ। ਅੱਛਾ, ਤੇ 6ਵਾਂ ਟ੍ਰਾਇਲ 'ਚ ਥੋੜਾ। 5 ਕਿਹੜੇ ਨੇ? 5 ਹੈਗੇ ਆ, ਐਪਲ, ਚੈਰੀ, ਪੀਚ, ਬੇਰੀ ਤੇ ਪੇਅਰ। ਸੋ ਆਪ ਜਿਹੜੇ ਗਰੋ ਕਰਦੇ ਆ ਬੇਰੀ ਪੀਚ, ਐਪਲ, ਚੈਰੀ ਤੇ ਪੇਅਰ। ਸੋ ਜਿਹੜੇ ਪੀਚ ਆ, ਈਵਨ ਜਿਵੇਂ ਬੇਰੀਜ਼ ਆ, ਲੋਕਲੀ ਆਪਾਂ ਇੱਥੋਂ ਜਿੰਨਾ ਵੀ ਲੋਕਲ ਹੋ ਸਕੇ ਜਿਵੇਂ ਲੋਅਰ ਮੇਨਲੈਂਡ ਤੋਂ ਲੈ ਲਈਦੀਆਂ, ਤੇ ਸੋ ਤੇ 6ਵਾਂ ਜਿਹੜਾ ਟਰਾਈ ਕਰਦੇ ਆ ਮੈਂਗੋ ਸੋਡਾ। ਵੈਰੀ ਗੁੱਡ। ਸਾਡੀ ਕਮਿਊਨਿਟੀ ਦੀ ਡਿਮਾਂਡ, ਸਭ ਤੋਂ ਵੱਡੀ ਡਿਮਾਂਡ। ਤੁਹਾਡਾ ਫੇਸ ਲਾਈਟ ਅਪ ਹੋ ਗਿਆ ਜਦੋਂ ਮੈਂਗੋ ਤੁਸੀਂ ਸੁਣਿਆ ਹੈ ਨਾ। ਸੋ ਅਸੀਂ ਟਰਾਈ ਕਰਦੇ ਸੀ ਲੋਕਲ ਫਰੂਟ, ਪਰ ਰੀਅਲੀ ਸਾਡੀ ਕਮਿਊਨਿਟੀ ਆਲਵੇਜ਼ ਜਿਹੜੇ ਵਿਜ਼ਿਟ ਕਰਦੇ ਉਹ ਕਹਿੰਦੇ ਮੈਂਗੋ ਸਾਨੂੰ ਚਾਹੀਦਾ ਹੈ ਨਾ। ਸੋ ਇਹ ਪਪੂਲਰ ਡਿਮਾਂਡ। ਸੋ ਮੈਂਗੋ ਕਿੱਥੋਂ ਆਊ ਫਿਰ? ਮੈਂਗੋ ਆਊਗਾ ਇੰਡੀਆ ਤੋਂ, I guess. Very good. India ਵਾਲਾ ਲਿਆ, that's as local to us. Yeah, ਉਹ ਵੀ ਲੋਕਲ ਹੈ। ਤੇ ਐਕਚੁਅਲੀ ਆਪਾਂ ਹੁਣ ਜਿਹੜੇ ਸਾਰੇ ਫਲੇਵਰ ਆ ਕਸਟਮਰ ਦੀ ਪਪੂਲਰ, ਲਾਈਕ ਉਹ ਆਲਵੇਜ਼ ਕਹਿੰਦੇ ਵੀ ਜਦੋਂ ਅਸੀਂ ਮਿਕਸ ਕਰਦੇ ਆ ਵੋਡਕਾ ਦੇ ਨਾਲ ਇਹ ਜਿਹਾ ਸਟਫ, ਸੋ ਅਸੀਂ ਹੁਣ ਨਵੀਂ ਲਾਈਨ ਸ਼ੁਰੂ ਵੀ ਬਣਾਉਂਦੇ ਆ। ਹਾਂਜੀ, ਹੁਣ ਸੋ ਸਾਡੀ ਸਾਰਾ ਜਿਹੜੇ ਪ੍ਰਾਈਵੇਟ ਲਿਕਰ ਸਟੋਰਸ ਆ BC 'ਚ ਸਾਰਾ ਦਿਸ ਸਮਰ ਹੋਗਾ ਵੋਡਕਾ ਸੋਡਾ 5%। ਓਕੇ, ਸੇਮ ਚੀਜ਼ ਆ, ਸੇਮ ਫਲੇਵਰ ਆ, ਪਰ ਉਹਦੇ 'ਚ ਇੱਕ ਸ਼ਾਟ ਜਿਵੇਂ ਐਲਕੋਹਲ ਦਾ ਵੀ, ਐਲਕੋਹਲ ਦਾ ਉਹ ਆਪਾਂ ਪਾਉਣਾ। ਯੈਸ। ਅੱਛਾ, ਇੱਕ ਬੇਟਾ ਹੋਰ ਮੈਂ ਫਾਰਮਿੰਗ ਦੀ ਗੱਲ ਕਰਨੀ ਚਾਹੁੰਦਾ। ਤੁਸੀਂ ਉਹਨੂੰ ਬਹੁਤ ਨੇੜਿਓਂ ਵੇਖਿਆ, ਤੁਹਾਡੀ ਅਪਬ੍ਰਿੰਗਿੰਗ ਫਾਰਮ ਤੇ ਹੋਈ ਆ ਦੋਨੇ ਭਾਈਆਂ ਦੀ, ਪਰਿਵਾਰ ਵੇਖਿਆ, ਦਾਦੀ ਜੀ ਬੈਠੇ ਆ, ਮਦਰ ਫਾਦਰ, ਇਹ ਡੈਡੀਕੇਸ਼ਨ ਹੈ। ਅਸੀਂ ਮੇਰੀ ਬ੍ਰੌਡਕਾਸਟਿੰਗ ਤੋਂ ਬਾਅਦ ਮੇਰਾ ਖਿਆਲ 10-11 'ਚ ਅਸੀਂ ਮੈਂ ਤੇ ਬਾਈ ਜੀ ਮਿਲੇ ਆ। ਯਾਰ ਇੰਨੀ ਮਿਹਨਤ ਕਰਨੀ ਬਹੁਤ ਔਖੀ ਆ, ਕਮਿਟਮੈਂਟ ਕਰਨੀ ਬਹੁਤ ਔਖੀ ਆ, ਕਹਿ ਕੇ ਖੜਨਾ ਉਸ ਗੱਲ ਤੇ ਬੜਾ ਔਖਾ, ਚੈਲੰਜਸ ਨੇ। ਤੁਸੀਂ ਫਾਰਮਿੰਗ ਵੱਧਦੀ ਵੇਖੀ ਆ। ਹੁਣ ਫਾਰਮਿੰਗ ਦੇ ਜਦ ਮੈਂ ਦੁੱਖ ਸੁਣਦਾ ਇੱਥੇ ਬੈਰੀ ਵਾਲਿਆਂ ਦੇ, ਰੈਸਬੇਰੀ ਵਾਲਿਆਂ ਦੇ, ਤੇ ਮਤਲਬ ਬਹੁਤ ਮੇਰੇ ਦੋਸਤ ਨੇ ਜਿਹੜੇ ਕੈਰਮੀਅਸ ਰਹਿੰਦੇ ਨੇ, ਠੰਡ ਫਰੋਸਟ ਪੈ ਗਈ, ਹੋਇਆ ਨਹੀਂ, ਗਰਮੀ ਪੈ ਗਈ, ਗਲ ਗਿਆ। ਅੱਛਾ, ਫਾਰਮਿੰਗ ਬਾਰੇ ਕੀ ਵਿਜ਼ਨ ਹੈ? ਕਿਸ ਤਰ੍ਹਾਂ ਆਪਾਂ ਇਹਨੂੰ ਸਰਵਾਈਵਿੰਗ, ਜਿਹੜਾ ਐਡੀ ਮਿਹਨਤ ਪੁਰਖਿਆਂ ਦੀ ਕੀਤੀ, 30-30 ਸਾਲ ਉਹਨਾਂ ਦੀ ਸਵੈਟਿੰਗ ਹੋਈ ਆ ਉਸ ਮਿੱਟੀ 'ਚ, ਉਹ ਕਿਵੇਂ ਨੈਕਸਟ ਲੈਵਲ ਤੇ ਠੀਕ ਹੋ ਸਕਦਾ ਬੇਟਾ? ਵਾਟ ਡੂ ਯੂ ਥਿੰਕ? ਹਾਂਜੀ, ਸੋ ਜਿਵੇਂ ਫਾਰਮਿੰਗ ਪਹਿਲੀ ਗੱਲ ਤਾਂ ਬਹੁਤ ਇੰਪੋਰਟੈਂਟ ਆਪਣੀ ਇੰਡਸਟਰੀ ਲਈ। ਜਿਵੇਂ ਹੁਣ ਆਪਾਂ ਨਿਊਜ਼ 'ਚ ਵੀ ਸੁਣਦੇ ਹਾਂ ਜਦੋਂ ਮੈਂ ਬਹਿਨਾ ਮਿਨਿਸਟਰੀ ਆਫ ਐਗਰੀਕਲਚਰ ਲਈ, ਫੂਡ ਸਿਕਿਉਰਿਟੀ, ਸਪੈਸ਼ਲੀ ਜਿਵੇਂ ਪੈਂਡੈਮਿਕ ਨੇ ਬਹੁਤ ਸ਼ੋਅ ਕਰਤਾ ਵੀ ਲੋਕਲ ਫਾਰਮਿੰਗ ਕਿੰਨੀ ਇੰਪੋਰਟੈਂਟ ਆ ਆਪਣੇ ਲਈ, ਆਪਣੇ ਫੂਡ ਲਈ, ਆਪਣੀ ਸਿਕਿਉਰਿਟੀ ਲਈ, ਰਾਈਟ। ਸੋ ਜਿਵੇਂ ਇੱਕ ਆਈਡੀਆ ਜਿਹੜਾ ਅਸੀਂ ਟਰਾਈ ਕੀਤਾ ਸੀ ਆਹ ਵੈਲਿਊ ਐਡਡ ਦਾ, ਰਾਈਟ, ਵੀ ਜਿਵੇਂ ਆਪਾਂ ਕਿਵੇਂ ਅਪੀਲ ਕਰ ਸਕਦੇ ਹਾਂ
ਆਪਣੇ ਕਸਟਮਰਸ ਨੂੰ ਆਪਣੇ ਮਾਰਕੀਟ ਨੂੰ ਰਾਈਟ ਸੋ ਵੈਲਿਊ ਐਡਡ ਇੰਪੋਰਟੈਂਟ ਐਂਡ ਆਈ ਥਿੰਕ ਜਿਹੜੀ ਗਾਂ ਵਾਲੀ ਜਨਰੇਸ਼ਨ ਆ ਉਹਦੀ ਇਨਵੋਲਵਮੈਂਟ ਵੀ ਇੰਪੋਰਟੈਂਟ ਆ it was very easy ਵੀ ਅਸੀਂ ਆਪਦੇ ਕਰੀਅਰ ਐਜ਼ ਅ ਫਾਰਮਾਸਿਸਟ ਹੋ ਸਕੇ ਪਰ ਅਸੀਂ ਮਮ ਡੈਡ ਨੂੰ ਦੇਖਿਆ ਰਾਈਟ ਸਾਡਾ ਐਗਰੀਕਲਚਰ ਸਾਡੇ ਕਲੋਸ ਆ ਤਾਂ ਕਰਕੇ ਅਸੀਂ ਪਹਿਲਾਂ ਟਰਾਈ ਕੀਤੀ ਆਪਦੀ ਬੈਸਟ ਵੀ ਆਪਾਂ ਕਿਵੇਂ ਫਾਰਮਸ ਨੂੰ ਰੱਖ ਸਕੀਏ ਜਾਂ ਇਨਵੋਲਵ ਰਹਿ ਸਕੀਏ ਜੇ ਬਾਈ ਦੀ ਵੇ ਨਾਓ ਵਰਕ ਹੁੰਦਾ ਦੈਨ ਅਸੀਂ ਪ੍ਰੋਬਬਲੀ ਕਰੀਅਰ ਸ਼ਿਫਟ ਕਰ ਲੈਣਾ ਸੀ ਰਾਈਟ ਬੈਕ ਟੂ ਆਰ ਡਿਗਰੀ ਸੋ ਆਈ ਥਿੰਕ ਐਜੂਕੇਸ਼ਨ ਗਾਲੇ ਜਿਵੇਂ it's a complex question. Yes. ਵੀ ਪੂਰੇ ਹਾਈ ਲੈਵਲ ਤੋਂ ਐਜੂਕੇਸ਼ਨ ਆਉਣੀ ਚਾਹੀਦੀ ਹੈ ਇਕੱਲੇ ਫਾਰਮਿੰਗ ਫੈਮਲੀਜ਼ ਨੂੰ ਨਹੀਂ ਪਰ ਆਲਸੋ ਕਸਟਮਰਸ ਨੂੰ ਰਾਈਟ ਵੀ ਕਿਵੇਂ ਐਗਰੀਕਲਚਰ ਦੀ ਯੈਸ ਨਵੀ ਐਡ ਤੇ ਕਰਨਾ ਮੈਂ ਹੁਣ ਜਦੋਂ ਦੀ ਕਲੋਨੀ ਮੂਵ ਹੋਈ ਹੈ ਨਾ ਮੈਂ ਕਮਰਸ਼ੀਅਲ ਬੈਂਕਿੰਗ ਚ ਕੰਮ ਕਰਦੀ ਹਾਂ ਜਿੱਥੇ ਮੈਂ ਫਾਰਮਰਾਂ ਦੀ ਹੈਲਪ ਕਰਦੀ ਹੁੰਦੀ Very ਸੀਗੀ good. ਲੋਨ ਲੈਣ ਚ ਹੈ ਨਾ ਸੋ ਮੈਂ ਸੁਣਦੀ ਆ ਲੋਕਾਂ ਦੀਆਂ ਪ੍ਰੋਬਲਮਸ ਜਿਵੇਂ ਤੁਸੀਂ ਕਹਿੰਦੇ ਆ ਪਰ ਆਈ ਥਿੰਕ ਜਿਹੜੇ ਲੋਕਾਂ ਦੀ ਦੇ ਅਗਲੇ ਫੈਮਿਲੀ ਜਵਾਕ ਨਹੀਂ ਇੰਟਰਸਟਿਡ ਹੈਗੇ ਐਂਡ ਉਹਨਾਂ ਦੀ ਚੋਇਸ ਹੈ ਨਾ ਪਰ ਉਹਨਾਂ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਉਹਨਾਂ ਨੂੰ ਫਿਰ ਵੇਚਣੇ ਪੈਂਦੇ ਆ ਹੈ ਨਾ ਸੋ ਆਈ ਥਿੰਕ ਜਦੋਂ ਨੈਕਸਟ ਪੀੜੀ ਇਨਵੋਲਵ ਹੁੰਦੀ ਆ ਉਹ ਕੁਛ ਨਾ ਕੁਛ ਨਵੀਂ ਚੀਜ਼ ਕਰਦੇ ਆ ਤੇ ਇਹ ਜ਼ਰੂਰੀ ਆ ਫਾਰਮਿੰਗ ਸਰਵਾਈਵ ਕਰਨ ਨੂੰ ਆਈ ਥਿੰਕ ਤੁਹਾਨੂੰ ਇਨੋਵੇਟ ਕਰਨਾ ਪੈਣਾ ਜਿਹੜੀ ਟ੍ਰੈਡੀਸ਼ਨਲ ਫਾਰਮਿੰਗ ਆ ਹਾਰਡਰ ਹੁੰਦੀ ਜਾਂਦੀ ਆ ਸੋ ਜੇ ਹੁਣ ਹੇਲ ਪੈ ਗਈ ਤੁਹਾਡਾ ਫਰੂਟ ਖਰਾਬ ਹੋ ਗਿਆ ਹੈ ਨਾ ਤੁਸੀਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਯੂਜ਼ ਕਰਨਾ ਤੁਹਾਨੂੰ ਕਾਰਡ ਕੱਢਣੀ ਪੈਣੀ ਆ ਨਹੀਂ ਤੇ ਉਹ ਵੇਸਟ ਚਲਾ ਜਾਂਦਾ ਹੈ ਨਾ ਟ੍ਰੈਡੀਸ਼ਨਲ ਫਾਰਮਿੰਗ ਦਾ ਹੇਲ ਪੈ ਗਈ ਤੁਹਾਡੇ ਮੀਂਹ ਪੈ ਗਿਆ ਚੈਰੀ ਸਪਲਿਟ ਹੋ ਗਈ ਹੁਣ ਕੋਈ ਮਨੀ ਨਹੀਂ ਆਉਣੀ ਹੈ ਨਾ ਪਰ ਜੇ ਤੁਸੀਂ ਉਹ ਚੈਰੀ ਯੂਜ਼ ਕਰ ਸਕਦੇ ਕਿਸੇ ਹੋਰ ਤਰੀਕੇ ਨਾਲ ਉਹ ਹਜੇ ਵੀ ਗੁੱਡ ਫਰੂਟ ਆ ਉਹ 'ਚ ਹਜੇ ਵੀ ਨਿਊਟ੍ਰੀਸ਼ਨ ਆ ਹੈ ਨਾ ਪਰ ਦੇਖਣ ਨੂੰ ਨਹੀਂ ਸੋਹਣੀ ਲੱਗਦੀ ਸੋ ਆਈ ਥਿੰਕ ਜਦੋਂ ਬੱਚੇ ਇਨਵੋਲਵ ਹੁੰਦੇ ਆ ਕੁਛ ਨਾ ਕੁਛ ਸੋਚਦੇ ਆ ਹਾਂ ਸੋ ਆਈ ਥਿੰਕ ਉਹੀ ਸੋਲੂਸ਼ਨ ਹੈਗਾ ਕਿ ਅਸੀਂ ਕਿਵੇਂ ਕੰਟੀਨਿਊ ਕਰ ਸਕਦੇ ਆ ਆਪਣੇ ਫੈਮਿਲੀ ਦੇ ਫਾਰਮਿੰਗ ਬਿਜ਼ਨਸ ਸੋ ਪੜ੍ਹਾਈ ਜ਼ਰੂਰੀ ਇੱਕ ਡਿਗਰੀ ਜ਼ਰੂਰੀ ਡਿਗਰੀ ਤੋਂ ਬਾਅਦ ਫਿਰ ਪੇਰੈਂਟਸ ਦੀਆਂ ਜਿਹੜੀਆਂ ਚੀਜ਼ਾਂ ਬਣਾਈਆਂ ਉਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਉਹ ਇੱਕ ਟਰਾਈ ਜਿਹੜੀ ਵੈਲਿਊ ਐਡਡ ਸਿਸਟਮ ਹੈ ਮੈਂ ਹੁਣ ਬਹੁਤ ਮੈਂ ਟਰੈਵਲਿੰਗ ਕਰਦਾ ਮੇਰਾ ਸਭ ਤੋਂ ਫੇਵਰੇਟ ਜਿਹੜਾ ਕਲੋਨਾ ਸੋਇਸ ਤੇ ਓਲੀਵਰ ਆ ਜਦ ਵੀ ਅਸੀਂ ਮੋਟਰਸਾਈਕਲਾਂ 'ਤੇ ਜਾਈਏ ਜਾਂ ਪਰਿਵਾਰ ਨਾਲ ਜਾਈਏ ਮੈਂ ਉੱਥੇ ਜਾਂਦਾ ਮੈਂ ਉੱਥੇ ਵੇਖਿਆ ਧਾਲੀਵਾਲ ਬ੍ਰਦਰਜ਼ ਨੇ ਕਿਸਮਤ ਵੈਨਰੀ ਵਾਲੇ ਦੋਸਤ ਨੇ ਮੇਰੇ ਦੇਖੋ ਉਹਨਾਂ ਨੇ ਵਾਈਨ ਦੇ ਵਿੱਚ ਵਿਨਯਾਰਡ ਦੇ ਵਿੱਚ ਕਿੱਥੇ ਗਏ ਪੱਪੂ ਸਿੱਧੂ ਹੋਣੀ ਰਣਜੀਤ ਢਿੱਲੋਂ ਆ ਮੁੰਡਾ ਔਜਲਾ ਹੈ ਸਾਰੇ ਦੋਸਤ ਉਹਦੇ ਕਰਮੀਅਸ ਨੇ ਮਨਿੰਦਰ ਗਿੱਲ ਹੋਣੀ ਰੂਪੀ ਹੋਣੀ ਬਾਈ ਮਹਿੰਦਰ ਹੋਣੀ ਸਾਰੇ ਅੱਛਾ ਮੈਨੂੰ ਇੱਕ ਦੱਸਿਓ ਆਹ ਜਿਹੜਾ ਜਦ ਤੁਸੀਂ ਮੈਨੂੰ ਦੱਸ ਰਹੇ ਸੀ ਬਈ ਸੋਡਾ ਅਸੀਂ ਟੇਸਟ ਵੀ ਕਰਾਉਂਦੇ ਆ ਅਸੀਂ ਉੱਥੇ ਆਰਬੀ ਗਰਾਊਂਡ ਆ ਉੱਥੇ ਤੁਸੀਂ ਰਹੋ ਵੀ ਤੁਹਾਨੂੰ ਪਲੈਟ ਵੀ ਮੇਰੇ ਕੋਲ ਵਾਈਨ ਟੈਸਟਿੰਗ ਦਾ ਮੈਂ ਸੋਚ ਰਿਹਾ ਸੀ ਨਾਲ ਮੈਂ ਵੀ ਕਿੱਡਾ ਉਹ ਬਿਜ਼ਨਸ ਹੈ ਹਾਂਜੀ ਨਾਲ ਤੁਸੀਂ ਇਹ ਵੇਖੋ ਬਈ ਚੌਪਰ ਦੇ ਵਿੱਚ ਟੂਰ ਤੱਕ ਉਹ ਲੱਗ ਰਹੇ ਨੇ ਉਹ ਕਿੱਡੀ ਵੱਡੀ ਡੈਜ਼ਰਟ ਹਿੱਲ ਵਾਲੇ ਨੇ ਤੇ ਮਿਸ਼ਨ ਹਿੱਲ ਵਾਲੇ ਨੇ ਕਿੰਨੀਆਂ ਵਾਈਨਰੀਆਂ ਤੁਹਾਡੇ ਮਿਸ਼ਨ ਹਿੱਲ ਵਾਲੀ ਤਾਂ ਬਿਗ ਅੱਛਾ ਉਹਨੂੰ ਫਿਰ ਇੱਕ ਜਿੱਥੇ ਪਲਾਂਟ ਲਾਇਆ ਉੱਥੇ ਆ ਕੇ ਫਿਰ ਕੈਂਪ ਗਰਾਊਂਡ ਵੀ ਨਾਲ ਆ ਜੋ ਕੋਈ ਆਰਵੀ ਚ ਆਇਆ ਉਹ ਰਹਿ ਸਕਦਾ ਉੱਥੇ ਹਾਂਜੀ ਯਾ ਇਹ ਸੋ ਹੋਟਲ ਵਿਲ ਬੀ ਦੇयर ਟੂ hotel will be there too ਤੇ ਇਹ ultimately ਤਾਂ ਹੀ ਸੀਗਾ ਵੀ ਕੈਂਪਾ ਹੋਟਲ ਵੀ ਹੋਊ ਉੱਥੇ ਉਹ ਤਾਂ ਡਿਪੈਂਡ ਕਰਦਾ ਜੇ ਗਵਰਨਮੈਂਟ ਅਪਰੂਵ ਕਰੇਗੀ ਪਹਿਲਾਂ ਰਾਈਟ ਪਰ ਨੋ ਅਸੀਂ ultimately ਐਕਸਪੀਰੀਅੰਸ ਕ੍ਰੀਏਟ ਕਰਨਾ ਚਾਹੁੰਦੇ ਸੀ ਵੈਲਕਮਿੰਗ ਐਕਸਪੀਰੀਅੰਸ ਸਾਡਾ ਹੋਲ ਉਹ ਜੇ ਆਪਾਂ ਬੈਕ ਜਾਈਏ ਗੁੱਡ ਕਾਰਮਾ ਅਸੀਂ ਕਮਿਊਨਿਟੀ ਨੂੰ ਸ਼ੋਅ ਕਰਨਾ ਚਾਹੁੰਦੇ ਹਾਂ ਵੀ ਕਿੰਨਾ ਸਿੰਪਲ ਹੈਲਥੀ ਪ੍ਰੋਡਕਟ ਆ ਤੇ ਉਹ ਪੂਰਾ ਫੈਮਿਲੀ ਐਕਸਪੀਰੀਅੰਸ ਕਰ ਸਕੇ ਨਾਲੇ ਇੱਕ ਉਹਦਾ ਐਜੂਕੇਸ਼ਨ ਪਰਸਪੈਕਟਿਵ ਵੀ ਹੈਗਾ ਜਿਵੇਂ ਤੁਸੀਂ ਕਹਿੰਦੇ ਕਿ ਫਾਰਮਿੰਗ ਕਿਵੇਂ ਸਰਵਾਈਵ ਕਰੂਗੀ ਅਸੀਂ ਚਾਹੁੰਦੇ ਸੀਗੇ ਕਿ ਮੇਬੀ ਸਾਡੇ ਵੱਲ ਦੇਖ ਕੇ ਕੋਈ ਹੋਰ ਬੱਚਾ ਵੀ ਜਿਹਦੇ ਪੇਰੈਂਟਸ ਫਾਰਮ ਕਰਦੇ ਉਹ ਸੋਚਣ ਕਿ ਆਹ ਚੀਜ਼ ਵਧੀਆ ਹੈ ਨਾ ਜਦੋਂ ਅਸੀਂ ਰਿਸਰਚ ਕਰਦੇ ਸੀ ਸਾਨੂੰ ਪਤਾ ਨਹੀਂ ਸੀ ਲੱਗਦਾ ਕੋਈ ਐਗਜ਼ਾਮਪਲ ਲੱਭੋ ਹੈ ਨਾ ਹੁੰਦੇ ਆ ਕਮਿਊਨਿਟੀ ਜਿਹੜੇ ਲੋਕ ਸਾਡੀ ਵੀ ਹੈਲਪ ਕਰਦੇ ਸੀ ਅਸੀਂ ਚਾਹੁੰਦੇ ਸੀ ਕਿ ਅਸੀਂ ਉੱਦਾਂ ਦਾ ਐਗਜ਼ਾਮਪਲ ਬਣੀਏ ਸੋ ਸਾਡੇ ਹੁਣ ਜਿਵੇਂ ਸਕੂਲਾਂ ਦੇ ਬੱਚੇ ਟੂਰ ਕਰਨ ਆਉਂਦੇ ਸਾਡੀ ਉਹ ਫੈਸਿਲਿਟੀ ਤੇ ਕਿਉਂਕਿ ਐਗਰੀ ਟੂਰਿਜ਼ਮ ਆ ਉਹਨਾਂ ਨੂੰ ਫਿਰ ਅਸੀਂ ਦੱਸੀ ਦਾ ਪ੍ਰੋਸੈਸ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਪਤਾ ਉਹਨਾਂ ਜੋ ਇੱਕ ਬੱਚਾ ਵੀ ਯੂਨੀਵਰਸਿਟੀ ਜਾ ਕੇ ਕਵੇ ਕਿ ਮੈਂ ਐਗਰੀਕਲਚਰ ਪੜ੍ਹਨਾ ਜਾਂ ਮੈਂ ਫੂਡਸ ਬਾਰੇ ਸਿੱਖਣਾ ਹੈ ਨਾ ਤੇ ਕੱਲ ਨੂੰ ਓਕਨਾਗਨ ਦੀ ਫਾਰਮਿੰਗ ਗਾਂ ਕਰੇ ਸੋ ਸਾਡਾ ਉਹਦਾ ਐਜੂਕੇਸ਼ਨ ਵੀ ਮੇਨ ਪਰਪਸ ਸੀਗਾ ਉੱਥੇ ਇੰਨਾ ਕੁਝ ਬਣਾਉਣਾ ਐਂਡ ਜਿਵੇਂ ਜਦੋਂ ਅਸੀਂ ਵੀ ਸ਼ੁਰੂ ਕੀਤਾ ਸੀ ਆਬਵੀਅਸਲੀ ਫੈਮਿਲੀ ਸਪੋਰਟ ਸੀਗੀ ਪਰ ਈਵਨ ਜਿਹੜੀ ਕਮਿਊਨਿਟੀ ਆ
it's very close ਜਿਵੇਂ ਕਲੋਨਾ ਦੀ community ਜਿਵੇਂ uncle from Kalala Wines ਜਿਹੜੇ ਉੱਥੇ ਹੈਗੇ ਆ Yes, yes. ਉਹਨਾਂ ਕੋਲ ਮੈਂ ਗਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਮਸ਼ੀਨ ਕਿਵੇਂ ਚਲਾਈਦੀ ਹੈ right like how do I ਕਲਾਲਾ operate ਵਾਈਨ that? ਬਹੁਤ ਜ਼ਿਆਦਾ ਮਸ਼ਹੂਰ ਨੇ ਹਾਂ and ਜਿਵੇਂ ਵੈਰੀ ਨਾਈਸ ਅੰਕਲ ਹੈਗੇ ਆ। Yeah, so ਇੰਨੀ support ਮਿਲਦੀ ਆ I mean ਉੱਥੇ ਸਾਡਾ ਇੱਕ local grocery store ਆ ਉਹਦਾ ਹੈਗਾ ਨਾ ਪੀਟਰ ਉਹ ਵੀ ਸਾਡਾ ਮੈਂਟਰ ਆ everybody ਜਿਵੇਂ ਮੈਂ ਫਾਈਂਡ ਕੀਤਾ ਪਹਿਲਾਂ ਤਾਂ ਜੱਕ ਹੁੰਦੀ ਸੀ ਵੀ ਗੱਲ ਕਰਨ ਦੀ ਯੂ نو ਵੀ ਮੇਬੀ ਕੋਈ ਆਏ ਨਾ ਸੋਚੇ ਵੀ ਅਸੀਂ ਕੰਪੀਟੀਟਰ ਆ ਪਰ ਮੋਸਟਲੀ 99% ਆਫ ਪੀਪਲ ਜਿਹੜੇ ਆਪਣੀ ਕਮਿਊਨਿਟੀ ਚ ਕਲੋਨੀ ਚ ਐਟਲੀਸਟ ਉਹ ਆਏ ਚਾਹੁੰਦੇ ਆ ਵੀ ਵਾਂਟ ਹਿਮ ਟੂ ਬੀ ਸਕਸੈਸਫੁਲ ਵੀ ਵਾਂਟ ਹਿਮ ਟੂ ਵਿਨ ਤੇ ਅਸੀਂ ਵੀ ਚਾਹੁੰਦੇ ਆ ਜੇ ਕੋਈ ਮੈਨੂੰ ਪੁੱਛੇ ਕੱਲ ਨੂੰ ਰਾਈਟ ਵੀ ਨੈਕਸਟ ਜਨਰੇਸ਼ਨ ਫਾਰਮਰ ਜਾਂ ਕੋਈ ਵੀ ਕਿੱਥੋਂ ਸਟਾਰਟ ਕਰਨਾ ਜਾਂ ਕੋਈ ਵੀ ਐਡਵਾਈਸ we're Yeah. open to do that too because ਜਿੰਨਾ win ਹੋਈਦਾ as a team ਜਾਂ together that's you can achieve much more ਵੈਰੀ ਗੁੱਡ ਬਹੁਤ ਵਧੀਆ ਗੱਲਾਂ ਹੋ ਰਹੀਆਂ ਸਮਾਂ ਮੇਰੇ ਕੋਲ ਭੱਜ ਚੱਲਿਆ ਤੇ ਮੈਨੂੰ ਐ ਦੱਸਿਓ ਬਈ ਆਪਣੇ ਪ੍ਰੋਡਕਟ ਦੇ ਬਾਰੇ ਹੁਣ ਵੈਬਸਾਈਟ ਬੱਚੇ ਗੂਗਲ ਕਰਨ ਕਿੱਥੇ ਪਤਾ ਕਰਨ ਫਿਰ So good question. ਜਿਵੇਂ ਹੁਣ ਇੱਕ ਤਾਂ ਆਪਣਾ ਆਨਲਾਈਨ ਸਟੋਰ ਵੀ ਆ shop.farmingkarma.ca ਸਾਡਾ ਮੰਥ ਟੂ ਮੰਥ ਇੰਪਰੂਵਮੈਂਟ ਹੋਈ ਜਾਂਦੀ ਆ everything pretty new ਆ ਸਾਡੇ ਲਈ ਰਾਈਟ ਅਸੀਂ ਡੇ ਟੂ ਡੇ ਲਰਨ ਕਰੀ ਜਾਂਦੇ ਆ ਸੋ farmingkarma.ca ਤੇ ਇਨਫੋਰਮੇਸ਼ਨ ਆ ਵੀ ਮਮ ਡੈਡ ਦੀ ਬੈਕਗ੍ਰਾਉਂਡ ਅਸੀਂ ਕਿਵੇਂ ਸ਼ੁਰੂ ਕੀਤਾ ਸੀ ਤੇ ਸੋਡਾ ਦੀ ਇਨਫੋਰਮੇਸ਼ਨ ਸੋ that would be the best resource ਤੇ ਨਾਲ ਦੀ ਨਾਲ ਜਦੋਂ ਹੁਣ ਸਟੋਰ ਵਧੀ ਜਾਂਦੇ ਆ ਉਹਦੇ ਨਾਲ ਵੀ ਹੋਪਫੁਲੀ ਜਿਵੇਂ ਹੁਣ ਲੋਅਰ ਮੇਨਲੈਂਡ ਚ ਅਸੀਂ ਚਾਹੁੰਦੇ ਆ ਵੀ ਕਲੋਨੀ ਵਰਗਾ ਹੋ ਜਾਵੇ ਦਿਸ ਈਅਰ ਵੀ ਜਿਵੇਂ ਐਕਸੈਸਿਬਲ ਹੋ ਜਾਵੇ ਸੋਡਾ ਵੀ ਔਖਾ ਨਾ ਹੋਵੇ ਲੱਭਣ ਲਈ ਆ ਤੇ ਜਿਹੜਾ ਸਾਡਾ ਆਨਲਾਈਨ ਸਟੋਰ ਹੈਗਾ ਆ ਉਹ ਅਸੀਂ ਪੈਂਡੈਮਿਕ ਚ ਐਕਚੁਅਲੀ ਲਾਂਚ ਕੀਤਾ ਸੀ ਜੋ ਲੋਕੀ ਬਾਹਰ ਨਹੀਂ ਸੀ ਬਹੁਤਾ ਜਾਂਦੇ ਸਟੋਰਾਂ ਚ ਜਾ ਕੇ ਬਾਏ ਨਹੀਂ ਸੀ ਕਰਦੇ ਸਾਡਾ ਆਨਲਾਈਨ ਸਟੋਰ ਜੇ ਤੁਸੀਂ ਆਰਡਰ ਕਰਦੇ ਹੋ ਕੈਨੇਡਾ ਵਾਈਡ ਅਸੀਂ ਸ਼ਿਪ ਕਰੀਦਾ ਸੋ ਜੇ ਤੁਸੀਂ ਉਦਾਂ ਤਾਂ ਤੁਹਾਡੇ BC ਚ ਤਾਂ ਲੋਕਲ ਸਟੋਰਾਂ ਚ ਤੁਹਾਨੂੰ ਦਿਸ ਜਾਣਾ ਪ੍ਰੋਡਕਟ ਪਰ ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਘਰੇ ਆਵੇ ਤੁਸੀਂ ਡਾਇਰੈਕਟਲੀ ਵੀ ਸਾਡੀ website free shipping across Canada ਓਕੇ ਤੇ ਇਹਦੇ ਪੈਕ ਜਿਹੜੇ ਨੇ ਉਹ ਅਲੱਗ-ਅਲੱਗ ਉਸ ਤਰ੍ਹਾਂ ਹੀ ਫਲੇਵਰ ਵਾਂਗੂ ਹੀ ਨੇ ਹਾਂਜੀ 6 ਪੈਕ ਹਾਂਜੀ 6 ਪੈਕ yeah ਸੋ ਉਹਦੇ ਤੇ ਲਿਖਿਆ ਵੀ ਬਾਹਰ ਫਾਰਮਿੰਗ ਕਰਮਾ ਹੀ ਹੈ ਹਾਂਜੀ ਫਾਰਮਿੰਗ ਕਰਮਾ ਹੀ ਹੈ ਸੋ ਉਹਨਾਂ ਦੇ ਡਿਫਰੈਂਟ ਕਲਰਸ ਗ੍ਰੀਨ ਰੈਡ ਸੋ ਸਾਰੇ ਅਸੀਂ ਹੁਣ ਤਾਂ ਜਿਵੇਂ ਸ਼ੇਮਾ ਕਲਰ ਸ਼ੇਮਾ ਫਲੇਵਰ ਚੂਜ਼ ਕਰਨ ਲੱਗੇ ਸਾਡੇ ਕਲਰ ਮੁੱਕੀ ਜਾਂਦੇ ਸੋ ਆਈਡੀਆ ਤਾਂ ਬਹੁਤ ਆ ਪਰ ਕਲਰ ਵੀ ਦੇਖਣੇ ਪੈਂਦੇ ਵੀ ਕਿੰਨੇ ਰਹਿ ਗਏ ਰਾਈਟ ਸੋ ਯਾ ਆਲ ਡਿਫਰੈਂਟ ਕਲਰ ਜਿਵੇਂ ਚੈਰੀ ਤੇ ਐਪਲ ਰੈਡ ਪੀਚਸ ਵੈਰੀ ਗੁੱਡ ਇਹ ਗੱਲਬਾਤ ਜੀ ਇਹ ਬਾਈ ਜੀ ਕਰਮੇ ਹੋਣੀ ਭਾਜੀ ਗੁਰਦਿਆਲ ਸਿੰਘ ਡੇਲ ਬਾਦ ਉਹਨਾਂ ਦੇ ਬਹੁਤ ਪਰਮ ਮਿੱਤਰ ਨੇ ਸੋ ਇਹ ਗੱਲ ਕਰਨੀ ਮੈਂ ਜੇ ਮੇਰੇ ਮਨ ਦੇ ਵਿੱਚ ਸੀ ਵੀ ਜਦ ਕਿਤੇ ਦੋਨੇ ਹੀ ਬੱਚੇ ਇੱਥੇ ਆਉਣ ਪਰਸਨਲੀ ਬੈਠ ਕੇ ਅਸੀਂ ਗੱਲ ਕਰੀਏ ਬਹੁਤ ਐਡਮਾਇਰਿੰਗ ਹੈ ਬਹੁਤ ਵਧੀਆ ਗੱਲ ਹੈ ਪਰਿਵਾਰ ਦੀ ਇਹ ਨਹੀਂ ਹੈ ਵੀ ਲਾਰਜ ਸਕੇਲ ਦੀ ਫਾਰਮਿੰਗ 200-300 ਕਿੱਲੇ ਦੀ ਚੋਂ ਹੀ ਚੀਜ਼ਾਂ ਹੋ ਸਕਦੀਆਂ ਨੇ ਥੋੜ੍ਹੀ ਤੋਂ ਵੀ ਹੋ ਸਕਦੀ ਹੈ ਉਹੋ ਜਿਹੇ ਯੂਨਿਟ ਲੱਗ ਸਕਦੇ ਨੇ ਜ਼ਰੂਰ ਕੋਈ ਕੁਦਰਤ ਨੂੰ ਤਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ ਓਬਵੀਅਸਲੀ ਕੰਟਰੋਲ ਕਰ ਸਕਦੇ ਹਾਂ ਵਾਤਾਵਰਨ ਵਧੀਆ ਰੱਖੀਏ ਪਰ ਜੇ ਕੁਛ ਤੁਹਾਡੀ ਕ੍ਰੌਪ ਦੇ ਵਿੱਚ ਕੁਛ ਹੁੰਦਾ ਉਹਦਾ ਅਲਟਰਨੇਟਿਵ ਕੀ ਹੈ ਇਹ ਸਾਡੇ ਦਿਮਾਗ ਦੇ ਵਿੱਚ ਜ਼ਰੂਰ ਚਾਹੀਦੀ ਹੈ ਠੰਡ ਆ ਗਈ ਗਰਮੀ ਆ ਗਈ ਹੇਲ ਪੈ ਗਈ ਉਹਦਾ ਕੋਈ ਵੈਲਿਊ ਐਡਿਡ ਸਿਸਟਮ ਉਹ 'ਚ ਚਾਹੀਦਾ ਤਾਂ ਅਗਲੀ ਪੀੜ੍ਹੀ ਤੇ ਇਹਨਾਂ ਦੇ ਹਾਣ ਦੀਆਂ ਚੀਜ਼ਾਂ ਚਾਹੀਦੀਆਂ ਜੇ ਇਹਨਾਂ ਨੂੰ ਕੋਈ ਵੀ ਟਰੈਕਟ ਤੇ ਬਹਿ ਕੇ ਬਾਉਣਗੇ ਇਹ ਸਪਰੇਆਂ ਕਰਨਗੇ ਉਹ ਇਹਨਾਂ ਤੇ ਨਹੀਂ ਹੋਣਾ ਇਹਨਾਂ ਦੀਆਂ ਨਾਲ ਡਿਗਰੀਜ਼ ਹੋਣ ਜਿਵੇਂ ਨੈਵੀ ਨੇ ਮਾਈਨਿੰਗ ਇੰਜੀਨੀਅਰਿੰਗ ਕੀਤੀ ਹੈ ਬਹੁਤ ਵਧੀਆ ਇੱਕ ਕੰਮ ਹੈ BC 'ਚ ਜਿੱਥੇ ਮਰਜ਼ੀ ਮਾਈਨਿੰਗ ਦਾ ਬੜਾ ਸਕੋਪ ਹੈ ਦੁਨੀਆ 'ਚ ਕਿਤੇ ਰਹਿਣਾ ਚਾਹੋ ਤੁਸੀਂ ਜਾ ਸਕਦੇ ਹੋ ਫਾਰਮਾਸਿਸਟ ਕਿਤੇ ਜਾ ਕੇ ਫਾਰਮੇਸੀ ਸ਼ੁਰੂ ਕਰ ਸਕਦਾ ਪਰ ਘਰ ਦੀ ਮਾਤਾ ਪਿਤਾ ਦੀ ਪਸੀਨੇ ਦੀ ਮਹਿਕ ਜਿਹੜੀ ਉਸ ਮਿੱਟੀ ਦੇ ਵਿੱਚ ਆਉਂਦੀ ਹੈ ਉਹਦੇ ਵਿੱਚੋਂ ਜਿਹੜਾ ਖਰੀਦ ਕੇ ਜਿਹੜਾ ਪੈਦਾ ਹੋ ਕੇ ਫਰੂਟ ਆਉਂਦਾ ਉਸ ਦੇ ਅੱਗੇ ਉਹਨੂੰ ਸੋਡੇ ਦੇ ਰੂਪ ਦੇ ਵਿੱਚ ਦੇ ਕੇ ਫਾਰਮਿੰਗ ਪਿਤਾ ਦੇ ਨਾਂ ਦੇ ਨਾਲ ਤੇ ਟੁੱਡੀਕਿਆਂ ਦਾ ਨਾਂ ਨਾਲ ਜਿਹੜਾ ਉਹ ਵੀ ਉੱਪਰ ਗਿਆ ਤੇ ਵਧਾਈਆਂ ਬਹੁਤ ਤੇ ਬੜਾ ਖੁਸ਼ੀ ਹੋਈ ਮਿਲ ਕੇ ਤੇ ਵਧੀਆ ਬਹੁਤ ਲੱਗਿਆ ਤੇ ਨੈਕਸਟ ਲੈਵਲ ਤੇ ਜਦ ਜਾਣੀ ਆ ਗੱਲ ਕੋਈ ਅਗਲੀ ਇਨੋਵੇਸ਼ਨ ਹੋਣੀ ਆ ਦੈਨ ਫੇਰ ਤੁਸੀਂ ਆਉਣਾ ਜਾਂ ਫੇਰ ਵੀ ਕਿਸੇ ਦਿਨ ਲੋੜ ਪਈ ਫੇਰ ਤੁਹਾਨੂੰ ਆਵਾਜ਼ ਮਾਰਾਂਗੇ ਵੈਲ ਵਿਸ਼ਸ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸਾਨੂੰ ਆਪਣੇ ਸ਼ੋਅ ਤੇ ਧੰਨਵਾਦ ਐਵੀ ਗਿੱਲ ਤੇ ਵਿਨੀ ਗਿੱਲ ਦੋਨੇ ਹੀ ਖੂਬਸੂਰਤ ਜੋੜੀ ਜਿੱਥੇ ਸਾਡੇ ਪੁੱਤਰ ਧੀ ਨੇ ਤੇ ਉਦੋਂ ਅਗਲੀ ਪੀੜ੍ਹੀ ਨੂੰ ਵੇਖ ਕੇ ਖੁਸ਼ ਤੇ ਬਾਗੋ ਬਾਗ ਦੇਖ ਕੇ ਬੜਾ ਮਨ ਖੁਸ਼ ਹੋਇਆ
ਇਸ ਤਰ੍ਹਾਂ ਹੀ ਹੈ ਸਾਡੇ ਇਹ ਜਿਹੜੀ ਪਹਿਲੇ ਪੁਰਖਿਆਂ ਨੇ ਮਿਹਨਤ ਕੀਤੀ। 1897 'ਚ ਪਹਿਲਾ ਸਿੱਖ ਆਇਆ, 125 ਵਰੇ ਹੋ ਗਏ। 125 ਵਰਿਆਂ ਦਾ ਸਫ਼ਰ ਆ, ਉਹਦੇ 'ਚ ਕੈਮਾਗਾਟਾ ਮਾਰੂਗਾ 1914 'ਚ ਜਦ ਇਸ ਕੰਢਿਆਂ ਦੇ ਵਿੱਚੋਂ ਬੈਠ ਕੇ ਸਾਡੇ ਬਜ਼ੁਰਗ ਮੋੜੇ ਗਏ। ਉਸ ਧਰਤ 'ਤੇ ਸਾਡੇ ਫਿਰ ਬ੍ਰੈਂਡਿੰਗ ਚੱਲ ਰਹੀ ਹੈ ਸਾਡੇ ਨੌਵਾਂ ਦੀ। ਇਹ ਸਭ ਜਿਹੜੀ ਗੁਰੂ ਪਾਤਸ਼ਾਹ ਦੀ ਕਿਰਪਾ, ਵੱਡੀ ਅਪਾਰ ਕਿਰਪਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਜਿਹਦੇ ਕਰਕੇ ਸੇਧਾਂ ਮਿਲਦੀਆਂ। ਪਰਿਵਾਰ ਦੇ ਬਾਰੇ ਸਰਦਾਰ ਪਰਵਰ ਸਿੰਘ ਹੋਣੀ, ਜਿਨ੍ਹਾਂ ਨੇ ਬਹੁਤ ਚਿਰ ਪੜ੍ਹਾਇਆ ਢੁੱਡੀਕੇ, ਅਤੇ ਉਹਨਾਂ ਨੇ ਬਾਈ ਕਰਮਜੀਤ ਹੋਣੀ, ਕਰਮੇ ਹੋਣੀ ਕਹਿੰਦੇ ਮੇਰੇ ਕੋਲ ਪੜ੍ਹੇ ਨੇ, ਹਾਕੀ ਦੇ ਪਲੇਅਰ, ਕਹਿੰਦਾ ਬਹੁਤ ਵਧੀਆ ਹਾਕੀ ਬਾਈ ਖੇਲਦਾ ਛੋਟਾ, ਅਤੇ ਨੱਚਦਾ ਹੁੰਦਾ ਜਦ ਹਾਕੀ ਖੇਲਦਾ। ਅਤੇ ਨਾਲ ਹੀ ਪਰਿਵਾਰ ਦਾ ਜਿਹੜਾ ਮੁੱਢ ਮਾਤਾ ਜੀ ਉਹਨਾਂ ਬਾਰੇ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਵੀ ਢੁੱਡੀਕੇ ਪੜ੍ਹਾਇਆ ਬਹੁਤ ਚਿਰ। ਅਧਿਆਪਕਾਂ ਦੇ ਇਹ ਹਿੱਸੇ ਆਉਂਦਾ ਹੈ ਕਿ ਉਹ ਜਿੱਥੇ ਦੁਨੀਆ ਦੀ ਸੇਵਾ ਕਰਦੇ ਨੇ, ਫਿਰ ਘਰ ਦੇ ਵਿੱਚ ਵੀ ਭਾਗ ਲੱਗਦੇ ਨੇ, ਜਦ ਹਰ ਧੀ ਪੁੱਤ ਨੂੰ ਆਪਣਾ ਧੀ ਪੁੱਤ ਬਣਾ ਕੇ ਉਹਨਾਂ ਨੇ ਜਿਹੜੀ ਉਹ ਸਿੱਖਿਆ ਦੇਣੀ ਹੈ। ਸੋ ਮਾਤਾ ਜੀ ਹੋਣੀ ਜਿਹੜਾ ਘਰ ਦਾ ਥੰਮ ਨੇ, ਉਹਨਾਂ ਨੇ ਪੜ੍ਹਾਇਆ ਬਹੁਤ ਚਿਰ। ਅਤੇ ਇਹ ਉਸਤਾਦਾਂ ਨੂੰ ਸਤਿਕਾਰ ਹੈ ਜਿਹੜਾ ਸਰਦਾਰ ਪਰਵਰ ਸਿੰਘ ਉਹਨਾਂ ਨੇ ਮਾਣ ਦੇ ਨਾਲ ਇਹ ਗੱਲ ਕੀਤੀ, ਕਹਿੰਦੇ ਇਹੋ ਜਿਹੇ ਬੰਦੇ ਜ਼ਿੰਦਗੀ 'ਚ ਬਹੁਤ ਘੱਟ ਮਿਲਦੇ ਆ। ਲਓ ਜੀ, ਡੈਡੀਕੇਟਡ ਕਰਦੇ ਹਾਂ ਇਹ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਹੀ ਤਰੱਕੀਆਂ 'ਚ ਹੋਵੇ, ਅਤੇ ਤੁਹਾਡੀ ਪੀੜ੍ਹੀ, ਤੁਹਾਡੇ ਬਾਲ ਬੱਚੇ ਆ ਕੇ ਮੇਰੇ ਨਾਲ ਬੈਠ ਕੇ ਆਪਣੀ ਜ਼ਿੰਦਗੀ ਦੀਆਂ ਤਰੱਕੀਆਂ ਦੀ ਗੱਲ ਕਰਦੇ ਰਹਿਣ। ਦੱਸਿਆ ਕਰੋ ਜਾਂ ਜਵਾਕ ਤਰੱਕੀ 'ਤੇ, ਜਿਵੇਂ ਗਗਨ ਨਾਹਲ 'ਤੇ ਬਹੁਤ ਮਾਣ ਮੈਨੂੰ ਹੁੰਦਾ। ਨੌਜਵਾਨ ਵਕੀਲ ਹੈ, 2 ਸਾਲ ਦੀ ਪ੍ਰੈਕਟਿਸ ਹੈ, ਕ੍ਰਿਮੀਨਲ ਡਿਫੈਂਸ ਲਾਇਰ ਆ, ਧੁੱਕੀ ਕੱਢੀ ਪਈ ਹੈ। 93 ਦਾ ਜਨਮ ਹੈ, ਹਲੇ 29 ਵਰਿਆਂ ਦਾ, ਵਿੱਚੇ ਲਾਅ ਕੀਤਾ, ਵਿੱਚੇ ਸਿਰੇ ਦੇ ਲੋਇਰ ਦੇ ਨਾਲ ਆਰਟੀਕਲਿੰਗ ਕੀਤੀ ਹੈ। ਪਿਤਾ ਜੀ ਉਹਦੇ ਰੀਅਲਟਰ ਸਰਦਾਰ ਜਸਵੀਰ ਸਿੰਘ ਨਾਲ, ਸਾਰੇ ਜਾਣਦੇ ਹੋ। ਮੁੰਡੇ ਦੀ ਖਿੱਚ ਆ, ਕੁਛ ਪਰਸਨੈਲਿਟੀ ਆ, ਮਿਲ ਕੇ ਤੁਹਾਨੂੰ ਐਂ ਲੱਗਦਾ ਜਿਵੇਂ ਚੁੰਬਕ ਬੈਠਾ ਮੇਰੇ ਕੋਲ। ਰਾਤ ਸਰਦਾਰ ਹਰਪਾਲ ਸਿੰਘ ਸੂਦ 'ਚ ਉਹਨਾਂ ਦੀ ਪੁੱਤਰੀ, ਜਿਹੜੇ ਗ੍ਰੈਂਡ ਤਾਜ ਵਾਲੇ, ਉਹਨਾਂ ਦੀ ਪੁੱਤਰੀ ਪੁਨੀਤ ਜਿਹੜੀ ਵਕੀਲ ਹੈ, 3 ਧੀਆਂ ਬਾਈ ਜੀ ਦੀਆਂ, ਇੱਕ ਵਕੀਲ, ਇੱਕ ਡਾਕਟਰ, ਇੱਕ CGA ਬਣ ਰਹੀ ਹੈ। ਸਵਾਦ ਦੀ ਗੱਲ ਹੈ। ਖੇੜਾ ਹੀ ਹੋਰ ਸੀ ਕੁਛ ਉਸ ਗੈਦਰਿੰਗ ਦੇ ਵਿੱਚ ਵੀ ਇਹ ਧੀਆਂ ਬਹੁਤ ਟ੍ਰੇਨ ਹੋਣੀਆਂ ਚਾਹੀਦੀਆਂ। ਬਹੁਤ ਵਧੀਆ ਲੱਗਦਾ। ਉੱਥੇ ਬੈਠੇ ਗਗਨ ਆ ਗਿਆ ਅਤੇ ਅਸੀਂ ਅੱਧਾ ਪੌਣਾ ਘੰਟਾ ਬੈਠੇ। ਇਉਂ ਸੀ ਵੀ ਗੱਲਾਂ ਕਰੀ ਜਾਈਏ। ਇਹੋ ਜਿਹੀ ਕਈ ਵਾਰ ਕਸ਼ਿਸ਼ ਹੁੰਦੀ ਆ ਕਿਸੇ, ਇਹ ਅਗਲੀ ਪੀੜ੍ਹੀ ਸਾਡੀ ਚੜ੍ਹਦੀ ਕਲਾ 'ਚ ਰਹੇ। ਦਰਸ਼ਨ ਜੋਗਾ ਇੱਕ ਲੇਖਕ ਨੇ, ਮਾਨਸੇ ਦੇ ਨੇੜੇ ਜੋਗਾ ਰੱਲਾ ਪਿੰਡ ਹੈ, ਅਤੇ ਉਹਨਾਂ ਦੀ ਇੱਕ ਕਿਤਾਬ ਆ, ਚੇਤਨਾ ਪ੍ਰਕਾਸ਼ਨ ਨੇ ਛਾਪੀ ਹੋਈ ਆ, ਗੁਲਾਟੀ ਸਾਹਿਬ ਉਹਨਾਂ ਨੇ ਮੁੱਖ ਦੀ ਗੱਲ। ਉਹਦੇ ਵਿੱਚੋਂ ਇੱਕ ਕਹਾਣੀ ਸੁਣਾਉਣਾ। ਕਹਾਣੀਆਂ ਸਾਰੀਆਂ ਵਧੀਆ ਨੇ, ਕਹਾਣੀਆਂ ਦੀਆਂ ਕਿਤਾਬਾਂ ਹੁਣ ਇਕੱਠੀਆਂ ਕੀਤੀਆਂ। ਜਿਹੜੇ ਪੱਕੀਆਂ ਪਹਿਲਾਂ ਕਹਾਣੀਆਂ ਆਪਾਂ ਜਿਨ੍ਹਾਂ ਦੀਆਂ ਸੁਣਾਉਂਦੇ ਆ, ਉਹਨਾਂ ਤੋਂ ਹਟ ਕੇ ਜਿਹੜੇ ਨਵੇਂ ਲੇਖਕ ਨੇ, ਸੁਰਿੰਦਰ ਨੂੰ ਵੀ ਕਿਹਾ, ਦਾਊ ਮਾਜਰੇ ਵਾਲਾ ਵੀ ਲਿਖ ਰਿਹਾ, ਸ਼ਾਇਦ ਅਗਲੇ ਬੁੱਧਵਾਰ ਤੱਕ ਕਰ ਦੇਵੇ ਰੈਡੀ ਕਹਾਣੀ। ਜੱਗੀ ਕੁੱਸੇ ਤੋਂ ਸ਼ੁਰੂ ਹੋਇਆ ਸਫ਼ਰ 2009 ਤੋਂ। ਐਡਾ ਸੂਤ ਬੈਠਿਆ, ਜਦ ਮੈਂ ਕਹਾਣੀ ਸ਼ੁਰੂ ਕਰਨੀ ਸੀ ਕਹਿੰਦਾ ਗਿੱਲਾ ਮੇਰੇ ਪਾਤਰਾਂ ਨੂੰ ਕਿਵੇਂ ਤੂੰ ਸੈੱਟ ਕਰੇਂਗਾ। ਮੇਰਾ ਤਾਂ ਪਾਤਰ ਅੜਵੈੜਾ ਬੋਲਦਾ, ਥਾਣੇਦਾਰ ਜਿਹਦੇ ਨਾਸਾਂ ਦੇ ਵਿੱਚ ਵਾਲਾਂ 'ਚੋਂ ਅੜ ਕੇ ਸਾਹ ਆਉਂਦਾ, ਗਾਲਾਂ ਕੱਢਦਾ, ਜਿਹਦੇ 50 ਚਿਪਕੀ ਹੋਈ ਆ ਸਿਰ ਦੇ ਨਾਲ, ਫਨੀਅਰ ਸੱਪ ਵਾਂਗੂ ਜੀਭਾਂ ਕੱਢਦੀ ਹੈ, ਸਿਰ 'ਤੇ ਭੋਰਾ ਕਿ ਜੂੜੀ ਹੈ, ਜਿਵੇਂ ਮਾੜਾ ਗੰਢਾ ਨਹੀਂ ਹੋਇਆ ਹੁੰਦਾ, ਗਰਮੀ 'ਚ ਆ ਗਿਆ ਹੁੰਦਾ। ਅਤੇ ਉਹਨਾਂ ਨੂੰ ਕਿਵੇਂ ਸੂਤ ਕਰੇਗਾ। ਗੁਰੂ ਕਿਰਪਾ ਦੇ ਨਾਲ ਉਹ ਸੂਤ ਹੋ ਗਈਆਂ। ਅਤੇ ਫਿਰ ਜਸਵੰਤ ਸਿੰਘ ਕਮਲ, ਸਰਦਾਰ ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਅਤੇ ਸਰਦਾਰ ਬੂਟਾ ਸਿੰਘ ਸ਼ਾਦ, ਵੀਨਾ ਵਰਮਾ ਜੀ, ਅਤੇ ਕਿਰਪਾਲ ਕਜ਼ਾਕ, ਅਤੇ ਇਹਨਾਂ ਦੀਆਂ ਕਹਾਣੀਆਂ ਤੁਹਾਡੇ ਮੈਂ ਸਨਮੁਖ ਕੀਤੀਆਂ ਨੇ। ਦਰਸ਼ਨ ਜੋਗੇ ਦੀ ਕਹਾਣੀ ਅੱਜ ਦੀ ਚਰਪਰੀ। ਘਰੇ ਬੈਠਾ ਸੋਚਾਂ ਚੱਲਾਂ ਕਿ ਨਾ, ਇਹ ਵਿਆਹਾਂ ਵਾਲਾ ਕੰਮ ਮੇਰੇ ਯਾਰ ਸੂਤ ਨਹੀਂ ਆਉਂਦਾ, ਮੇਰੀ ਆਥਣ ਖਰਾਬ ਕਰਦਾ ਇਹ ਵਿਆਹ। ਐਵੇਂ ਅੱਧੀ ਕੁ ਰਾਤ ਤੱਕ ਧੂਤਕੜਾ ਪਾਈ ਚੱਲੋ, ਅਤੇ ਕੀ ਕਰਾਂ, ਅੱਜ ਰਹਿਣ ਹੀ ਦੇਵਾਂ ਕਿ ਜਾਇਆ ਮੈਂ। ਘਰ ਵਾਲੀ ਕਹਿੰਦੀ ਸਿਰ 'ਤੇ ਖੜ੍ਹ ਕੇ ਆ ਕੇ, ਅੱਡੀਆਂ ਕੂਚੀ ਫਿਰਦੀ ਸੀ ਝਾਵੇਂ ਨਾਲ, ਕੀ ਪ੍ਰੋਗਰਾਮ ਆ ਫਿਰ? ਚੱਲਾਂਗੇ, ਨਾਲੇ ਰਾਣਾ ਖੁਸ਼ ਹੋ ਜੂ, ਚੱਲਦੇ ਹਾਂ ਅੱਜ ਫਿਰ। ਧੰਨਵਾਦ ਧੰਨਵਾਦ, ਸ਼ੁਕਰ ਜੇ ਤੁਸੀਂ ਜਾਣਾ ਨਾਲ, ਚੰਗੀ ਗੱਲ ਆ। ਮੈਂ ਤਾਂ ਹਰ ਵਾਰ ਕਹਿਣੀ ਆ, ਮਿਲਣਾ ਗਿਲਣਾ ਚਾਹੀਦਾ, ਲੋਕਾਂ 'ਚ ਜਾਣਾ ਚਾਹੀਦਾ। ਤੁਸੀਂ ਸ਼ੁਕਰ ਆ ਅੱਜ ਮੇਰੇ ਸਰਦਾਰ ਦਾ ਮੂਡ ਬਣਿਆ, ਵਧਾਈ ਹੋਵੇ। ਮੇਰੀ ਹਾਂ ਸੁਣ ਕੇ ਘਰ ਵਾਲੀ ਹਾਸੇ ਵਾਲੇ ਮੂਡ 'ਚ ਹੋ ਗਈ, ਨਾਲੇ ਨਿਹੋਰਾ ਮਾਰ ਗਈ, ਨਾਲੇ ਮੱਤਾਂ ਦੇ ਗਈ, ਚੰਗੀ ਵੀ ਲੱਗਦੀ ਹੈ।
ਗੱਲ ਇਹ ਸੀ ਕਿ ਆਪ ਤਿਆਰੀ ਸੀ, ਸੂਟ ਪ੍ਰੈਸ ਕੀਤੇ ਹੋਏ ਸੀ, ਸਲਵਾਰ 'ਚ ਨਾਲੇ ਪਾਏ ਹੋਏ ਸੀ, ਬੱਲੇ ਬੱਲੇ ਹੋਈ ਪਈ ਸੀ, ਝਾਂਜਰਾਂ ਦੀ ਗੱਲ ਹੋ ਰਹੀ ਸੀ, ਵੱਡੇ ਵੱਡੇ ਕਾਂਟਿਆਂ ਦੀ ਗੱਲ ਹੋ ਰਹੀ ਸੀ। ਪਾਪਾ, ਹਾਂ ਪੁੱਤ, ਇਉਂ ਕਰੋ, ਅੱਜ ਡਰਾਈਵਰ ਦੀ ਵੀ ਛੁੱਟੀ ਕਰ ਦਿਓ, ਅੱਜ ਗੱਡੀ 'ਚ ਆਪਾਂ ਹੀ ਚੱਲਣਾ। ਉਹਨੂੰ ਐਂ ਸੀ ਵੀ ਅੱਜ ਗੱਲਾਂ ਬਾਤਾਂ ਟੱਬਰ ਕਰਨਗੇ। ਡਰਾਈਵਿੰਗ ਕੌਣ ਕਰੂ ਪੁੱਤ? ਘਰ ਵਾਲੀ ਕਹਿੰਦੀ ਪਾਪਾ ਕਰਨਗੇ ਮੰਮੀ ਜੀ ਡਰਾਈਵਿੰਗ ਅੱਜ। ਬੇਟਾ ਖੁਸ਼ੀ ਟੱਪਦਾ ਮਾਂ ਦੇ ਨਾਲ ਭੱਜਿਆ ਫਿਰਦਾ। ਨਹੀਂ ਬੇਟੇ, ਨਾ 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 ਪੁੱਤ, ਰਾਤ ਨੂੰ ਅੱਧੀ ਰਾਤ ਮੁੜਨਾ, ਅੱਗੇ ਆਉਂਦੀ ਜਿਹੜੀਆਂ ਟ੍ਰੈਫਿਕ ਬਹੁਤ ਆ, ਅੱਗੇੋਂ ਲਾਈਟਾਂ ਏਡੀਆਂ ਮਾਰਦੇ ਨੇ ਟਰੱਕਾਂ ਵਾਲੇ, ਦੀਂਦਾ ਕੱਖ ਨਹੀਂ, ਡਿੱਪਰ ਕਿਸ ਨੂੰ ਮਾਰਨੇ। ਤੇਰੇ ਪਾਪੇ ਦੀ ਨਿਗਾਹ ਘੱਟ ਹੈ, ਉਮਰ ਹੋ ਰਹੀ ਹੈ ਇਹਨਾਂ ਦੀ, ਗੱਲ ਕਰਦੇ ਤਾਂ ਊਂ ਭੁੱਲ ਜਾਂਦੇ ਇਹ। ਨਾਲੇ ਅੱਜ ਕੱਲ੍ਹ ਦੇ ਵਿਆਹ ਕਿਹੜਾ ਛੋਟੇ ਹੁੰਦੇ, ਅੱਧਾ ਪੰਜਾਬ ਇਕੱਠਾ ਹੋਣਾ, ਪਾਰਕਿੰਗ ਕਰਨੀ ਹੈ, ਗੱਡੀ ਲੈ ਕੇ ਆਉਣੀ ਹੈ, ਗੱਡੀ 'ਚ ਬਹਿਣਾ ਹੈ। ਆਪਾਂ ਕਿੱਥੇ ਪਾਰਕਿੰਗ 'ਚ ਤੁਰੇ ਫਿਰਾਂਗੇ? ਆਪਾਂ ਨੂੰ ਲਾ ਕੇ ਪਾਰਕਿੰਗ ਕਰਨਗੇ, ਅੱਧਾ ਘੰਟਾ ਤੇਰੇ ਭਾਪੇ ਨੇ ਨਹੀਂ ਮੁੜਨਾ, ਘੰਟਾ ਖਰਾਬ। ਡਰਾਈਵਰ ਠੀਕ ਰਹੂਗਾ। ਮਾਂ ਪਿਓ ਦੀ ਬੀਤਬੰਦੀ ਮੇਰੇ ਗੱਲ 'ਚ ਪੈ ਰਹੀ ਸੀ। ਆਪਣੀ ਜਵਾਨੀ ਪਾਰੇ ਦੀ ਗੱਲ ਤੇ ਮੇਰੀ ਨਿਗਾਹ ਘੱਟ ਦੀ ਗੱਲ, ਮੈਂ ਹੈਰਾਨ ਆ। ਦੇਖੋ ਇਹ ਕਰਦੀ ਕੀ ਫਿਰਦੀ ਹੈ। ਉਹ ਕਿਉਂ ਫਿਕਰ ਕਰਦੀ ਐ? ਅੱਜ ਡਾਕਟਰ ਬਾਠ ਤੇਰਾ ਡਰਾਈਵਰ ਬਣੂ। ਸਭ ਕਾਸੇ ਦੇ ਤੁਸੀਂ ਉਹ ਡਰਾਈਵਰ ਹੋ। ਘਰ ਵਾਲੀ ਸ਼ਰਾਰਤ ਕਰ ਗਈ, ਖੁਸ਼ੀ ਦਾ ਫੁਹਾਰਾ ਸਿੱਟ ਗਈ। ਉਹ ਗੋਲੀ ਕੀ ਦੇ ਤੇ ਗਹਿਣੇ ਕੀ ਦੇ? ਅੱਜ ਸੇਵਾ ਕਰਨੀ ਹੈ ਸਰਦਾਰ ਦੀ। ਕਮਾਲ ਹੋ ਗਈ, ਅੱਜ ਬੜੇ ਦਿਆਲ ਹੋਏ ਫਿਰਦੇ ਹੋ। ਗਾਉਂ ਹੁੰਦਾ ਬੰਦੇ ਨੂੰ ਜਦ ਬਾਹਲਾ ਦਿਆਲ ਹੋਵੇ। ਉਹ ਦਿਆਲ ਤਾਂ ਅਸੀਂ ਜੰਮਣ ਵੇਲੇ ਤੋਂ ਹੀ ਆ। ਸਾਡੀ ਦਿਆਲਤਾ ਨੂੰ ਕੋਈ ਸਮਝੇ ਤਾਂ ਸਹੀ। ਘਰ ਵਾਲੀ ਤੇ ਮੈਂ ਸਿੱਟਦੀ ਗੱਲ। ਸੌਣ ਵਾਲੇ ਕਮਰੇ 'ਚ ਅਲਮਾਰੀ ਦੇ ਮੂਹਰੇ ਮੂੰਹ ਦੇਈ ਖੜੀ, ਪਹਿਨਣ ਵਾਲੇ ਕੱਪੜਿਆਂ ਦੀ ਨਿਰਖ ਪੁਰਖ ਕਰਨ ਲੱਗੀ। ਪਿਛਲੇ ਹਫ਼ਤੇ ਹੱਥ ਨੇ ਜਦ ਘਰੇ ਪਹੁੰਚਿਆ, ਪ੍ਰੀਤ ਨੇ ਕਾਰਡ ਫੜਾਇਆ। ਮੇਰੀ ਕਲੀਗ ਰਵਨੀਤ ਸੇਖੋਂ ਦੀ ਭੈਣ ਦੇ ਵਿਆਹ ਦੀ ਪਾਰਟੀ ਹੈ। ਵਿਆਹ ਉਹਨਾਂ ਨੇ ਇੱਕ ਦਿਨ ਪਹਿਲਾਂ ਘਰ ਦੇ ਮੈਂਬਰਾਂ ਨਾਲ ਗੁਰਦੁਆਰੇ ਕਰਤਾ, ਅਤੇ ਇਹ ਰਿਸੈਪਸ਼ਨ। ਰਵਨੀਤ ਹੋਣੀ ਕਹਿੰਦੇ ਰਾਤ ਦੀ ਪਾਰਟੀ ਆ, ਆਪਣਾ ਹੀ ਆਨੰਦ ਹੈ। ਰਾਤ ਦੀ ਪਾਰਟੀ ਰਾਤ ਦੀ ਓ ਹੁੰਦੀ ਹੈ, ਦਿਨ ਦੇ ਆਨੰਦ ਕਾਰਜ ਉਹਨੇ ਛੇਤੀ ਕਰਦੇ। ਆਹੋ, ਰਾਤ ਵਾਲੀਆਂ ਪਾਰਟੀਆਂ ਪਹਿਲਾਂ ਬਾਣੀਆਂ ਦੀਆਂ ਹੁੰਦੀਆਂ, ਰਾਤ ਨੂੰ ਫੇਰੇ ਉਹਦੇ ਨਾਲ ਹੀ ਪਾਰਟੀ ਨਿਬੇੜ ਦਿੰਦੇ। ਸਾਡੇ ਹਫ਼ਤਾ ਨਹੀਂ ਨਿਬੇੜਦੇ ਕੰਮ, ਧੂ ਹੀ ਫਿਰਦੇ ਆ। ਅੱਛਾ, ਰਵਨੀਤ ਦਾ ਖਾਸ ਸੁਨੇਹਾ ਸੁਣ ਲਓ। ਤੁਹਾਨੂੰ ਕਿਹਾ ਆਖੇ ਭਾਜੀ ਨੂੰ ਹਰ ਹਾਲਤ 'ਚ ਲੈ ਕੇ ਆਉਣਾ। ਮੁੰਡੇ ਦੀ ਇੱਕ ਮਾਸੀ ਭਾਜੀ ਦੇ ਪਿੰਡ ਵਿਆਹੀ ਹੋਈ ਆ, ਅਤੇ ਉਹ ਪਟਿਆਲੇ ਰਹਿੰਦੇ ਨੇ। ਪਿੱਛਾ ਉਹਨਾਂ ਦਾ ਧਰਮਗੜ੍ਹ ਹੈ। ਧਰਮਗੜ੍ਹ ਦਾ ਨਾਂ ਸੁਣ ਕੇ ਖਿਆਲ ਪਿੰਡ ਵੱਲ ਚਲ ਗਿਆ। ਹੱਥ 'ਚ ਫੜੇ ਕਾਰਡ ਨੂੰ ਨਿਹਾਰਦਾ ਰਿਹਾ। ਓਏ ਹਾਂ ਜਾਣਦਾ ਮੈਂ, ਆਪਣੇ ਪਿੰਡੋਂ ਨੇ, ਭੁੱਲਰ ਵੱਜਦੇ ਨੇ, ਤਕੜਾ ਘਰ ਹੈ, ਜ਼ਮੀਨ ਵੀ ਚੰਗੀ ਆ ਭੁੱਲਰਾਂ ਕੋਲ। ਮਾਸੀ ਆ ਮੁੰਡੇ ਦੀ। ਅੱਛਾ, ਚਲੋ ਆਪਾਂ ਚੇਂਜ ਕਰੋ ਫਿਰ, ਪਾਓ, ਬੰਨਣ ਲੱਗੋ ਦਸਤਾਰ। ਤੁਸੀਂ ਡੈਡ, ਤੁਸੀਂ ਬੜਾ ਟਾਈਮ ਲਾਉਣਾ। ਚਲੋ ਪਾਓ ਕੱਪੜੇ, ਤਿਆਰ ਤਾਂ ਹੋ, ਪ੍ਰਬੰਧ ਤਾਂ ਕਰੋ। ਰਾਣਾ ਗੁਸਲਖਾਨੇ 'ਚੋਂ ਨਹਾ ਕੇ ਆ ਗਏ। ਕਿਹੜਾ ਸੂਟ ਦੇਵਾਂ ਜੀ ਤੁਹਾਨੂੰ? ਮੇਰੇ ਸੂਟ ਵਾਲੇ ਨਾਲ ਦੀ ਪੱਗ ਬੰਨੋਗੇ ਕਿ ਨਹੀਂ? ਨਹੀਂ, ਤੂੰ ਆਪਣਾ ਪਾ, ਮੈਂ ਆਪਣਾ ਪਾਉਣਾ। ਇਹ ਨਹੀਂ ਵਧੀਆ ਲੱਗਦਾ ਹੁੰਦਾ। ਨਾ ਪਾ ਕੇ ਆਉਂਦੀਆਂ ਨੇ, ਸੂਟ ਦੇ ਨਾਲ ਦੀ ਪੱਗ ਚਾਹੀਦੀ ਹੈ। ਚਲੋ ਪਾਓ ਫਿਰ, ਹੋਰ ਕਿਸੇ ਦੇ ਰੰਗ ਸੂਟ ਦੇ ਨਾਲ ਦਾ ਤਾਂ ਪਾਓਗੇ, ਕੋਈ ਨਾ ਕੋਈ ਕਹਾਣੀ। ਨਹੀਂ, ਇਹੋ ਜਿਹੀ ਨਹੀਂ ਗੱਲ ਹੈ। ਮੈਨੂੰ ਜਿਹੜੀ ਸੂਤ ਪੈ ਗਈ, ਮੈਂ ਆਪਣੀ ਅਲਮਾਰੀ ਕੋਲ ਚਲੇ ਗਿਆ, ਸਰੋਂ ਫੁੱਲੀ ਪੱਗ ਕੱਢ ਲਈ, ਹਲਕੇ ਪੀਲੇ ਰੰਗ ਦੀ ਕਮੀਜ਼ ਅਤੇ ਡਬਲ ਕੱਟ ਵਾਲਾ ਜਿਹੜਾ ਕਾਲਾ ਕੋਟ, ਫਨੀਅਰ ਵਰਗਾ, ਅਤੇ ਟਾਈ ਨਾਲ ਚੱਕ ਲਈ। ਪਾ ਕੇ ਸੂਟ, ਦਸਤਾਰ ਬੰਨ੍ਹ ਕੇ, ਜਾਂ ਟਾਈ ਦੀ ਗੂਠੇ ਦੀ ਅਤੇ ਪਹਿਲੀ ਉਂਗਲ ਦੀ ਦਾਬ ਨਾਲ ਦਿੱਤੀ ਗੱਠ, ਫਨੀਅਰ ਸੱਪ ਵਾਂਗੂ ਇਕੱਠੀ ਕਰਤੀ ਟਾਈ ਉੱਪਰ। ਪੱਗ ਜਿਹੜੀ ਬੰਨ੍ਹ ਕੇ ਤਿਆਰੀ ਕਰਕੇ, ਦਾੜੀ ਤੇ ਠਾਠੀ ਬੰਨ੍ਹ ਲਈ, ਹੋਠ ਠਿੱਪ ਲਈ, ਥੱਲੇ ਕਤਰੀ ਹੋਈ ਸੀ, ਗੋਲ ਕੁੰਡੇ ਕਰ ਲਏ ਮਸ਼ਹਿਰਿਆਂ ਦੇ, ਤਿੱਖੀ ਟੋ ਵਾਲੇ ਬੂਟ, ਕਾਲੀ ਜਦ ਪੂਰੀ ਕਰਕੇ ਪਾਲਿਸ਼, ਮੂੰਹ ਦੇਖਿਆ ਧਰਮ ਨਾਲ, ਝਾਤ ਕਹੇ ਝਾਤ। ਆ ਜਾਓ ਵੀ ਤਿਆਰ ਹੋ ਕੇ, ਥੱਲੇ ਆ ਜਾਓ, ਗੱਡੀ ਕੱਢਦਾ ਮੈਂ। ਪ੍ਰੀਤ ਤੇ ਰਣਦੀਪ ਗੱਡੀ 'ਚ ਬਹਿ। ਪਾਪਾ ਯੂ ਲੁਕਸ ਵੈਰੀ ਗੁੱਡ ਟੂਡੇ। ਰਾਣੇ ਨੇ ਹੌਲੀ ਦੇਖੇ ਕਿਹਾ, ਆਪਾਂ ਕਿਸੇ ਦੇ ਨੂੰਹ ਧੀ ਦਾ ਘਾਟਾ ਪੁੱਤ, ਇਹ ਤਾਂ ਉਈਓ ਨਹੀਂ ਤਿਆਰ ਹੋਈਦਾ। ਘੌਲ 'ਚ ਜਿੱਦਣ ਹੋ ਜਾਏ ਫਿਰ ਤਾਂ ਵੱਟ ਕੱਢ ਦਈਦੇ ਨੇ। ਕਿਸੇ ਦੇ ਪੁੱਤ ਜਵਾਈ ਤੋਂ ਘੱਟ ਤਾਂ ਅਸੀਂ ਵੀ ਨਹੀਂ। ਕਿਉਂ ਰਾਣੇ? ਨਾਲ ਘਰ ਵਾਲੀ ਨੇ ਕਿਹਾ। ਘਰ ਵਾਲੀ ਕਿੱਥੇ ਗੱਲ ਡਿੱਗਣ ਦਿੰਦੀ ਸੀ। ਮੇਰੇ ਯਾਦ ਆ ਗਿਆ ਵੀ ਜਦ ਪਿੰਡ ਹੁੰਦੇ, ਖੇਤੀ ਕਰਦੇ, ਪਿੰਡ 'ਚ ਵੀ ਮੈਂ ਬਾਹਲੀ ਗੱਲਾਂ ਬਾਤਾਂ ਨਾ ਕਰਦਾ। ਸਾਊ ਸੀ ਬਹੁਤ, ਬੜੇ ਦੋ ਭਾਈ ਸੀ। ਇੱਕ ਦਿਨ ਜਮਲੇ ਦਾ ਖਾੜਾ ਲੱਗਣ ਲੱਗਿਆ ਸੀ। 4 ਜਣਿਆਂ ਨੇ ਕਿਹਾ ਨਾਲ ਦੇ ਪਿੰਡ ਗਾਉਣ ਵਾਲੇ ਦੇ ਜਮਲੇ ਨੇ ਆਉਣਾ ਸੀ, ਅਤੇ ਐਤਵਾਰ ਛੁੱਟੀ ਆ। ਉੱਠਦੇ ਬਾਪੂ ਨੂੰ ਕਹਿੰਦਾ, ਗੱਲ ਸੁਣੋ ਏ। ਹਾਂ ਜੀ ਬਾਪੂ ਜੀ, ਅੱਜ ਪਾਣੀ ਦੀ ਵਾਰੀ ਹੈ। ਅੱਛਾ ਜੀ, ਜਾ ਕੇ ਨੱਕੇ ਛੱਡ ਕੇ ਆ।
ਮੈਂ ਜੀ ਸਕੂਲ ਦਾ ਕੰਮ ਕਰ ਨਾ ਦੁਪਹਿਰੋਂ ਬਾਅਦ ਕਰੀ ਚੱਲ। ਵਿੱਚੇ ਰਹਿ ਗਿਆ ਜਮਲਾ, ਵਿੱਚੇ ਘਰ ਦਾ ਛੋਟਾ ਹੋਣ ਕਰਕੇ ਜੋਗੀ ਪੀਰਾਂ ਦਾ ਮੇਲਾ ਆਉਣਾ, ਬਹੁਤ ਚਾਅ ਹੋਣਾ। ਜਾਨੂੰ ਬੇਬੇ ਨੇ ਕੈਗਲ ਕਰਾ ਲੈਣੀ ਦਰਾਂ ਮੂਹਰੇ, ਕਹਾਣੀ ਕਰਾ ਦੇਣੀ। ਵੇ ਸ਼ੋਰ, ਹਾਂ ਬੇਬੇ, ਮਿੱਟੀ ਦੇ ਥੋਬੇ ਫੜਾਈ ਪੁੱਤ, ਅੱਜ 2 ਘੰਟੇ 'ਚ ਲਿਪੀ ਜਾਊ ਕੰਧ। ਲਿਓੜਾਂ ਵਾਲੀ ਕੰਧ ਤੇ ਉਹ ਹੱਥ ਫੇਰਦੀ। ਰੋਣਾ 2 ਘੰਟਿਆਂ ਦੀ। ਪੰਗਾ ਇਹ ਸੀ ਵੀ ਆਉਂਦੇ ਜਾਂਦੇ ਤਾਂ ਲੰਘ ਗਏ, ਜਦ ਮੈਂ ਨਾਲ ਦੇ ਯਾਰ ਦੋਸਤ ਤਿਆਰ ਹੋ ਕੇ ਮੇਲੇ ਨੂੰ ਜਾਂਦੇ, ਮੈਂ ਬੇਬੇ ਨੂੰ ਗਾਰਾ ਫੜਾਉਂਦੇ ਹੁੰਦਾ। ਮੇਰੇ ਯਾਦ ਆ ਗਿਆ ਵੀ ਅੱਜ ਕਿੱਥੇ ਸਰਦਾਰ ਜੀ, ਕਿੱਥੇ ਖੋ ਗਏ? ਨਹੀਂ ਬਸ ਟ੍ਰੈਫਿਕ ਵੱਧ ਸੀ, ਡਰਾਈਵਿੰਗ ਵੱਲ ਧਿਆਨ ਸੀ। ਦੇਖ ਲਾ, ਆਹਾ ਜਦ ਸਿੱਧਵਾਂ ਵਾਲੀ ਨਹਿਰ ਟੱਪੇ ਲੁਧਿਆਣੇ ਬਾਹਰ ਨੂੰ ਨਿਕਲਣ ਲੱਗੇ, ਨਹਿਰ ਦੀ ਮਨਹੂਸ ਦੀ ਗੱਲ ਚੱਲ ਪਈ। ਆਹ ਨਹਿਰ ਤੋਂ ਨਾ ਮੇਰੇ ਨਾਲ ਦੀ ਕੁੜੀ ਨੇ ਇੱਕ ਨੇ ਛਾਲ ਮਾਰਤੀ, ਘਰ ਵਾਲੀ ਕਹਿੰਦੇ। ਮੈਨੂੰ ਵੀ ਔਖਾ ਲੱਗਿਆ, ਕੀ ਹੋਈ? ਬਸ ਹੋਸਟਲ 'ਚੋਂ ਕਿਸੇ ਨੂੰ ਪਿਆਰ ਕਰਦੀ, ਹੋਸਟਲ 'ਚੋਂ ਨਿਕਲੀ, 3 ਦਿਨ ਲੱਭੀ ਨਾ, ਇੱਥੇ ਚੱਪਲਾਂ ਪਈਆਂ ਸੀ। ਅਤੇ ਬਸ ਸਹੱਪਣੇ ਹੀ ਜਿਹੜਾ ਉਹ ਜ਼ੁਲਮ ਹੋ ਗਿਆ। ਅੱਛਾ ਤੁਸੀਂ ਵੇਖੀ ਜਾ ਕੇ? ਉਹ ਨਹੀਂ ਅਸੀਂ ਥੋੜ੍ਹਾ ਕੁੜੀਆਂ ਨੂੰ ਜਾਣ ਦਿੰਦੇ। ਕਾਲਜ ਦੇ ਦਿਨਾਂ ਦੀਆਂ ਯਾਦਾਂ ਆਉਣ ਲੱਗ ਗਿਆ ਮੇਰੇ ਵੀ ਦਿਮਾਗ 'ਚ ਆਉਣੇ। ਪ੍ਰੀਤ, ਆਹ ਜਿਹੜਾ ਨਾ ਆਹ ਨਹਿਰ ਆ ਜਿਹੜੀ, ਆਹ ਕਾਲਜ, ਆਹ ਦੇਖ ਲਾ ਆ ਗਿਆ ਸਾਡਾ ਕਾਲਜ ਬਾਬੇ ਵਾਲਾ। ਬਸ ਆਹੀ ਸੀ ਆਲੇ ਦੁਆਲੇ, ਇੱਥੇ ਹੀ ਰਹਿੰਦੇ। ਇੱਥੇ ਸਿੰਗਲ ਰੋਡ ਹੁੰਦੀ ਸੀ, ਮੂਹਰੇ ਪੰਡਤ ਦਾ ਢਾਬਾ ਹੁੰਦਾ, ਦੁਪਹਿਰੇ ਆ ਕੇ ਇਹਦੇ ਕੋਲ ਚਾਹ ਪੀ ਲੈਂਦੀ। ਪਾਪਾ ਅੱਜ ਤੁਹਾਨੂੰ ਮੈਂ ਕੌਫੀ ਪਿਲਾਊਂ ਉੱਥੋਂ ਵਧੀਆ। ਬੇਟੇ ਉਹ ਗੱਲ ਨਹੀਂ, ਕਮਾਲ ਦੀ ਚਾਹ ਪੰਡਤ ਦੀ, ਉਹ ਹੋਰ ਗੱਲ। ਸੜਕ ਦੂਰੀ ਚੌੜੀ ਬਣੀ ਪਈ ਆ, ਦੇਖ ਤਾਂ ਸਹੀ ਹੁਣ ਕੀ ਬਣਿਆ ਪਿਆ, ਸਾਰਾ ਕੁਛ ਬਦਲ ਗਿਆ। ਭੜੱਕਾ, ਬੁਰਾ ਹਾਲ। ਪ੍ਰੀਤ ਨਾਲ ਗੱਲਾਂ ਕਰਦਾ ਕਰਦਾ ਫੇਰ ਅਤੀਤ 'ਚ ਖੋ ਗਿਆ ਹੱਥ ਸਟੇਅਰਿੰਗ ਤੇ, ਦਿਮਾਗ ਫੇਰ ਚਲੇ ਗਿਆ। ਤੇ ਦੇਖ ਲਾ ਸਾਰਾ ਕੁਛ ਬਦਲ ਗਿਆ। ਚੌੜੇ ਬਾਜ਼ਾਰ ਨਾਲ ਅੱਗੇ ਲੱਕੜ ਦਾ ਪੁਲ ਸੀ। ਡੈਡ, ਲੱਕੜ ਦਾ ਪੁਲ ਸੀ? ਉਹ ਰਾਣੇ ਮੈਂ ਦੱਸਦੀ ਹਾਂ ਪੁੱਤ, ਪੁਲ ਵਾਕਿਆ ਹੀ ਲੱਕੜ ਦਾ ਬਣਿਆ ਹੋਇਆ ਸੀ। ਪੁਰਾਣੀਆਂ ਕਚਹਿਰੀਆਂ ਤੋਂ ਨਾਲ ਉਹ ਸੁਸਾਇਟੀ ਸਿਨੇਮੇ ਦੇ ਨਾਲ ਨਾ ਮਿਲਦਾ ਸੀ ਉਹ ਪੁੱਤ, ਚੌੜੇ ਬਾਜ਼ਾਰ ਨਾਲ, ਜਿੱਥੇ ਪ੍ਰਕਾਸ਼ ਰੈਸਟੋਰੈਂਟ ਆ ਗਾਹਾਂ ਜਾ ਕੇ, ਉੱਥੇ ਪੁੱਤ ਜਾਂਦੇ ਹੁੰਦੇ ਸੀ ਪੜ੍ਹਨ ਪੁੜਨ ਵਾਲੇ, ਸਮੋਸੇ ਖਾਣ ਅੰਦਰ ਬਹਿ ਕੇ। ਇਹ ਪੁਲ ਤੋਂ ਅਸੀਂ ਵੀ ਲੰਘ ਕੇ ਜਾਂਦੀਆਂ ਰਹੀਆਂ। ਹੁਣ ਪੁਲ ਦਾ ਕੋਈ ਨਾਂ ਨਿਸ਼ਾਨ ਨਹੀਂ ਕੋਈ। ਹਾਂ, ਕਾਲਜ ਦੇ ਮੁੰਡੇ ਰੇਲਿੰਗ 'ਤੇ ਇਹਦੇ 'ਤੇ ਖੜ੍ਹੇ ਰਹਿਣ ਦਿੰਦੇ, ਕੋਲ ਦੀ ਜਦ ਲੰਘਦੀਆਂ ਮੁਟਿਆਰਾਂ ਤਾਂ ਕੁਛ ਨਾ ਕੁਛ ਕਹਿੰਦੇ, ਉਹ ਤੁਸੀਂ ਰਹਿਣ ਦਿਆ ਕਰੋ ਜੀ, ਰਹਿਣ ਦਿਆ ਕਰੋ, ਇਹ ਗੱਲਾਂ ਨਾ ਕਰੋ ਤੁਸੀਂ। ਮੰਮੀ ਪਾਪਾ ਦਾ ਮੂਡ ਹੈ, ਤੁਸੀਂ ਕਿਉਂ ਨਹੀਂ ਗੱਲ ਕਰਦੇ? ਉਹ ਮੇਰੇ ਮੂਡ ਮੇਰਾ ਐਂ ਹੁੰਦਾ, ਲਿਖਤ ਲੁਖਤ ਕਰਨ ਲੱਗ ਗਿਆ ਛੋਟਾ, ਸਕੂਲ 'ਚ ਪੜ੍ਹਦਾ ਅਤੇ ਦਿਮਾਗ ਦੇ ਵਿੱਚ ਸਾਹਿਤਕ ਚੇਟਕ, ਅਤੇ ਬਸ ਉਹਨੇ ਉਈਓ ਕਰਤਾ ਜ਼ਿੰਦਗੀ ਜਿਹੜੀ ਬਾਹਲੀ ਜੀ ਖੁੱਲ੍ਹੀ ਨਾ ਰਹਿਣੀ, ਬਾਹਲੀ ਚੁੱਪ ਜੀ ਗੱਲ ਰਹਿਣੀ। ਸਰਦਾਰ ਜੀ ਫੇਰ ਤੁਸੀਂ ਮੋਨੀ ਭਗਤ ਬਣ ਗਏ, ਗੱਲ ਤਾਂ ਸੁਣਾਓ। ਹੁਣ ਤਾਂ ਸੜਕ ਵੀ ਠੀਕ ਆ, ਖੁੱਲ੍ਹੀ ਆ, ਟ੍ਰੈਫਿਕ 'ਚੋਂ ਨਿਕਲਿਆ, ਲੁਧਿਆਣਾ ਤਾਂ ਟੱਪ ਗਏ, ਹੁਣ ਕਾਲਜ ਵੀ ਨਿਕਲਿਆ, ਹੁਣ ਤਾਂ ਗਾਹਾਂ ਮੈਰਿਜ ਪੈਲਸ ਹੋਣ ਵਾਲਾ। ਗੱਲ ਤਾਂ ਸੁਣਾਓ ਕੋਈ। ਮਨ 'ਚ ਕੀ ਦੱਸਾਂ ਵੀ ਜਿਹੜਾ ਮੋਨੀ ਭਗਤ ਸ਼ਬਦ ਹੈ, ਇਹਨੇ ਬਹੁਤ ਖੌਰੂ ਪਾਇਆ, ਅੱਜ ਵੀ ਖੌਰੂ ਪੈਂਦਾ। ਪ੍ਰੀਤ, ਇਹ ਕਿਤੇ ਪਹਿਲਾਂ ਵਰਗੇ ਵਿਆਹ ਹੁੰਦੇ ਕਿਆ ਨਜ਼ਾਰਾ ਸੀ। ਆ ਮੈਰਿਜ ਪੈਲਸਾਂ ਨੇ ਤਾਂ ਜਖਣਾ ਪੱਟਤੀ। ਉਹ ਨਹੀਂ ਸਰਦਾਰ ਜੀ, ਤੁਹਾਨੂੰ ਵਧੀਆ ਅੱਜ ਬੰਦਿਆਂ ਨੂੰ ਮਿਲਾਵਾਂਗੇ, ਫਿਕਰ ਕਿਉਂ ਕਰਦੇ ਹੋ, ਸਮੇਂ ਤੋਰ ਆ। ਪਹਿਲਾਂ ਕੜਛ ਮਾਂਜਣੇ ਪੈਂਦੇ, ਲੱਡੂ ਵੱਟਣ ਦਾ ਕਿਹਦੇ ਕੋਲ। ਅੱਜ ਵਿਆਹ 'ਚ ਜਾ ਕੇ ਦੇਖੋ ਤਾਂ ਸਹੀ, ਯੁੱਗ ਦੀਆਂ ਬੁਝਦੀਆਂ ਲਾਈਟਾਂ, ਲੋਕ ਤਿਆਰ ਹੋਏ ਬਹਿਰੇ ਭੱਜੇ ਫਿਰਦੇ। ਉੱਥੇ ਕੀ ਪਿੰਡਾਂ 'ਚ ਉਹੀ ਮੰਜੇ, ਉਹੀ ਲੱਡੂ, ਉਹੀ ਬੂੰਦੀ। ਪਤਨੀ ਦਾ ਲੰਬਾ ਭਾਸ਼ਣ ਸੁਣ ਕੇ ਫੇਰ ਉਹਨੂੰ ਕੀ ਪਤਾ ਵੀ ਲੱਡੂ ਕਿਹੜੇ ਖਿੱਚ ਕੇ ਲਿਆਉਂਦੇ ਨੇ। ਪ੍ਰੀਤ, ਮੈਂ ਤੈਨੂੰ ਦੱਸਦਾ ਕਿ ਜਿਹੜੇ ਪਿੰਡਾਂ ਦੇ ਵਿਆਹ ਹੁੰਦੇ ਨੇ, ਪਿੰਡਾਂ ਦੇ ਹੁੰਦੇ ਨੇ। ਸਾਡੇ ਗੁਆਂਢ 'ਚ ਸੁਰਤੀ ਨੰਬਰਦਾਰ ਦੀ ਕੁੜੀ ਦਾ ਵਿਆਹ ਬਾਪੂ ਨੇ ਮੈਨੂੰ ਭੇਜਤਾ। ਕੁੜੀ ਦੇ ਵਿਆਹ ਕੰਮ ਕਰਾਈ, ਮੈਂ ਭੱਜਿਆ ਗਿਆ ਅੰਦਰੋਂ, ਮੇਰੀ ਆਪਦੀ ਵੀ ਲਾਲਸਾ ਸੀ। ਸੋਚ ਰਹੇ ਭੁੱਲਰਾਂ ਨਾਲ ਕੰਧ ਸਾਂਝੀ ਸੀ ਨਾ। 2 ਦਿਨ ਕੜਾਹੇ ਪ੍ਰਾਂਤਾਂ ਢੋਂਦੇ ਰਹੇ, ਹਲਵਾਈ ਨਾਲ ਭੱਠੀ 'ਤੇ ਮਿਠਾਈ ਜਿਹੜੀ ਉਹ ਬਣਵਾਈ, ਦਰੀਆਂ ਚਤਹੀਆਂ ਖੇਸਾਂ 'ਤੇ ਮੈਂ ਲਿਖਣ ਲੱਗ ਗਿਆ। ਜਦ ਮੌਕਾ ਮਿਲਦਾ ਠਾ ਕੋਠੇ 'ਤੇ। ਗੁਆਂਢ ਦੇ ਵਿੱਚ ਭੁੱਲਰਾਂ ਦੇ ਜਿਹਦੀ ਗੱਲ ਕਰਦੀ ਸੀ ਵੀ ਮਾਸੀ ਰਹਿੰਦੀ, ਉਹਦੀ ਮਾਸੀ ਦੀ ਛੋਟੀ ਭੈਣ ਜਿਹੜੀ ਉਹ ਪੜ੍ਹਨ ਆਈ ਹੋਈ ਸੀ। ਕੋਠੇ 'ਤੇ ਜਾ ਕੇ ਬਸ ਗੱਲਾਂ ਦੇਖਣ ਦੀ, ਕਾਰ ਦੀ ਰੋਸ਼ਨੀ 'ਤੇ ਮੂਹਰੇ ਲੈ ਗਿਆ, ਆ ਗਿਆ ਰਾਜਾ ਸ਼ਾਹੀ ਪੈਲਸ 200 ਗਜ ਆ ਗਿਆ। ਲਓ ਜੀ, ਰਵਨੀਤ ਸੇਖੋਂ ਦੀ ਭੈਣ ਦੇ ਵਿਆਹ ਦੀ ਪਾਰਟੀ ਵਾਲੇ ਆ ਗਈ ਗੱਲ, ਫੇਰ ਟੁੱਟ ਗਈ ਗੱਲ। ਅੱਜ ਕੱਲ੍ਹ ਦੀ ਨੇ ਤਾਂ ਹੱਦ ਕੀਤੀ ਪਈ ਆ। ਹੁਣ ਤਾਂ ਠੰਡ ਉਤਰ ਆਈ, ਇੰਨੇ ਪਤਲੇ ਟੈਰਾਲੀਨ ਟਪਾਈ ਪਈ ਹੈ। ਮੇਰੇ ਅੰਦਰਲੀ ਧੜਕਣ ਤੋਂ ਬੇਖਬਰ ਪ੍ਰੀਤ ਬਾਹਰਲੀ ਚੌਂਕ ਚਾਂਦ ਦੇਖ ਕੇ ਕਹਿੰਦੀ,
ਸੁਣ ਕੇ ਇੱਕ ਹੋਰ ਦਿਮਾਗ 'ਚ ਗੱਲ, ਤੈਨੂੰ ਕੀ ਦੱਸਾਂ, ਟੈਰਾਲੀਨ ਹਰਲੀਨ ਟੈਰਾਲੀਨ ਮਨ ਦੇ ਕਿਸੇ ਕੋਨੇ 'ਚੋਂ ਚੰਗਿਆੜੀ ਨਿਕਲੀ। ਫੁੱਲਾਂ ਨਾਲ ਲੱਦੇ ਆਰਜੀ ਦਰਵਾਜ਼ੇ ਹੇਠੋਂ ਦੀ ਲੰਘਦੇ ਸਾਹਮਣੇ LCD ਦੀ ਵੱਡੀ ਸਕਰੀਨ 'ਤੇ ਵਿਆਂਦੜ ਜੋੜੇ ਦੀਆਂ ਫੋਟੋਆਂ, ਅਤੇ ਬਸ ਅੰਦਰ ਜਦ ਬੜੇ ਮੈਂ ਹੌਲੀ ਹੋ ਗਿਆ। ਹੌਲੀ ਕਿਉਂ ਹੋ ਗਿਆ? ਆਓ ਜਦੇਪ੍ਰੀਤ ਦੀ ਸਹਿਕਰਮੀ ਪ੍ਰੋਫੈਸਰ ਨਵਨੀਤ ਆ ਗਈ। ਹੈਲੋ ਮੈਡਮ ਬਾਟ, ਸਤਿ ਸ਼੍ਰੀ ਅਕਾਲ, ਹਾਊ ਆਰ ਯੂ? ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਵੀ ਨਾਲ ਆਦਬ ਕਰੀ ਗਿਆ। ਤਾਂ ਬਹੁਤ ਵਧੀਆ ਹੋਇਆ ਭਾਅ ਜੀ ਆ ਗਏ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਭਾਅ ਜੀ। ਮੈਡਮ ਤਾਂ ਐਵੇਂ ਕਹਿੰਦੇ ਤੁਸੀਂ ਫੰਕਸ਼ਨਾਂ 'ਚ ਨਹੀਂ ਆਉਂਦੇ। ਨਹੀਂ ਜੀ, ਬਸ ਇਹ ਜੀ ਕੋਈ ਗੱਲ ਨਹੀਂ, ਵਧੀਆ ਪਾਰਟੀ 'ਤੇ ਮੈਂ ਥੈਂਕ ਯੂ। ਨਵਨੀਤ ਮੈਂ ਕਹਿੰਦੀ ਤੁਹਾਡੇ ਭਾਗ ਚੰਗੇ, ਇਸ ਤਾਂ ਬਥੇਰਾ ਜ਼ੋਰ ਲਾਉਂਦੇ, ਅੱਜ ਪਤਾ ਨਹੀਂ ਕਿਵੇਂ ਚੰਦ ਚੜ੍ਹ ਗਿਆ, ਮੇਰੇ ਤਾਂ ਕਹੇ ਨਹੀਂ ਆਏ, ਤੁਹਾਡੇ ਕਹੇ 'ਤੇ ਆ ਗਏ। ਈਦ ਦਾ ਚੰਦ ਤਾਂ ਅੱਜ ਚੜੂਗਾ। ਕੀ ਕਿਹਾ ਭਾਅ ਜੀ? ਮੈਂ ਆਪਣੇ 'ਚ ਕਿਹਾ, ਮੈਂ ਆਪਣੇ ਚੱਕਰ 'ਚ ਸੀ। ਨਹੀਂ ਕੋਈ ਗੱਲ ਨਹੀਂ, ਮੈਨੂੰ ਐਂ ਲੱਗਾ ਜਿਵੇਂ ਚੋਰੀ ਫੜ ਗਈ। ਮੁੰਡੇ ਵਾਲਿਆਂ ਨੇ ਸਾਰੇ ਮਹਿਮਾਨ ਆਏ ਹੋਏ ਨੇ, ਕਾਕੇ ਜਸਵਿੰਦਰ ਨੇ, ਤੁਹਾਡੇ ਪਿੰਡ ਵਾਲੀ ਮਾਸੀ ਮਾਸੜ ਵੀ ਆਏ ਹੋਏ ਨੇ, ਉਹ ਤੋਂ ਛੋਟੀ ਮਾਸੀ ਵੀ ਆਈ ਹੈ ਜਿਹੜੀ ਜਲੰਧਰ ਰਹਿੰਦੀ ਆ, ਦੱਸਦੀ ਸੀ ਉਹ ਤੁਹਾਨੂੰ ਜਾਣਦੀ ਆ ਭਾਅ ਜੀ, ਮਿਲਾਵਾਂਗੇ ਤੁਹਾਨੂੰ, ਬਹੁਤ ਵਧੀਆ ਸੁਭਾਅ। ਮੈਂ ਮੰਨ 'ਚ ਗਿਆ, ਅੱਛਾ ਇਹ ਛੋਟੀ ਮਾਸੀ ਦੇ ਤਾਂ ਸੁੱਕਣੇ ਪਾਏ ਹੋਏ ਆ, ਨਹੀਂ ਚੁੱਪ ਕਰਕੇ ਘਰੇ ਨਾ ਬਹਿੰਦੇ, ਕੋਈ ਗਜ਼ਲੇ ਲਿਖਦੇ, ਅੰਦਰਲਾ ਅਫਸਰ ਜੱਟ ਬੜਕਾ ਮਾਰਦਾ ਅੱਜ ਦਿਖਾਊਂ। ਮੈਨੂੰ ਕਹਿੰਦੀ ਹੁੰਦੀ ਸੀ ਤਾਂ ਮੋਨੀ ਭਗਤਾ, ਇਹਨੇ ਕੀ ਬੋਲਣਾ। ਵੇਟਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਗਿਆ, ਟਰੇ ਲੈ ਆਇਆ, ਮੌਸਮੀ ਸੁਹਾਵਣਾ, ਪ੍ਰੀਤ ਤੇ ਸੇਲੀ ਦੀਆਂ ਜੂਸ ਦੀਆਂ ਕੁੱਟਾਂ। ਮੈਨੂੰ ਧੁਰਤੜੀ ਜੀ ਆਈ, ਮੈਨੂੰ ਕੀ ਦੱਸਾਂ ਬਈ ਮੈਂ ਕਿਹੜੇ ਚੱਕਰ 'ਚ। ਬਿਰਤੀ ਫੇਰ ਚੱਲ ਗਏ ਕਰਮਗੜ੍ਹ, ਮੇਰਾ ਪਿੰਡ ਦਾ ਸਕੂਲ, ਇਲਾਕੇ ਦੇ 10 ਪਿੰਡਾਂ 'ਚ ਮੁੰਡੇ ਕੁੜੀਆਂ ਉੱਥੇ ਪੜ੍ਹਨ ਆਉਂਦੇ। ਇੱਕ ਦਿਨ ਸਾਡੇ ਅਗਵਾੜ ਦੇ ਵਿੱਚੋਂ ਜੱਗਰ ਭੁੱਲਰ ਨੇ ਰਿਸ਼ਤੇਦਾਰੀ 'ਚੋਂ ਆ ਕੇ ਕੁੜੀ ਦਾਖਲ ਕਰਾਤੀ 9ਵੀਂ 'ਚ। ਧਿਆਨ ਰੱਖਿਓ ਜੀ ਮਾਸਟਰ ਜੀ, ਮੇਰੀ ਸਾਲੀ ਹੈ, ਆਪਦੇ ਜਵਾਕਾਂ ਦਾ ਫਰਕ ਹੁੰਦਾ ਹੈ। ਗੁਰਦੇਵ ਮਾਸਟਰ ਨੂੰ ਕਿ ਮੈਂ ਵੀ ਦੇਖਾਂ। ਮਗਰੋਂ ਜਾ ਕੇ ਸਕੂਲ ਵੇਲੇ ਕਦੇ ਉਹ ਮੇਰੇ ਮੂਹਰੇ ਕਦੇ ਪਿੱਛੇ ਕਿਤਾਬਾਂ ਨੂੰ ਹਿੱਕ ਲਾਉਂਦੀ ਤੁਰੀ, ਕਿਤਾਬਾਂ ਹਿੱਕ ਨਾਲ ਲਾਉਂਦੀ ਤੁਰੀ ਆਉਂਦੀ, ਬੱਤਬਾਂ ਬੈਠੀ, ਉਹ ਮੈਨੂੰ ਸੋਹਣੀ ਲੱਗਦੀ। ਜਮਾਤ ਦੇ ਰਜਿਸਟਰ ਤੋਂ ਉਹਦਾ ਨਾਮ ਬੋਲਦਾ ਹਰੀਨ ਬਰਾੜ, ਧੁਰ ਅੰਦਰ ਖਿੱਚ ਪਾਉਂਦਾ। ਅੱਛਾ ਮੈਂ ਨਵਨੀਤ ਨਾਲ ਹੋਇਆ, ਤੁਸੀਂ LCD ਤੇ ਆਰਕੈਸਟਰਾ ਦੇ ਪਾਰਟੀ ਦਾ ਆਨੰਦ ਲਾਓ, ਜੇ ਸਾਡੇ ਨਾਲ ਆਉਣਾ ਤਾਂ ਅੱਗੇ ਆ ਕੇ ਬਹਿ ਜਾਓ। ਨਹੀਂ ਤੁਸੀਂ ਜਾਓ। ਇਹਨੂੰ ਕੀ ਦੱਸਾਂ ਵੀ ਆਰਕੈਸਟਰਾ ਮੇਰੇ ਅੰਦਰ ਹਫ਼ਤੇ ਦਾ ਚੱਲਦਾ, ਢੋਲ ਛਾਣੇ ਖੜਕਦੇ ਨੇ, ਤੂੰ ਕਿਹੜੇ ਚੱਕਰ 'ਚ ਫਿਰਦੀ ਐ, ਤੈਨੂੰ ਕੀ ਪਤਾ ਅਸੀਂ ਕਿੱਥੇ ਆ। ਯਾਦ ਆ ਗਿਆ ਛਾਣਿਆਂ ਤੋਂ ਵੀ ਜਦ 10ਵੀਂ ਦੇ ਵਿੱਚ ਕਿ ਉਹ ਕੋਰੀਓਗ੍ਰਾਫੀ ਕਰਨੀ ਸੀ ਤਾਂ ਗੁਰਦੇਵ ਮਾਸਟਰ ਨੇ ਕਿਹਾ ਹੀਰ ਰਾਂਝੇ ਦਾ ਰੋਲ ਕਰਨਾ। ਹਰਲੀਨ ਕਹਿੰਦੀ ਮੈਂ ਹੀਰ ਬਣੂ ਜੀ, ਇਹ ਰਾਂਝਾ ਬਣਨਗੇ, ਮੇਰੇ ਵੱਲ ਉਂਗਲ ਕਰਕੇ ਕਿਹਾ। 10 ਦਿਨ ਪ੍ਰੈਕਟਿਸ ਹੋਈ, 11ਵੇਂ ਦਿਨ ਉਹ ਕਹਿੰਦੀ 10 ਦਿਨ ਤੋਂ ਤੈਨੂੰ ਮੈਂ ਵੇਖੀ ਜਾਂਦਾ, ਝੁੱਡੂਆਂ ਤੇਰੇ ਅੰਗਾਂ 'ਚ ਜਮਾ ਹੀ ਨਜ਼ਾਕਤ ਨਹੀਂ, ਮੈਂ ਨਹੀਂ ਤੇਰੇ ਨਾਲ ਕਰਨਾ ਰੋਲ। ਗਰਜੰਟ ਨਾਲ ਉਹਨੇ ਰੋਲ ਕੀਤਾ, ਸੇਕ ਮੇਰੇ ਮਰਨ ਲੱਗਿਆ, ਸਾੜਾ ਇੰਨਾ ਹੋਇਆ। ਫੰਕਸ਼ਨ ਵੇਲੇ ਹਰਲੀਨ ਨੂੰ ਸਟੇਜ 'ਤੇ ਅਵਲ ਇਨਾਮ ਮਿਲੇ, ਹੱਥ ਤਾੜੀਆਂ ਮਾਰੇ, ਗਰਜੰਟ ਖੜਾ ਬਿਓ ਵਰਗਾ ਨਾਲ ਲੱਗੇ। ਮੈਂ ਯਾਰ ਕੀ ਇਹ ਜੀ ਕਰਦਾ, ਕਿਹੜੀ ਗੱਲ ਕਰਦਾ ਜਿਹੜੀ ਇਹਨੂੰ ਸੈੱਟ ਨਹੀਂ ਬਹਿੰਦੀ। ਜਦ ਕਿਤੇ ਗੱਲ ਹੋਣੀ ਉਹਨੇ ਕਹਿਣਾ ਇਹ ਤਾਂ ਮੋਨੀ ਭਗਤ ਹੈ, ਇਹਨੇ ਕੀ ਗੱਲ ਕਰਨੀ ਹੈ। ਪਤਾ ਫਿਰ ਮੇਰੇ ਟੈਰਾਲੀਨ ਯਾਦ ਆ ਗਈ ਰਾਹ ਵਾਲੀ, ਅਤੇ ਟੈਰਾਲੀਨ ਦਾ ਸੂਟ ਪਾ ਕੇ ਆਉਂਦੀ। ਇੱਕ ਦਿਨ ਨੰਜਣ ਕਹਿੰਦਾ ਨਾਲ ਦਾ ਪੜ੍ਹਿਆ, ਹਰਲੀਨ ਨਹੀਂ ਇਹ ਤਾਂ ਟੈਰਾਲੀਨ ਆ, ਟੈਰਾਲੀਨ। ਗੁਰਦੇਵ ਮਾਸਟਰ ਕੋਲ ਜਾ ਖੜੀ, ਮੇਰਾ ਲੱਲਾ ਨਾ ਖੱਖਾ, ਮੈਂ ਐਵੇਂ ਬਲੇਟਿਆ ਗਿਆ। ਉਹਨੇ ਨੰਜਣ ਦੀ ਗੱਲ ਕਹਿਤੀ, ਮੇਰਾ ਨਾਂ ਪੈ ਗਿਆ, ਮਾਸਟਰ ਨੇ ਮੈਨੂੰ ਖਿੱਚਤਾ, ਟੈਰਾਲੀਨ ਦੀ ਗੱਲ ਹੋ ਗਈ। ਪੇਪਰਾਂ ਦੇ ਦਿਨਾਂ 'ਚ ਸਾਡੇ ਘਰ ਆ ਗਈ, ਜੱਗਰ ਭੁੱਲਰ ਦੇ ਨਾਲ ਛੋਟਾ ਜਵਾਕ ਲਾਈ, ਪ੍ਰੈਕਟੀਕਲ ਦੀ ਕਾਪੀ ਦੇ ਮੈਨੂੰ। ਪਹਿਲਾਂ ਤਾਂ ਵੇਖ ਕੇ ਗੁੱਸਾ ਆਇਆ ਵੀ ਆਹ ਸੁਕੜੂ ਜਿਹਾ ਜਿਹੜਾ ਨਾਲ ਬਾਡੀਗਾਰਡ ਲੈਂਦਾ, ਇਹਨੂੰ ਕਾਹਨੂੰ ਲੈ ਆਂਦਾ। ਕਾਪੀ ਦੇਤੀ, ਪ੍ਰੈਕਟੀਕਲ ਕਰ ਲਏ। ਪਹਿਲਾਂ ਤਾਂ ਮੈਂ ਕਹਿਣ ਲੱਗਾ ਗਰਜੰਟ ਤੋਂ ਹੀ ਲੈ ਲਾ ਜਿਹਨੂੰ ਰਾਂਝਾ ਬਣਾਇਆ। ਜਵਾਕ ਦੇ ਕਾਪੀ ਘਰੇ ਭੇਜਤੀ। ਹੁਣ ਅੱਜ ਮੈਂ ਡਾਕਟਰ ਬਾਠ ਦੇ ਠਾਠ ਬਾਠ ਰਿਸਰਚਰ, LCD ਦੀ ਸਕਰੀਨ 'ਤੇ ਵਾਹਵਾ ਇਕੱਠ, ਧਿਆਨ ਉੱਧਰ ਚਲੇ ਗਿਆ। ਜਦ ਨੂੰ ਬਹਿਰਾ ਪੈਗ ਦੇ ਗਿਆ ਅਤੇ ਲਾ ਕੇ ਲੰਮੀ ਦਾੜੀ ਤੇ ਚਿੱਟੇ ਕੁੜਤੇ ਪਜਾਮੇ, ਚਿੱਟੀ ਜੈਕਟ ਪਾਈ, ਜੋੜੀ ਦੇ ਸਿਰ 'ਤੇ ਹੱਥ ਰੱਖੀ ਖੜੇ ਬੰਦੇ 'ਤੇ ਕੈਮਰਾ ਫੋਕਸ ਹੋਇਆ। ਨਾਲ ਤਕੜੇ ਸਰੀਰ ਵਾਲੀ ਮੋਰ ਪੰਖੀ ਰੇਸ਼ਮੀ ਕਮੀਜ਼ ਨਾਲ ਕਾਲੀ ਸਲਵਾਰ 'ਚ ਆਪਣੇ ਲੰਮੇ ਸਰਦਈ ਦੁਪੱਟੇ ਨੂੰ ਹੇਠਾਂ ਤੱਕ ਖਿਲਾਰਦੀ ਹਰਲੀਨ ਖੜੀ ਸੀ। ਉਹਦਾ ਹਾਸਾ ਦਿਸਦਾ, ਦੋਵੇਂ ਹੱਥਾਂ ਨਾਲ ਤਾੜੀਆਂ ਪਾਉਂਦੀ ਨਜ਼ਰ ਆ ਰਹੀ, ਨੱਕ 'ਤੇ ਕਾਲਾ ਤਿਲ ਮੂਹਰੇ ਦਿਖਦਾ। ਝੱਟ ਪਛਾਣ ਲਈ ਉਹੀ ਆ। ਉਹ ਲਿਆ ਫੜਾਓ ਦੇ ਪੈਗ ਇੱਕ ਹੋਰ, ਬਹਿਰੇ ਨੂੰ ਮਾਰਿਆ ਹਾਕ। ਵੀਡੀਓ ਦ੍ਰਿਸ਼ ਦੇ ਨਾਲ ਆਡੀਓ ਰਾਹੀਂ ਆਰਕੈਸਟਰਾ ਵਾਲੇ ਸਟੇਜ 'ਤੇ ਖੜੇ ਮੁੰਡੇ ਨੇ ਕਿਹਾ ਚੇਅਰਮੈਨ ਮੋਹਕਮ ਸਿੰਘ ਗਰੇਵਾਲ ਸਾਹਿਬ ਜੋੜੀ ਨੂੰ ਅਸ਼ੀਰਵਾਦ ਦੇ ਰਹੇ ਨੇ, ਇਹਨਾਂ ਦਾ ਬੇਟਾ ਗੁਰਬੀਰ ਗਰੇਵਾਲ ਤੇ ਨੂੰਹ ਹਰਲੀਨ ਗਰੇਵਾਲ ਵੀ ਨਾਲ ਨੇ, ਇੱਕ ਵਾਰ ਜ਼ੋਰਦਾਰ ਤਾੜੀਆਂ।
ਤਾੜੀਆਂ ਦੀ ਗੜਗੜਾਹਟ। ਇਹ ਉਹੀ ਚੇਅਰਮੈਨ ਆ ਜਿਹਦੇ ਨਾਲ ਮੈਂ ਗੁਰਮੀਤ ਚਾਹਲ ਦੀ ਬਦਲੀ ਵੇਲੇ ਗਿਆ ਸੀ। ਮੈਨੂੰ ਅੱਜ ਪਤਾ ਲੱਗਿਆ ਉਹਦੀ ਨੂੰਹ ਆ, ਵਿਆਹ ਕਰਵਾ ਕੇ ਬਰਾੜ ਤੋਂ ਗਰੇਵਾਲ ਬਣ ਗਈ। ਇਉਂ ਨਹੀਂ ਤੀਵੀਂ ਦਾ ਪਤਾ ਲੱਗਦਾ। ਮੈਂ ਕਰਕੇ ਟੀਚਰ ਲੱਗ ਗਈ ਹੋ, ਬਾਅਦ 'ਚ ਪਤਾ ਨਹੀਂ ਲੱਗਿਆ ਪਿੰਡ 'ਚ ਕਿਹੜੇ ਕੰਮੇ ਧੰਦੇ ਜਾਈਏ। ਹੁਣ ਪਿੰਡ ਜਾ ਨਹੀਂ ਹੋਇਆ, ਉਦੋਂ ਹੀ ਮੁੜ ਪੈਣਾ। ਨਾਲੇ ਇਹ ਤਾਂ ਸਾਲੀ ਹੁਣ ਉਦੋਂ ਵੀ ਉੱਚੇ ਜੋੜਾਂ 'ਚ ਆ, ਕੈਮਰਾ ਬਾਰ-ਬਾਰ ਲੰਬੀ ਦਾੜੇ ਤੇ ਫੋਕਸ ਹੋ ਰਿਹਾ ਦੀ ਮੋਰ ਪੰਖੀ ਕਮੀਜ਼ 'ਚ ਚਾਂਦੀ ਰੰਗੀ ਕਢਾਈ ਦੀ ਬਾਰ-ਬਾਰ ਮੇਰੇ ਸਾਹਮਣੇ ਕਲੀਨ ਸ਼ੇਵਨ ਨਾਲ ਘਰ ਵਾਲਾ ਗੁਰਵੀਰ ਗਰੇਵਾਲ ਕਾਲੇ ਸੂਟ 'ਚ ਗਰਦਨ ਨੂੰ ਨੂੜੀ ਖੜਾ ਸੀ। ਸਰ ਜੀ ਪਾਣੀ ਕਿ ਸੋਡਾ ਜਿਹੜੀ ਮਰਜ਼ੀ ਪਾ ਦੇ ਯਾਰ, ਜਿਹੜਾ ਕੁਛ ਮਰਜ਼ੀ, ਖਾਰਾ ਹੀ ਖਾਰਾ ਹੋਇਆ ਪਿਆ, ਪਾ ਦੇ। ਕੀ ਕਿਹਾ ਜੀ? ਉਹ ਕੁਛ ਨਹੀਂ, ਖਾਰਾ ਹੀ ਪਾ ਦੇ। ਗਲਾਸ ਚੱਕ ਕੇ ਥੋੜ੍ਹਾ ਜਿਹਾ ਤਰਾਰਾ ਵੱਜਦਾ। ਮੈਂ ਵੀ ਡਾਕਟਰ ਹਰਨੇਕ ਸਿੰਘ ਬਾਠ ਖੋਜੀ ਬੰਦਾ, ਖੋਜਾਂ ਕੀਤੀਆਂ, ਨਵੀਂ ਕਾਢ। ਅੱਜ ਦੱਸੂ, ਅੱਜ ਮਿਲਣ ਦੇ ਮਾੜਾ ਜਾ ਕੇ ਇਹਨੂੰ ਦੱਸੂ। ਅਸੀਂ ਰਿਸਰਚਰ ਹਾਂ ਯੂਨੀਵਰਸਿਟੀਆਂ ਦੇ। ਇਹ ਕਿਹੜੀ ਗੱਲ ਹੈ? ਟੂਹੀ ਤਾਂ ਹੁਣ ਲਵਾਊਂ, ਆਉਣ ਦੇ ਮੌਕਾ ਇਹੋ ਜਿਹੀਆਂ ਟੂਹੀਆਂ। ਫੇਰ ਇੱਕ ਫਲਾਪੀ ਅੰਦਰੋਂ ਖੁੱਲ੍ਹ ਗਈ। 10ਵੀਂ ਦੇ ਪੇਪਰ ਦੇ ਕੇ ਮੈਂ ਵਿਹਲਾ ਸੀ, ਸੂਏ ਵਾਲੇ ਖੇਤੋਂ ਸੜਕ ਤੁਰਿਆ ਹੁੰਦਾ। ਮੈਂ ਪਿੱਛੇ ਜੀਪ ਆਵੇ, ਮੈਂ ਵੇਖ ਕੇ ਰੁਕ ਗਿਆ। ਜੱਗਰ ਭੁੱਲਰ ਚਲਾਉਂਦਾ ਸੀ, ਇਹ ਪਿੱਛੇ ਬੈਠੀ ਉਹਦੀ ਧੀਮੀ ਨਾਲ। ਉਹ ਢਿੱਡਲ ਨੇ ਤਾਂ ਕੀ ਰੋਕਣੀ, ਇਹਨੇ ਵੀ ਮੂੰਹ ਵੇਖ ਕੇ ਪਰਾਂ ਕਰ ਲਿਆ। ਮੈਂ ਕਿਹਾ ਯਾਰ ਚੰਗਾ, ਮਾੜੀ ਗੱਲ, ਕਮਾਲ ਕਰਤਾ, ਇਹਨੇ ਝਾਕਿਆ ਹੀ ਨਹੀਂ। ਚਲੋ ਫਿਰ ਵੀ ਹਰਨੇਕ ਸਿੰਘ ਬਾਠ ਹੈ। ਅਤੇ ਗਾਹਾਂ ਜਾ ਕੇ ਜਦ ਗੱਡੀ ਰੋਕ ਕੇ ਮੈਂ ਖੜ੍ਹ ਗਿਆ, ਕਾਕਾ ਆਪਣੀ ਗੁੱਡੀ ਨੂੰ ਤੂੰ ਵੀ ਦੱਸ ਦਿਆ ਕਰ ਜਿਹੜਾ ਇਹ ਪੁੱਛਦੀ ਹੁੰਦੀ ਆ। ਗੁਰਦੇਵ ਮਾਸਟਰ ਨੇ ਦੱਸਦਾ ਤੂੰ ਵੀ ਹੁਸ਼ਿਆਰ ਆ। ਮੈਂ ਕਿਹਾ ਨਾ, ਗਰਜੰਟ ਹੀ ਹੁਸ਼ਿਆਰ ਆ ਜਿਹਨੂੰ ਰਾਂਝਾ ਬਣਾਇਆ। ਹੈਲੋ ਹਰਨੇਕ। ਤਰਬ ਕੇ ਪਿੱਛੇ ਦੇਖਿਆ, ਐਂ ਬੁਲਾਇਆ। ਘਰ ਵਾਲੀ ਦੇ ਨਾਲ ਉਹ ਖੜੀ ਸੀ, ਨੱਕ ਤੇ ਤੇਲ। ਤੇਰਾ ਪਤਾ ਲੱਗਿਆ, ਇਹਦਾ ਬਹੁਤ ਖੁਸ਼ੀ ਹੋਈ। ਸੋਚਿਆ ਆਪ ਮਿਲ ਕੇ ਆ। ਪ੍ਰੀਤ ਪਹਿਲੀ ਵਾਰ ਮਿਲੀ, ਮਿੰਟਾਂ 'ਚ ਘੁਲ ਮਿਲ ਗਈ। ਤੇਰੇ ਵੀ ਭਾਗ ਚੰਗਿਆ, ਇੰਨੀ ਵਧੀਆ ਕੁੜੀ ਮਿਲੀ ਤੈਨੂੰ। ਪ੍ਰੀਤ ਬਾਰ-ਬਾਰ ਆਖੀ ਜਾਂਦੀ ਕਿ ਬਾਠ ਸਾਹਿਬ ਆਏ ਨੇ, ਬਾਠ ਸਾਹਿਬ ਆਏ ਨੇ, ਡਾਕਟਰ ਸਾਹਿਬ ਇਕੱਲੇ ਬੈਠੇ। ਮੈਂ ਕਿਹਾ ਚੱਲ ਮਨਾ, ਆਪ ਤਾਂ ਉਹਨੇ ਕੀ ਆਉਣਾ, ਮੈਂ ਜਾਣਦੀ ਹਾਂ। ਨਾਲੇ ਅੱਖੀਂ ਤਾਂ ਵੇਖਾਂ ਡਾਕਟਰ ਬਣੇ ਤੇ ਬਾਠ ਸਾਹਿਬ ਬਣੇ ਨੂੰ। ਛੇਤੀ ਬੋਲੀ, ਤੇਜ਼ ਬੋਲਦੀ ਸੀ, ਬਹੁਤ ਤੇਜ਼ ਬੋਲਦੀ। ਨਹੀਂ, ਮੈਂ ਤਾਂ ਬਸ ਐਵੇਂ ਬੈਠਾ ਸੀ, ਦੇਖ ਰਿਹਾ ਸੀ ਮੈਂ ਤੁਹਾਨੂੰ। ਵੱਡੇ ਘਰਾਂ ਦੀਆਂ ਨੂੰ ਐਵੇਂ ਕਿਵੇਂ ਮਿਲੀਏ, ਨਾਲੇ ਕਹਿ ਵੀ ਦਿੰਦੇ ਨਾ ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ। ਹਰਨੇਕ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਚੰਗੀ ਤਰ੍ਹਾਂ, ਨਾ ਤੂੰ ਭੁੱਲਿਆ ਨਾ ਮੈਂ ਭੁੱਲੀ ਹਾਂ। ਇਹੋ ਜਿਹੀਆਂ ਕਿਹੜੀਆਂ ਗੱਲਾਂ ਜਿਹੜੀਆਂ ਤੈਨੂੰ ਰੋਕਦੀਆਂ ਰਹੀਆਂ, ਵਿਖਾਈ ਕਿਹੜੀ ਅੱਖ 'ਚ ਪੈ ਗਈਆਂ ਤੇਰੇ 'ਚ ਮਿਰਚਾਂ। ਤੇਰੇ ਅੰਦਰ ਕਿੱਥੇ ਲੜ ਗਈ ਵੱਡੇ ਘਰ ਦੀ ਮਿਰਚ। ਦਿਲ ਵੱਡਾ ਰੱਖਿਆ ਕਰ। ਅੱਜ ਤਾਂ ਨੱਚਣ ਦਾ ਨਾ, ਚੱਲ ਨੱਚੀਏ, ਆ ਜਾ ਦਈਏ ਗੇੜਾ। ਮੈਨੂੰ ਤਾਂ ਨੱਚਣਾ ਆਉਂਦਾ ਨਹੀਂ। ਨੱਚਣਾ ਕਿੱਥੇ ਆ, ਮੈਂ ਤਾਂ ਤੁਸੀਂ ਨੱਚੋ, ਮੈਂ ਦੇਖੂੰਗਾ। ਪ੍ਰੀਤ ਇਹ ਪਹਿਲਾਂ ਵੀ ਇਹੋ ਜਿਹਾ ਹੀ ਸੀ, ਹੁਣ ਵੀ ਕੋਈ ਫਰਕ ਨਹੀਂ ਪਿਆ। ਅਫਸਰ ਪਤਾ ਨਹੀਂ ਕਿਵੇਂ ਬਣ ਗਿਆ। ਅਸੀਂ ਜਮਾਤ 'ਚ ਸੇਲੀਆਂ ਗੱਲਾਂ ਵੀ ਕਰਦੇ ਹੁੰਦੀਆਂ, ਤਕੜੇ ਹੋ ਤੁਸੀਂ ਜਿਹੜੇ ਲਈ ਫਿਰਦੇ ਹੋ। ਮੈਨੂੰ ਤਾਂ ਹੁਣ ਵੀ ਇਹ ਤਾਂ ਘੋਗਾ ਜਿਹਾ ਹੀ ਲੱਗਦਾ, ਉਹੀ ਤਰੀਕੇ ਨਾਲ। ਉੱਚੀ ਹੱਸਦੀ ਪ੍ਰੀਤ ਨੂੰ ਜੱਫੀ ਉਹਨੇ ਪਾ ਲਈ। ਕੋਈ ਸੇਵਾ ਮੇਰੇ ਲਾਇਕ ਦੱਸਿਓ। ਪਾਪਾ ਜੀ ਆਏ ਹੋਏ ਨੇ, ਚੇਅਰਮੈਨ ਬਣੇ ਨੇ, ਅੱਗੇ ਬੈਠੇ ਨੇ। ਨਹੀਂ ਬਸ ਠੀਕ ਹੈ। ਉਹ ਲੈ ਕੇ ਪ੍ਰੀਤ ਨੂੰ ਧੂਤਕੜਾ ਪਾਉਂਦੀ, ਉੱਡਦੀ, ਨੱਚਣ ਲੱਗੀ ਹੋਈ ਸੀ। ਘੋਗਾ ਫੇਰ ਕਹਿ ਗਈ, ਅੱਜ ਮੈਨੂੰ ਫੇਰ ਉਹੀ ਯਾਦ ਆ ਰਿਹਾ ਸੀ। ਹੀਰ ਰਾਂਝੇ ਵੇਲੇ ਵੀ ਮੈਨੂੰ ਲਾ ਗਈ। ਪਿਆਰ ਵੀ ਕਰਦੀ ਹੈ ਤੇ ਪਤਾ ਨਹੀਂ ਕੀ ਕਹਿੰਦੀ ਹੈ। ਮੇਰੇ 'ਚ ਯਾਰ ਕੀ ਕਮੀ ਹੈ? ਵੇਟਰ ਉਹ ਲਿਆ ਯਾਰ ਇੱਕ ਪੈਗ ਹੋਰ ਦੇ। ਦਿਮਾਗ ਦਾ ਉਹਦਾ ਦੂਜੀ ਵਾਰ ਮੈਨੂੰ ਘੋਗਾ ਕੇ ਤੰਗ ਕਰ ਰਿਹਾ ਸੀ। ਹਲੇ ਵੀ ਸਮਝ ਨਹੀਂ ਸੀ ਆ ਰਹੀ ਕਿ ਮੇਰੇ 'ਚ ਯਾਰ ਕਮੀ ਕੀ ਹੈ। ਚਰਪਰੀ, ਮੋਨ ਤੇ ਚਰਪਰੀ ਦੀਆਂ ਕਹਾਣੀਆਂ ਤੁਸੀਂ ਸੁਣ ਕੇ ਹਟਿਓ। ਤਿਆਰੀਆਂ ਨੇ ਕੀ ਕਰਨਾ ਹੈ, ਜੇ ਬੰਦਾ ਫੜ ਹੀ ਰਿਹਾ ਹੋਵੇ ਫਿਰ ਆਗੂ ਕੀ ਹੋ ਜੂ। ਤੇ ਗਿਆ ਤਾਂ ਤਿਆਰ ਹੋ ਕੇ ਸੀ ਪੂਰਾ, ਡਾਕਟਰ ਬਾਠ ਤੇ ਜੇ ਤੇ ਬੋ, ਮੈਂ ਰਿਸਰਚ ਤੇ ਗੱਡੀ ਤੇ ਪੀਲੀ ਦਸਤਾਰ ਤੇ ਸਰੋਂ ਫੁੱਲੀ ਤੇ ਗੱਲ ਕਰ ਦਿਆਂਗੇ, ਅੱਜ ਦਿਖਾ ਦਿਆਂਗੇ। ਉਹ ਕਹਿੰਦੀ ਨਾ ਇਹ ਤਾਂ ਸਕੂਲ ਤੋਂ ਵੀ ਐਵੇਂ ਸੀ, ਘੋਗਾ ਹੀ ਸੀ ਇਹ। ਜਦ ਕਿਹੜਾ ਇਹ ਬੋਲਦਾ ਸੀ, ਆ ਜਾ ਚੱਲ ਨੱਚੀਏ। ਨਾ ਇਹ ਕੰਮ ਮੈਂ ਕਿੱਥੇ ਕਰਦਾ ਹੈ। ਚੱਲ ਉੱਥੇ ਫੇਰ ਗੱਲ ਖੜ ਗਈ। ਕਹਾਣੀ ਦੇ ਵਿੱਚ ਬਹੁਤ ਵਧੀਆ ਦਰਸ਼ਨ ਜੋਗੇ ਨੇ ਲਿਖੀ ਹੈ। ਜ਼ਿੰਦਗੀ ਜਿਹੜੀਆਂ ਕਹਾਣੀਆਂ ਹੁੰਦੀਆਂ ਨਾ, ਜ਼ਿੰਦਗੀ ਦੇ ਨੇੜੇ ਤੇੜੇ ਹੁੰਦੀਆਂ, ਬਹੁਤ ਕੁਝ ਹੁੰਦਾ ਇਹਦੇ 'ਚ। ਸੋ ਇਹਨਾਂ ਦੀਆਂ ਕਈ ਕਹਾਣੀਆਂ ਨੇ
ਜਿਹੜੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮੈਂ ਸੁਣਾਊਂਗਾ ਦਰਸ਼ਨ ਜੋਗੇ ਉਹਨਾਂ ਦੀਆਂ, ਇਹ ਅੱਜ ਵਾਲੀ ਚਰਪਰੀ ਸੀ। ਇਉਂ ਕਈ ਵਾਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਮਾਂ ਮਿਲਦਾ ਹੈ, ਪੁਰਾਣੀ ਕੋਈ ਥੋੜ੍ਹੀ ਸਾਂਝ, ਪੁਰਾਣੀ ਕੋਈ ਯਾਦ ਆਉਂਦੀ ਹੈ, ਉੱਥੇ ਫੇਰ ਲਾਹੌਰ ਅਤੇ ਪਸ਼ੌਰ ਵਾਲੇ ਇੱਕੋ ਹੀ ਹੁੰਦੇ ਨੇ। ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਆਦਤ ਆ, ਉਹ ਆਦਤ ਸਮੇਂ ਨੇ ਜਾਂ ਪੈਸੇ ਨੇ, ਮੈਂ ਕਹਿੰਦਾ ਨਾ ਬਰਿਆੜੀ ਪੈਸੇ ਨਾਲ ਆ ਜੂ, ਅਸੀਂ ਬਹਾਦਰ ਹੋ ਜਾਵਾਂਗੇ ਪੈਸੇ ਨਾਲ, ਪੈਸੇ ਪੂਸੇ ਨਾਲ ਬਰਿਆੜੀ ਨਹੀਂ ਆਉਂਦੀ ਜੇ ਤੁਸੀਂ ਕਹੋ। ਜਾਂ ਕਈਆਂ ਨੂੰ ਹੁੰਦਾ ਹਥਿਆਰ ਦੇ ਨਾਲ ਮੇਰੇ 'ਚ ਬਰਿਆੜੀ ਆ ਜੂ, ਕਈ ਫੋਟੋਆਂ ਜਿਹੀਆਂ ਬੜੀਆਂ ਖਿਚਾਉਂਦੇ ਨੇ ਹਥਿਆਰ ਜਿਹਾ ਰੱਖ ਕੇ, ਉਹਦੇ ਨਾਲ ਕੱਖ ਨਹੀਂ ਹੁੰਦਾ। ਇਹ ਤਾਂ ਕੁਛ ਤੁਹਾਡੀ ਜ਼ਿੰਦਗੀ ਦੇ ਤੰਤ ਨੇ ਜਿਹੜੇ ਤੁਹਾਨੂੰ ਮਿਲੇ ਹੁੰਦੇ ਨੇ, ਉਹਨਾਂ 'ਤੇ ਤੁਸੀਂ ਜਿਉਂਦੇ ਹੋ। ਕਈ ਕਾਲਜ ਦੇ ਵਿੱਚ ਹਰ ਰੋਜ਼ ਗਲ ਦੇ ਵਿੱਚ ਸਾਫਾ, ਹਰ ਰੋਜ਼ ਤੀਜੇ ਦਿਨ ਇੱਕ ਕਈ ਬਰਿਆੜੀ ਉਹਦੇ 'ਚ ਵੀ ਗਿਣਦੇ ਨੇ। ਨਿੱਤ ਸਿਲਾਈ ਉੱਥੇ ਪੜ੍ਹਦੇ ਹੋਣਾ, ਇੱਕ ਹੈਗਾ ਸੀ ਭਾਈਬੰਦ, ਕਦੇ ਗੰਨੇ, ਕਦੇ ਕੁਰਸੀਆਂ ਸਿਰ 'ਚ, ਕਦੇ ਕੁਛ, ਹਟਣਾ ਨਾ ਬਸ ਕੁੱਟ। 30 ਬੰਦਿਆਂ ਨੇ ਕੁੱਟਿਆ, ਮੈਂ ਉੱਠ ਫੇਰ ਖੜਿਆ। ਸੋ ਇਹ ਸਮਾਂ ਜਿਹੜਾ ਇਹ ਬੜਾ ਅਲੱਗ ਇੱਕ ਕਿਸਮ ਦਾ ਹੁੰਦਾ ਹੈ। ਇਹਦਾ ਜਿਹੜਾ ਤੁਹਾਡਾ ਐਕਟ ਹੈ, ਉਹ ਐਕਟ ਮੇਰੀ ਕਹਾਣੀ ਸੁਣ ਕੇ ਕਿਸੇ ਨੇ ਸਿੱਖ ਧਰਮ ਦੇ ਜਿਹੜੇ ਪਾਪੀ ਨੂੰ ਦੰਡ ਦੇਣ ਦੀਆਂ ਗੱਲਾਂ, ਉਹ ਕੱਚੇ ਫੋੜੇ ਜਿਹੜੇ ਫੋਲ ਤੇ ਰਾਧ ਬਣੀ ਹੋਈ ਆ, ਉਹਨਾਂ ਦੀ ਗੱਲ ਕਰਦੇ, ਕਹਿੰਦਾ ਬਸ ਐਂ ਹੀ ਜ਼ਿੰਦਗੀ ਦੇ ਵਿੱਚ ਆ, ਕੱਚੇ ਪੈਰੀ ਹੱਥ ਪਾਉਣਾ ਹਰ ਇੱਕ ਚੀਜ਼ ਨੂੰ, ਫਿਰ ਝੂਰੀ ਜਾਣਾ ਸਾਰੀ ਜ਼ਿੰਦਗੀ। ਅੱਛਾ, ਖਬਰਾਂ ਜਿਹੜੀਆਂ ਕੱਲ੍ਹ ਦੀਆਂ ਰਾਜਨੀਤੀ ਦੀਆਂ ਬੜੀਆਂ ਆਈਆਂ ਨੇ। ਇੱਕ ਵੱਡੀ ਤਾਂ ਖਬਰ ਦੇ ਦਾਂ ਵੀ ਫਿਨਲੈਂਡ ਅਤੇ ਸਵੀਡਨ ਨੂੰ ਨੈਟੋ ਨੇ ਕਹਿ ਤਾ ਵੀ ਕਰ ਦਿਓ ਅਪਲਾਈ, ਟਕਾ ਤਾ ਤੁਰਕੀ ਵਾਲਾ ਐਡਵਾਨ ਨੂੰ, ਉਹਨੇ ਕੋਈ ਗੱਲ ਮਨਾਉਣੀ ਸੀ ਅੰਦਰ ਮਨਾ ਲਈ ਬਸ। ਅਤੇ ਉੱਧਰ ਨੈਟੋ ਵਾਲੇ ਪਾਸੇ ਚੱਲੇ, 4 ਅੰਬੈਸੀਆਂ ਨਾਲ ਖੋਲ ਰਹੇ ਨੇ, ਰੂਸ ਨੂੰ ਘੇਰਨ ਦਾ ਯਤਨ ਕਰ ਰਹੇ ਨੇ। ਅਤੇ ਕੱਲ੍ਹ ਦੀ ਜਿਹੜੀ ਪ੍ਰੀਮੀਅਰ ਹੌਰਗਨ ਨੇ ਰੀਅਲ ਸਟੇਟਸਮੈਨ ਵਾਲੀ ਗੱਲ ਕੀਤੀ ਹੈ, ਕਿਸੇ ਨੂੰ ਜਿਹੜਾ ਇੰਟਰਮ ਲੀਡਰ ਨਹੀਂ ਬਣਾਇਆ ਵੀ ਜਿਹਨੂੰ ਬਣਾਊਂਗਾ ਅਤੇ ਆਪ ਆਪਣੇ ਅੱਖਾਂ ਦੇ ਸਾਹਮਣੇ ਲੀਡਰ ਬਣਾ ਕੇ, ਅਤੇ 2 ਸਾਲ ਦਾ ਸਮਾਂ, 24 ਦੇ ਵਿੱਚ ਇਲੈਕਸ਼ਨ ਹੋਣੀ ਆ ਅਕਤੂਬਰ 'ਚ, ਅਤੇ 2 ਸਾਲ ਅਗਲੇ ਨੂੰ ਮਿਲ ਜਾਣੇ ਨੇ। ਅਤੇ ਫਿਰ 2 ਸਾਲ ਬਾਅਦ ਅਗਲਾ ਲੜੇ, ਅਤੇ ਵੱਡੇ ਜਿਹੜੇ ਉਸੇ ਨੂੰ ਬਿਊਰੋ ਨੂੰ ਜਿਹੜਾ ਉੱਥੇ ਕਵਰ ਕਰਦੇ ਨੇ, ਵੱਡੇ ਜਿਹੜੇ ਜਰਨਲਿਸਟ ਨੇ, ਉਹਨਾਂ ਨੇ ਡੇਵਿਡ ਈਬੀ ਦਾ ਨਾਂ, ਅਤੇ ਇੱਕ MLA ਮਾਂ ਦਾ ਨਾਂ, ਅਤੇ ਇੱਕ ਆਪਣੇ ਨਨੈਮੋ ਦੇ ਇੱਕ MLA ਦਾ ਨਾਂ, ਅਤੇ ਇੱਕ ਮੇਅਰ ਦੀ ਪੋਰਟ ਕੋਕਟਲਮ ਵਾਲੇ ਦੀ ਗੱਲ ਕੀਤੀ ਹੈ, ਹਾਲਾਂਕਿ MLA ਤਾਂ ਹੈ ਨਹੀਂ, ਕਿ ਇਹ ਬੰਦੇ ਨੇ ਜਿਹੜੇ ਮੂਹਰਲੀਆਂ ਸਫਾਂ 'ਚ ਨੇ। ਡੇਵਿਡ ਈਬੀ ਨੇ ਵੱਡੀਆਂ ਫਾਈਲਾਂ ਜਿਹੜੀਆਂ ਨੇ ਉਹ ਸੋਲਵ ਕੀਤੀਆਂ ਨੇ। ਡੇਵਿਡ ਈਬੀ ਤੇਜ਼ ਤਰਾਰ ਇੱਕ ਵਕੀਲ, ਅਤੇ ਪ੍ਰੀਮੀਅਰ ਨੂੰ ਹਰਾਉਣ ਵਾਲਾ ਉਸ ਸਮੇਂ ਜਿਹੜੀ ਬਹੁਤ ਵੱਡੀ ਗੱਲ ਹੈ, ਕ੍ਰਿਸਟੀ ਕਲਾਰਕ ਨੂੰ ਹਰਾਉਣ ਵਾਲੀ ਗੱਲ ਹੈ। ਡੇਵਿਡ ਈਬੀ ਦੇ ਜਿਹੜੇ ਸਮਰਥਕ ਨੇ ਬੜੇ ਗਰਮ ਹੋਏ ਫਿਰਦੇ ਨੇ, ਅਤੇ ਬਹੁਤ ਗੱਲਾਂ ਇਹ ਵੀ ਚੱਲਦੀਆਂ, ਕੋਈ ਪੰਜਾਬੀ ਹੋਊ, ਪੰਜਾਬੀਆਂ ਦਾ ਸਵਾਦ ਉਹਨਾਂ ਨੇ ਵੇਖਿਆ ਹੈ ਇੱਕ ਵਾਰ, ਪਾਰਟੀ ਉਹੀ ਹੈ, ਬਹੁਤ ਔਖਾ ਹੈ। ਨਾਲੇ ਅਸੀਂ ਹਲੇ ਦੂਰ ਬੈਠੇ ਹਾਂ ਕਹਾਣੀਆਂ, ਪਹਿਲਾਂ ਆਦਤਾਂ ਸਾਨੂੰ ਸਹੀ ਕਰਨੀਆਂ ਪੈਣੀਆਂ ਨੇ, ਆਦਤਾਂ, ਕਿਉਂਕਿ ਸਾਨੂੰ ਕੋਈ ਵਾਚ ਵੀ ਕਰ ਰਿਹਾ ਨਾ ਪਿੱਛੇ। ਜਦ ਤੁਸੀਂ ਰੀਅਲ ਸਟੇਟਸਮੈਨ ਦੇ ਤੌਰ 'ਤੇ ਖੜੋਗੇ, ਕਮਿਊਨਿਟੀ ਦੀਆਂ ਮੁਸ਼ਕਿਲਾਂ, ਅਤੇ ਕਮਿਊਨਿਟੀ ਦੀਆਂ ਮੁਸ਼ਕਿਲਾਂ ਹੀ ਜਦ ਜਿਹੜੀਆਂ ਸੋਲਵ ਨਹੀਂ ਹੁੰਦੀਆਂ, ਉਹਨਾਂ ਤੱਕ ਸੇਕ ਪਹੁੰਚਦਾ ਓਟਵਾ ਤੱਕ ਅਤੇ ਜਾਂ ਵਿਕਟੋਰੀਆ ਤੱਕ, ਫਿਰ ਉਹਨਾਂ ਨੂੰ ਲੱਗਦਾ ਵੀ ਯਾਰ ਇਹ ਬੰਦੇ ਇਹਨਾਂ ਦੇ ਚੁਣ ਕੇ ਭੇਜੇ ਨੇ, ਸਾਡੇ ਤੱਕ ਜਰਬ ਕਿਉਂ ਆਉਂਦੀ ਹੈ। ਸਾਡਾ ਕਈ ਵਾਰ ਹੁੰਦਾ ਤਾਂ ਹੈ ਨਾ ਵੀ ਅਸੀਂ ਨਹੀਂ ਸੁਣਨਾ ਹੈ ਫਲਾਣਾ ਗਰੁੱਪ ਦੇ ਫਲਾਣਾ, ਉਹ ਟੋਟਲ ਫੇਲੂਅਰ ਹੁੰਦਾ ਉਹ। ਅਤੇ ਸਾਨੂੰ ਜਿਹੜੀ ਹੈ, ਸਾਨੂੰ ਆਪਣਾ ਤਾਂ ਪਤਾ ਹੀ ਹੈ ਨਾ ਵੀ ਸਾਡੀ ਜਿਹੜੀ ਕੰਗਾਲਤਾ ਜਿਹੜੀ ਹੈ, ਅਤੇ ਅਸੀਂ ਇਹ ਰਾਜਨੀਤੀ ਨੂੰ ਕਰਦੇ ਕਿਵੇਂ ਆ। ਫਿਰ ਉਹਦੇ ਲਈ ਦਾਅਵੇ ਵੀ ਨਹੀਂ ਕਰਨੇ ਚਾਹੀਦੇ ਵੀ ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਤਾਂ ਰੋਟੀਆਂ ਕਾਰਨ ਪੂਰੇ ਤਾਲ ਨੇ, ਤਨਖਾਹ 1.5-2 ਲੱਖ ਹੈ, ਅਤੇ ਆਉਣਾ ਜਾਣਾ ਆਨੰਦ ਮੰਗਲ ਜੀਵਨ ਹੈ। ਅਤੇ ਬਸ ਪਤਾ ਵੀ ਨੌਕਰੀ $1,00,000 ਦੀ ਲੈਣੀ ਹੋਵੇ, ਅਗਲੇ ਸੀਰਮੇ ਪੀ ਜਾਂਦੇ ਨੇ, ਤਾਂ $1,00,000 ਸਾਲ ਦਾ ਦਿੰਦੇ ਨੇ। ਸੋ ਇਹ ਜਿਹੜੇ ਦੂਰ ਦੀਆਂ ਗੱਲਾਂ, ਅਤੇ ਸਿਆਣਪ ਦੇ ਨਾਲ ਹੀ ਸਾਨੂੰ ਅੱਗੇ ਵਧਣਾ ਚਾਹੀਦਾ। ਹਾਂ, ਹੋਊਗਾ ਕਦੇ ਕੋਈ ਸਮਾਂ ਆਊਗਾ, ਅਤੇ ਪਹਿਲਾਂ ਵੀ ਸਮਾਂ ਆ ਜਾਂਦਾ। ਹੁਣ ਜੇ ਤੁਸੀਂ ਦੇਖੋ ਆਪਣਾ ਮੈਂਬਰ ਪਾਰਲੀਮੈਂਟ ਦੇ ਉੱਪਰਲੇ ਲੈਵਲ 'ਤੇ ਤੁਸੀਂ ਓਟਵਾ ਦੇ ਵਿੱਚ ਨਵਦੀਪ ਬੈਂਸ ਉਹਨਾਂ ਨੂੰ ਵੇਖੋ, ਕ੍ਰਿਸਟੀਆ ਫਰੀਲੈਂਡ ਤੋਂ ਅੱਗੇ ਸੀ ਨਵਦੀਪ ਬੈਂਸ, ਡਿਪਟੀ ਪ੍ਰਾਈਮ ਮਿਨਿਸਟਰ ਦਾ ਮਟੀਰੀਅਲ ਸੀ।
ਪਰ ਸਡਨ ਮੈਂ ਤਾਂ ਰਾਜਨੀਤੀ ਨਹੀਂ ਕਰਨੀ, ਮੁੜ ਕੇ ਕੈਂਪੇਨ ਦੇ ਚੇਅਰ ਵੀ ਰਹੇ ਉਹ ਰਾਜ ਗਰੇਵਾਲ ਹੋਣੀ ਜਾਂ ਹੋਰ ਪਹਿਲਾਂ ਨੇ ਚੰਦ ਚਾੜੇ ਨੇ ਬਾਇਓਗ੍ਰਾਫੀ ਕਿਤੇ ਲਿਖਣ ਦੱਸਣ ਫਿਰ ਉਹ 'ਚ ਕੀ ਕਿਵੇਂ ਹੋਈ ਕਹਾਣੀ। ਸੋ ਇਹ ਡੇਵਿਡ ਈਬੀ ਦੇ ਕੁਛ ਜਿਹੜੇ ਸਮਰਥਕ ਨੇ ਉਹ ਬੜੇ ਕਰੜੇ ਹੋਏ ਨੇ, ਕਹਿੰਦੇ ਵੀ ਹੁਣ ਖੁੱਲ੍ਹਣ ਦਿਓ ਕਿਹੜਾ ਇੱਕ ਵਾਰ, ਅਤੇ ਉਹਦੀ ਫਾਈਲ ਵੀ ਉਹਦੇ ਕ੍ਰੈਡੈਂਸ਼ੀਅਲਸ ਵੀ ਉਹਦੇ ਹੱਕ 'ਚ ਨੇ, ਹੋਰ ਵੀ ਹੋਣਗੇ ਜਿਹੜੇ ਕੁਆਲੀਫਾਈ ਕਰਦੇ ਹੋਣਗੇ, ਸਮਾਂ ਦੱਸੂਗਾ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਥੋੜੀ ਦੇਰ ਪਹਿਲਾਂ ਤੁਸੀਂ ਜਦੋਂ ਇੰਟਰਵਿਊ ਕਰ ਰਹੇ ਸੀ ਬੱਚਿਆਂ ਦੀ, ਤਾਂ ਉਹਦੇ ਨਾਲ ਤੁਸੀਂ ਫਿਰ ਜਿਹੜੀਆਂ ਵਕੀਲ ਬੱਚੀਆਂ ਦੀ ਗੱਲ ਕੀਤੀ ਸੀ, ਤੇ ਉਸ ਵੇਲੇ ਜਿਹੜਾ ਗੱਲ ਕੀਤੀ ਸੀ ਵੀ ਕਿੱਦਾਂ ਬੱਚੇ ਜਿਹੜੇ ਸਾਡੇ ਇੱਥੇ ਤਰੱਕੀਆਂ ਕਰਕੇ ਨਵੀਆਂ ਪੈੜਾਂ ਪਾ ਰਹੇ ਹੈਗੇ, ਉਸ ਵੇਲੇ ਮੈਨੂੰ ਗੱਲ ਚੇਤੇ ਆਈ ਸਾਡੇ ਅਲਬਰਟਾ ਦੇ ਵਿੱਚ ਇਸ ਵੇਲੇ ਪ੍ਰਭਜੋਤ ਸਿੰਘ ਨੇ ਮੁੰਡਾ ਕਹਿੰਦਾ ਮੈਂ ਸਹੁੰ ਨਹੀਂ ਚੱਕਣੀ। ਹਾਂ ਹਾਂਜੀ, ਦੇਖੋ ਜਦੋਂ ਨਾ ਦਸਤਾਰ ਐਗਜ਼ੈਂਪਸ਼ਨ ਦਾ ਜਿਹੜਾ ਮਸਲਾ ਚੱਲ ਰਿਹਾ ਸੀ, ਤਾਂ ਉਸ ਵੇਲੇ ਪ੍ਰਭਜੋਤ ਦਾ ਜਿਹੜਾ ਹੈ ਉਹ ਰੌਡ ਲੋਇਲਾ MLA ਦੇ ਆਫਿਸ ਦੇ ਵਿੱਚ ਕੰਮ ਕਰਦਾ ਸੀ, ਤੇ ਇਹਦੀ ਉਹਦੇ ਨਾਲ ਬਹੁਤ ਜ਼ਿਆਦਾ ਯਾਰੀ ਆ ਰੌਡ ਲੋਇਲੇ ਨਾਲ। ਤਾਂ ਇਹੋ ਜਿੱਦਾਂ ਇਨਸਾਨੀ ਹੱਕਾਂ ਲਈ ਪਹਿਲਾਂ ਤੋਂ ਸ਼ੁਰੂ ਤੋਂ ਜਦੋਂ ਬੱਚਾ ਹੁੰਦਾ ਉਦੋਂ ਤੋਂ ਖੜਦਾ ਹੁੰਦਾ, ਤੇ ਰੌਡ ਲੋਇਲਾ ਵੀ ਇਹਦਾ ਬਹੁਤ ਪਿਆਰ ਕਰਦਾ ਹੈ। ਵੈਰੀ ਗੁੱਡ। ਉੱਥੇ ਜਦੋਂ ਮੈਂ ਇਹਦੇ ਕੋਲ ਜਿੱਦਾਂ ਗਿਆ ਦਫ਼ਤਰ ਦੇ ਵਿੱਚ ਨਾ, ਬੈਠੇ ਗੱਲਾਂ ਕਰਦੇ ਸੀ, ਤੇ ਮੇਰੇ ਤੇ ਹੱਸਿਆ ਜਦੋਂ ਅਸੀਂ ਕਿਹਾ ਨਾ ਵੀ ਦੂਜਾ ਅਸੀਂ ਜਿਹੜੀ ਆ ਹੈਲਮਟ ਐਗਜ਼ੈਂਪਸ਼ਨ ਕਰਾਉਣੀ ਆ, ਅਸੀਂ ਚਾਹੁੰਦੇ ਹਾਂ ਵੀ ਸਰਕਾਰ ਸਾਨੂੰ ਦੇਵੇ। ਉਹ ਕਹਿੰਦਾ ਕਿਹੜੀਆਂ ਗੱਲਾਂ ਕਰਦੇ ਆ, ਕਿੱਥੇ ਫਿਰਦੇ ਆ ਤੁਸੀਂ, ਹਨਾ ਵੀ ਅਸੀਂ ਇਹ ਇੱਥੇ ਜਿਹੜਾ ਆ ਵੀ ਅਸੀਂ ਮੰਗ ਚੀਜ਼ਾਂ ਲੈਂਦੇ ਆ, ਵੀ ਇਹ ਸਾਡਾ ਕੋਈ ਹਾਲ ਥੋੜੋ ਹੈਗਾ ਆ। ਤੇ ਮੈਨੂੰ ਉਸ ਵੇਲੇ ਉਹ ਗੱਲ ਚੰਗੀ ਨਹੀਂ ਲੱਗੀ ਸੀ, ਮੈਂ ਨਾ ਉਸ ਗੱਲ ਨੂੰ ਬਾਅਦ 'ਚ ਸਮਝਿਆ ਸੀ, ਪਰ ਜਦੋਂ ਸਮਝਿਆ ਤਾਂ ਇਸ ਬੱਚੇ ਤੇ ਮਾਣ ਹੋਇਆ। ਤੇ ਜਿੱਦਣ ਇਹਨੇ ਆਪਣਾ ਵਿਆਹ ਵੀ ਕਰਾਇਆ, ਉਦਣ ਇੱਥੇ ਮੋਦੀ ਨੇ ਆਉਣਾ ਸੀ, ਉਹ ਤੋਂ ਇੱਕ ਦਿਨ ਪਹਿਲਾਂ ਇੱਥੇ ਸਰੀ 'ਚ ਹੋਇਆ ਸੀ, ਤਾਂ ਉੱਥੇ ਇਹਨਾਂ ਦੋਹਾਂ ਨੇ ਹਸਬੈਂਡ ਵਾਈਫ ਨੇ ਨਾ ਜਿਹੜੇ ਅਰਦਾਸ ਕਰਾਈ, ਉੱਥੇ ਇਹੋ ਅਰਦਾਸ ਕਰਾਈ ਕਿ ਜਿਹੜੇ ਸਾਡੇ ਬੱਚੇ ਹੋਣ ਉਹ ਵੀ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਲਈ ਜਿਹੜਾ ਸੰਘਰਸ਼ ਕਰਨ। ਤੇ ਜਦੋਂ ਹੁਣ ਇਹੋ ਆਹ ਕੇਸ ਕੀਤਾ ਨਾ, ਤੇ ਇੱਕ ਵਾਰੀ ਮੇਰੇ ਮਨ 'ਚ ਆਇਆ ਵੀ ਇਹ ਕਰ ਕੀ ਰਿਹਾ, ਹਨਾ, ਸੋਚਣ ਨੂੰ ਇੱਕ ਵਾਰੀ ਮਜਬੂਰ ਕੀਤਾ। ਤੇ ਜਦੋਂ ਮੈਂ ਉਹ ਗੱਲਾਂ ਦੇਖਦਾ, ਮਾਣ ਹੁੰਦਾ ਇਹਨਾਂ ਬੱਚਿਆਂ ਤੇ ਵੀ ਜਿੱਦਾਂ ਇਹ ਭਵਾਂ ਦੀ ਬੱਚੇ ਆ, ਪਰ ਸਾਡੀ ਅਗਵਾਈ ਕਰਨੀ ਸ਼ੁਰੂ ਇਹ ਨਹੀਂ ਕੀਤੀ ਹੈਗੀ ਆ। ਸਾਨੂੰ ਕੋਈ ਕੱਲ ਦਾ ਜਿਹੜਾ ਭਵਿੱਖ ਆ ਸਾਡਾ ਸੁਖਾਵਾਂ ਹੋਣ ਦੀ ਆਸ ਹੈਗੀ ਆ। ਅੱਛਾ ਭਾਈ ਸਾਹਿਬ, ਹੁਣ ਉਹ ਕੀ ਕਹਿੰਦੇ ਵੀ ਮੈਂ ਵਕੀਲ ਜਾਂ ਬਣਨਾ, ਤੇ ਸਹੁੰ ਮੈਂ ਰਾਣੀ ਦੀ ਨਹੀਂ ਚੱਕਣੀ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਮੈਂ ਉਹਨਾਂ ਦੀ ਚੱਕਣੀ ਹੈ ਬਸ। ਬਿਲਕੁਲ ਜੀ, ਉਹ ਸਿਰਫ ਤੇ ਸਿਰਫ ਮਸਲਾ ਇਹੋ ਹੀ ਆ ਵੀ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਆ, ਮੈਂ ਉਹਨਾਂ ਨੂੰ ਆਪਣਾ ਸੀਸ ਦਿੱਤਾ, ਉਹਨਾਂ ਨੂੰ ਸਮਰਪਿਤ ਆ, ਤੇ ਮੈਂ ਕਿੱਦਾਂ ਕਹਿ ਸਕਦਾ ਆ ਵੀ ਮੈਂ ਹੋਰ ਕਿਸੇ ਨੂੰ ਸਮਰਪਿਤ ਹੈਗਾ ਆ। ਇਹ ਜਿੱਦਾਂ ਆਪਣੇ ਸਿਰਫ ਤੇ ਸਿਰਫ ਅਲਬਰਟਾ ਦੇ ਵਿੱਚ ਹੀ ਕਹਿੰਦੇ ਇਹੋ ਜਿਹੀ ਸਹੁੰ ਹੈਗੀ ਆ, ਹੋਰ ਜਿਹੜੇ ਪ੍ਰੋਵਿੰਸ ਆ ਉਹਨਾਂ ਦੇ ਵਿੱਚ ਤੁਹਾਨੂੰ ਚੋਇਸ ਆ, ਜੇ ਤੁਸੀਂ ਕੋਈ ਹੋਰ ਸਹੁੰ ਚੁੱਕਣੀ ਚਾਹੁੰਦੇ ਚੁੱਕ ਸਕਦੇ ਹੈਗੇ ਆ। ਤੇ ਇਹ ਵਧੀਆ ਮੈਨੂੰ ਉਹਦਾ ਕਦਮ ਲੱਗਾ, ਤੇ ਮੈਂ ਉਹਨੂੰ ਵੀ ਮੈਸੇਜ ਕੀਤਾ ਸੀ ਕਿ ਮੈਂ ਤੈਨੂੰ ਸਪੋਰਟ ਕਰਦਾ ਇਸ ਮਸਲੇ 'ਚ, ਤੇ ਮੈਂ ਚਾਹੁੰਦਾ ਕਮਿਊਨਿਟੀ ਉਹਦੇ ਪਿੱਛੇ ਖੜੇ। ਜਿਹੜਾ ਜਦੋਂ ਸਾਡੇ ਹੱਕਾਂ ਦੀ ਗੱਲ ਹੁੰਦੀ ਆ, ਆਪਣੀ ਹੋਂਦ ਦੀ ਗੱਲ ਹੁੰਦੀ ਆ, ਜਿੱਥੇ ਅਸੀਂ ਬਾਕੀ ਦੁਨੀਆ ਦੇ ਨਾਲ ਰਲ ਕੇ ਚੱਲਣਾ ਹੈ, ਪਰ ਜਿੱਥੇ ਸਾਡੇ ਵਿਸ਼ਵਾਸ ਹੈਗੇ ਆ ਕਿਸੇ ਦਾ ਅਸੀਂ ਨੁਕਸਾਨ ਨਹੀਂ ਕਰਦੇ, ਉੱਥੇ ਜ਼ਰੂਰ ਸਾਨੂੰ ਆਪਣੇ ਜਿਹੜਾ ਹੱਕਾਂ ਲਈ ਖੜਨਾ ਚਾਹੀਦਾ ਹੈ। ਕੋਈ ਨਾ ਵੀਰ ਜੀ, ਮੈਂ ਗੱਲ ਕਰਾਊਂਗਾ, ਉਹਨੂੰ ਨੰਬਰ ਭੇਜਿਓ ਜੀ, ਮੈਂ ਉਹਨਾਂ ਨਾਲ ਗੱਲ ਕਰੂੰਗਾ, ਮੈਨੂੰ ਉਹਨਾਂ ਦਾ ਫੋਨ ਨੰਬਰ ਭੇਜੋ। ਜ਼ਰੂਰ ਭੇਜੋ। ਹਾਂਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਰ ਚਰਨ ਸਿੰਘ ਔਲਖ ਜੀ, ਲਾਈਨ ਨੰਬਰ 2। ਹਾਂਜੀ ਸਰਦਾਰ ਜੀ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਬਹੁਤ ਵਧੀਆ ਤੁਹਾਡਾ ਇਹ ਪ੍ਰੋਗਰਾਮ ਹੁੰਦਾ ਵਾ, ਸਦਾ ਹੀ ਮੈਂ ਸੁਣਦਾ ਵਾਂ। ਧੰਨਵਾਦ ਜੀ। ਮੈਨੂੰ ਇਹ ਦੱਸ, ਮੇਰਾ ਜਦੋਂ ਕੋਈ ਗੱਲ ਹੁੰਦੀ ਹੈ ਨਾ, ਮੇਰਾ ਇੱਥੋਂ ਦੇ ਪਾਰਟੀਸ਼ਨ ਕੋਈ ਕਾਰਨਾਮਾ ਕਰਦਾ ਨਾ, ਤੇ ਮੇਰੀ ਚੱਟ ਨਿਗਾਹ ਜਿਹੜੀ ਆ ਪੰਜਾਬ ਦੇ ਪਾਰਟੀਸ਼ਨ ਤੇ ਪੈ ਜਾਂਦੀ ਆ। ਹੁਣ ਸਾਡੇ ਜੌਨ ਹਾਰਗਨ ਸਾਹਿਬ ਨੇ ਅਸਤੀਫਾ ਦਿੱਤਾ ਵਾ, ਜਾਂ ਮਨ ਬਣਾ ਲਿਆ ਵੀ ਅਸਤੀਫਾ ਛੇਤੀ ਦੇ ਦੇਣਾ ਜੀ, ਤੇ ਉਹ ਵੇਖੋ ਕਿੱਡਾ ਇਹਨਾਂ ਲੋਕਾਂ ਦਾ ਵੱਡਾ ਕਰੈਕਟਰ ਆ ਭਈ, ਬਹੁਤ ਜ਼ਿਆਦਾ ਪਾਪੂਲਰ ਸੀਗਾ, ਪੂਰੀ ਮਸ਼ਹੂਰੀ ਸੀਗੀ ਉਹਦੀ। ਤੇ ਜਦੋਂ ਵੇਖਿਆ ਵੀ ਆਉਣ ਵਾਲਾ ਜ਼ਮਾਨਾ ਜਿਹੜਾ ਵਾ ਉਹ ਹੱਕ 'ਚ ਨਹੀਂ ਜਾ ਰਿਹਾ, ਤੇ ਮੈਨੂੰ ਕੋਈ ਇਹਨੂੰ ਜ਼ਿੰਮੇਵਾਰੀ ਮੇਰੇ ਵੱਸ ਦਾ ਰੋਗ ਨਹੀਂ, ਹੋਰ ਨੂੰ ਸੌਂਪਣੀ ਚਾਹੀਦੀ ਆ। ਤੇ ਅਗਲੇ ਨੇ ਫੈਸਲਾ ਕਰ ਲਿਆ, ਭਾਵੇਂ ਉਹਨੇ ਆਪਣੀ ਸਿਹਤ ਦਾ ਬਹਾਨਾ ਬਣਾਇਆ ਜਾਂ ਕੋਈ ਵੀ ਗੱਲ ਹੋਊਗੀ। 60% ਅਪਰੂਵਲ ਰੇਟ ਆ ਔਲਖ ਸਾਹਿਬ, 60%। ਹਾਂ 60। ਤੇ ਦੂਜੇ ਬੰਨੇ ਵੇਖੋ ਦੀ ਪੰਜਾਬ ਦਾ ਇੱਕ ਉਹ ਆਪਣਾ ਬਜ਼ੁਰਗ ਸਿਆਸਤਦਾਨ ਆ, ਉਹ 95 ਸਾਲ ਦਾ ਹੋ ਗਿਆ, 20 ਸਾਲ ਉਹਦੇ ਪ੍ਰਾਈਮ ਮਿਨਿਸਟਰ ਆਪਣਾ ਚੀਫ ਮਿਨਿਸਟਰ ਵੀ ਰਿਹਾ ਵਾ, ਉਹ ਅਜੇ ਤਾਂ ਨਹੀਂ ਨਾਂ ਲੈਂਦਾ, ਉਹ ਅਜੇ ਵੀ ਹੁਣ ਵੀ ਪਿੱਛੇ ਜੇ ਇਲੈਕਸ਼ਨ ਲੜਿਆ,
ਤੇ ਉਹਦੇ ਵਿੱਚ ਬੁਰੀ ਤਰ੍ਹਾਂ ਲੋਕਾਂ ਨੇ ਬਹੁਤ ਵਧੀਆ ਗੱਲ ਕੀਤੀ ਆ, ਉਹਨੂੰ ਹਰਾਇਆ। ਪਰ ਉਹਦੀ ਮਨ ਚ ਅਜੇ ਵੀ ਆ ਵੀ ਮੈਂ ਦੁਬਾਰਾ ਵੀ ਫੇਰ ਵੀ ਅਜੇ ਆਉਣਾ ਵਾ। ਤੁਰਿਆ ਕੋਈ ਜਾਂਦਾ ਨੀ ਗਾ। ਪੰਜਾਬ ਨੂੰ ਉਹਨੇ ਬਰਬਾਦ ਕਰ ਦਿੱਤਾ ਵਾ ਤੇ ਉਹਦੀ ਨਿਗਾਹ ਅਜੇ ਵੀ ਉੱਥੇ ਹੀ ਆ ਵੀ ਉਹਦੀਆਂ ਪਾਲਸੀਆਂ ਦੇ ਆ ਜੋ ਕੋਈ ਪੰਜਾਬ ਦਾ ਦਿਖਾ ਦਿਆ ਨਾ, ਇਸ ਬੰਦੇ ਦਾ ਨੰਬਰ 90% ਹਿੱਸਾ ਵਾ ਤੇ ਦੂਜਿਆਂ ਦਾ ਥੋੜਾ ਜਿਹਾ ਘੱਟ ਹੋਊਗਾ। ਪੰਜਾਬ ਦੀ ਜਿਹੜੀ ਬਰਬਾਦੀ ਹੈ, ਕੁਰਲਾਹਟ ਮੱਚੀ ਅੱਜ ਵੀ, ਉੱਥੇ ਕਤਲੇਆਮ ਹੋ ਰਿਹਾ ਵਾ, ਉੱਥੇ ਸਭ ਕੁਝ ਹੋ ਰਿਹਾ ਵਾ, ਬਹੁਤ ਕੁਝ ਹੋ ਰਿਹਾ ਵਾ। ਹਾਂਜੀ, ਉਹ ਲੋਕ ਡਰੱਗਾਂ ਤੇ ਲੱਗ ਗਏ ਆ, ਬਹੁਤ ਕੁਝ। ਹਾਂਜੀ, ਉਹ ਸਾਰੀ ਜ਼ਮੀਨਾਂ ਦੇ ਕਬਜ਼ੇ ਕੀਤੇ ਨਜਾਇਜ਼, ਸਭ ਕੁਝ ਉਹਨੇ ਕੀ ਕਰਾਇਆ ਵਾ ਤੇ ਉਹਦਾ ਹੱਥ ਹੈ ਉਹਦੇ ਵਿੱਚ। ਤੇ ਉਹ ਬੰਦੇ ਨੂੰ ਮਤਲਬ ਉਹਦੀ ਲਾਲਸਾ ਅਜੇ ਵੀ ਨਹੀਂ ਗਈ ਪੰਜਾਬ ਨੂੰ ਉਹਦੇ ਮਤਲਬ ਇਹੋ ਜਿਹੀ ਧੂੜ ਚਟਾਈ ਆ। ਪਹਿਲਾਂ ਪੰਜਾਬ ਦੀ ਜਦੋਂ ਵੰਡ ਹੋਈ ਆ ਉਹਦੇ ਵਿੱਚ ਇਹਦਾ ਵੱਡਾ ਹਿੱਸਾ ਵਾ। ਵਧੀਆ ਤੋਂ ਵਧੀਆ ਇਲਾਕੇ ਜਿਹੜੇ ਆ ਉਹ ਛੱਡ ਦਿੱਤੇ ਤਾਂ ਕਿ ਮੈਨੂੰ ਉੱਥੋਂ ਸੀਟਾਂ ਨਹੀਂ ਮਿਲਦੀਆਂ। ਥੋੜ੍ਹੇ ਜਿਹੇ ਹਿੰਦੂ ਇਲਾਕੇ ਸੀ ਮੈਜੋਰਟੀ ਦੇ, ਅਤੇ ਅੱਜ ਉਹ ਮਤਲਬ ਪੰਜਾਬ ਤਰਸਦਾ ਉਹਨਾਂ ਇਲਾਕਿਆਂ ਨੂੰ ਜਾਣ ਨੂੰ ਗਾਂ ਪਹਾੜਾਂ ਦੇ ਵਿੱਚ, ਉਹ ਸਾਰੇ ਇਹਨੇ ਛੱਡ ਦਿੱਤੇ। ਮੈਨੂੰ ਇਹ ਕੰਪੇਅਰ ਮੈਂ ਕਰਦਾ ਤੇ ਜਦੋਂ ਉਦੋਂ ਮੈਨੂੰ ਇਹ ਬਿਲਕੁਲ ਬਹੁਤ ਜ਼ਿਆਦਾ ਦੁੱਖ ਹੁੰਦਾ, ਬਹੁਤ ਜ਼ਿਆਦਾ ਵੀ ਅਸੀਂ ਪੋਲੀਟੀਸ਼ੀਅਨ ਜਿਹੜੇ ਕਿੱਦਾਂ ਦੇ ਅਸੀਂ ਲੋਕ ਆ ਤੇ ਫਿਰ ਸਿੱਖਦੇ ਵੀ ਨਹੀਂ ਕੁਝ ਵੀ। ਇਹ ਨਹੀਂ ਵੀ ਬਾਹਰੋਂ ਕੋਈ ਮਿਸਾਲ ਹੋ ਗਈ ਆ ਜਿੱਦਾਂ ਹੁਣ ਇਹਨੇ ਪ੍ਰੀਮੀਅਰ ਦਿੱਤੀ ਇੱਥੋਂ ਦੇ ਨੇ ਸਿੱਖਦੇ ਨਾ। ਉੱਥੇ ਵਾਲੇ ਨੇ ਕੀ ਸਿੱਖਣਾ, ਇੱਥੇ ਵਾਲੇ ਨਹੀਂ ਦੇਖਦੇ। 33 ਸਾਲ ਦੀ ਪੋਲੀਟੀਕਲ ਲਾਈਫ ਹੈ। 30 ਸਾਲ ਦੇ ਜੌਨ ਹੌਰਗਨ ਉਹਨਾਂ ਸ਼ੁਰੂ ਹੋਏ, 63 ਸਾਲ ਦੀ ਉਮਰ ਹੈ, 60% ਦੀ ਅਪਰੂਵਲ ਰੇਟਿੰਗ ਹੈ। ਅਤੇ ਉਹ ਕਹਿੰਦਾ ਵੀ ਬਸ ਹੁਣ ਮੈਂ ਬੀਚਾਂ 'ਤੇ ਫਿਰਨਾ। ਮੈਂ ਆਪਣੀ ਘਰ ਵਾਲੀ ਮੈਨੂੰ ਕਹਿੰਦੀ ਵੀ ਕਿੰਨੇ ਕੁ ਬੀਚ ਘੁੰਮ ਲਿਆ ਆਪਾਂ, ਬਸ ਹੁਣ ਸਾਲ ਸਪਰਿੰਗ ਆਈਲੈਂਡ ਰਹਿੰਦੇ ਨੇ ਉਹ। ਅਤੇ ਖਿਲਾਰਾ ਵੀ ਨਹੀਂ ਪਾਇਆ। ਇੰਟਰਮ ਲੀਡਰ ਉਹ ਕਹਿੰਦੇ ਨਾ ਕੋਈ ਨਹੀਂ ਬਣਾਉਣਾ, ਲੀਡਰ ਇਹ ਬਣਾਉਣਾ, ਲੋਕ ਚੁਣਨ। ਮੈਂ ਉਹਨੂੰ ਕਿਉਂ ਬਣਾਵਾਂ ਜਿਹੜਾ ਜਿੱਤਿਆ ਨਹੀਂ? ਮੈਂ ਉਹਨੂੰ ਕਿਉਂ ਬਣਾਵਾਂ ਜਿਹਨੂੰ ਲੋਕਾਂ ਨੇ, ਮੇਰੀ ਪਾਰਟੀ ਵਰਕਰ ਨੇ ਚੂਜ਼ ਨਹੀਂ ਕੀਤਾ? ਮੇਰੀ ਪਾਰਟੀ ਵੋਟਾਂ ਪਾਵੇ, 4 ਮਹੀਨੇ ਹੋਰ ਸਹੀ, 5 ਸਹੀ, ਅਕਤੂਬਰ ਨਵੰਬਰ ਤੱਕ ਨਿਬੜ ਜਾਣਾ ਕੰਮ। ਫਿਰ ਉਹ ਪ੍ਰੀਮੀਅਰ ਬਣੇ 2 ਸਾਲ, 23 ਤੇ 24 ਦੇ ਅਖੀਰ ਤੱਕ। ਫਿਰ ਉਹ ਆਪਣਾ ਦਿਖਾਵੇ ਜਲਵਾ। ਦੇਖੋ ਸਹੀ ਹੁਣ ਲੋਕਾਂ ਨੇ, ਪਾਰਟੀ ਕਾਡਰ ਨੇ ਚੂਜ਼ ਕਰਨਾ ਵੀ ਕੌਣ ਹੋਊਗਾ। ਅਤੇ ਇਹਦੇ 'ਚੋਂ ਸਿੱਖਣ ਦੀ ਲੋੜ ਹੈ ਬਈ ਅਸੀਂ ਕਿੱਥੇ ਖੜ੍ਹੇ ਹਾਂ, ਕੀ ਅਸੀਂ ਤਿਆਰ ਹਾਂ, ਕੀ ਅਸੀਂ 25 30 ਸਾਲਾਂ ਦੇ ਜਾਂ ਪੋਲੀਟੀਕਲ, ਸਮਾਜਿਕ, ਰਾਜਨੀਤਿਕ ਕੋਈ ਵੀ ਜਿਹੜੀ ਸੈਟਅਪ ਨੇ, ਕਿਸੇ ਨੂੰ ਸਾਹ ਲੈਣ ਦਿੰਦੇ ਹਾਂ ਅਸੀਂ, ਹੋਣ ਦਿੰਦੇ ਹਾਂ ਨੇੜੇ, ਜਾਂ ਮੈਂ ਜਾਂ ਮੇਰਾ ਟੱਬਰ, ਬਸ ਖਤਮ ਕਹਾਣੀ, ਹੋਰ ਨਹੀਂ ਕੋਈ ਵੜ ਸਕਦਾ। ਸੋ ਜੀ ਰਾਜਨੀਤਿਕ ਸਿਆਣੇ ਬਣਨਗੇ ਜੇ ਅਸੀਂ ਸਿਆਣੇ ਬਣਾਂਗੇ। ਸਾਡਾ ਮਾਪਦੰਡ ਜੇ ਨਾ ਬਦਲਿਆ, ਜਦ ਮਾਪਦੰਡ ਸਾਡਾ ਵੀ ਇੰਨਾ ਹੀ ਰਹਿ ਗਿਆ ਵੀ ਇੰਨਾ ਕੁ ਆ ਬਸ, ਅਤੇ ਸਾਨੂੰ ਇੰਨਾ ਕੁ ਕੰਮ ਕਰਕੇ ਸਾਨੂੰ ਪੱਕੀ ਸਾਰੀ ਜ਼ਿੰਦਗੀ ਦਾ ਤੈਨੂੰ ਲਿਖ ਕੇ ਦੇ ਦਾਂਗੇ ਤੇ ਤੋਂ ਪਰਾਂ ਨਹੀਂ ਹੁੰਦੇ, ਇਕੱਠ ਦੇ ਵਿੱਚ ਸਾਨੂੰ ਮਿਲ ਲਈ ਅਤੇ ਸਾਨੂੰ ਹੱਥ ਮਿਲਾ ਲਈ ਅਤੇ ਸਾਡੇ ਆਹ ਕੰਮ ਕਰਦੀ 1-2 ਬਸ ਬੰਦੇ ਸੱਦਦੀ 2, ਨਾਲੇ ਕੁਛ ਨਹੀਂ ਹੈ, ਸੱਦ ਸਦਈਆ ਕੱਖ ਨਹੀਂ ਹੈ। ਨੌਕਰੀਆਂ ਹੁਣ ਕੁਛ ਖਬਰਾਂ ਮਿਲ ਰਹੀਆਂ ਨੇ ਵੀ ਟੱਬਰਾਂ ਦੇ ਟੱਬਰ ਜਿਹਦਾ ਜ਼ੋਰ ਪਿਆ ਵਿਕਟੋਰੀਆ 'ਚ ਜਾ ਵੜੇ। ਕਿੱਥੇ ਨੂੰ ਜਾਓਗੇ? ਜੇ ਤੁਹਾਨੂੰ ਵੱਧ ਅਧਿਕਾਰ ਦੇ ਤੇ ਫਿਰ ਹੋਰ ਕਿਹਨੂੰ ਲੈ ਕੇ ਜਾਓਗੇ ਉੱਥੇ? ਕੀ 4 ਮਗਜ਼ ਨੇ ਤੁਹਾਡੇ ਵੀ ਆਮ ਲੋਕਾਂ ਕੋਲ 2 ਵੀ ਨਹੀਂ ਹੈ? ਉਹ ਦੇਖਦੇ ਆ ਤੁਹਾਨੂੰ ਬਈ ਕੀ ਗੁਲ ਖਿਲਾਰਦਾ ਹੈ। ਬਹੁਤ ਲੰਮੀ ਲਾਈਨ ਆ ਇਹ, ਇੱਕ ਨੇਸ਼ਨਹੁੱਡ, ਪੈਟਰੀਓਟਿਜ਼ਮ ਵੀ ਆ। ਛੱਡ ਦਿਓ ਗੱਲ ਪਾਰਟੀਆਂ ਪੂਰਟੀਆਂ ਤੋਂ ਵਿੱਚ, ਜਿਹੜਾ ਇੱਕ ਅੰਦਰ ਦਿਲ ਦੇ ਵਿੱਚ ਦੇਸ਼ ਦਾ ਪਿਆਰ ਵੱਸਦਾ ਉਹ ਵੀ ਨਾਲ ਹੈ। ਉਹ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਜੇ ਤੁਸੀਂ ਉਹਦੇ ਲਈ ਕਾਬਲ ਨਹੀਂ। ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਥਿੰਕ ਟੈਂਕ ਨੇ ਜਿਹੜੇ, ਉਹ ਇੱਕ ਜਗ੍ਹਾ 'ਤੇ ਸੋਚਦੇ ਕਿ ਨੋ ਇਹ ਨਹੀਂ ਕਰ ਸਕਦੇ ਆਪਾਂ, ਇਹ ਬੜਾ ਇਹ ਤੁਸੀਂ ਅਦਿੱਖ ਕਹਿ ਦਿਓ, ਇਹ ਦਿਖਦਾ ਨਾ ਕਹਿ ਦਿਓ, ਜਿਹਦੇ 'ਤੇ ਪਾਰਟੀ ਪਲੇਟਫਾਰਮ ਤੋਂ ਉੱਪਰ ਉੱਠ ਕੇ ਜਿਹੜੀ ਡੀਪ ਸਟੇਟ ਵਾਲਾ ਕੌਨਸੈਪਟ ਆ ਉਹ ਵੀ ਚੱਲਦਾ ਨਾਲ। ਹਲੇ ਵੀ ਰੀਅਲ ਅਸਟੇਟ ਦਾ ਖਿਆਲ ਰੱਖਿਓ। ਰੀਅਲ ਅਸਟੇਟ ਦੇ ਵਿੱਚ ਹਲੇ ਵੀ, ਕੱਲ੍ਹ ਮੈਂ ਲਿਸਟਿੰਗਾਂ ਦੇਖ ਰਿਹਾ ਸੀ, 14-15 ਲੱਖ ਦਾ ਘਰ 9.5 ਲੱਖ ਦਾ ਲਾਈ ਬੈਠੇ ਨੇ। ਉਹਦੇ 'ਤੇ ਵੀ ਫੇਰ ਬਾਰਗੇਨਿੰਗ ਹੋਣੀ ਆ, ਮਲਟੀ ਆਫਰਸ ਜਾਣੀਆਂ ਨੇ। ਦੇਖਿਓ ਕਿਤੇ ਫੇਰ ਸ਼ਿਕਾਰ ਨਾ ਹੋਇਓ ਇਹਦੇ 'ਤੇ। ਅਤੇ ਇਸ ਮਾਰਕੀਟ ਨੂੰ ਥੱਲੇ ਸਿੱਟਣ ਦੇ ਲਈ ਕਿੰਨਾ ਕੁ ਇੰਟਰਸਟ ਰੇਟ ਦਾ ਜਿਹੜਾ ਉਹ ਇਫੈਕਟ ਹੈ, ਜਾਂ ਝੂਠੇ ਪੇਪਰ ਬਣਾ ਕੇ ਮੌਰਗੇਜ ਲੈਣ ਵਾਲਿਆਂ ਨੇ, ਉਹਨਾਂ ਨੇ ਕਿੰਨਾ ਕੁ ਕੰਮ ਇਹ 'ਚ ਕੀਤਾ। ਜਿਹੜੀਆਂ ਜੁੰਡਲੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਟੌਕਸਿਕ ਮਾਹੌਲ ਪੈਦਾ ਕੀਤਾ, ਇਹਦੇ 'ਤੇ ਵੀ ਮੈਂ ਗੱਲ ਕਰੂੰ। ਪ੍ਰੋਫੈਸ਼ਨਲਿਜ਼ਮ ਛੱਡ ਕੇ ਕੀ ਕੁਛ ਹੋਇਆ ਇੱਥੇ,
ਜਿਹੜੀ ਉਹ ਪਿਰਤ ਪਾਈ ਵੀ ਇੱਕ ਪ੍ਰਾਪਰਟੀ ਤੇ 40 ਆਫਰਾਂ ਤੇ ਇੱਕ ਦਿਨੇ ਅਸੀਂ ਖੋਲਾਂਗੇ ਜੀ, ਭੇਜੀ ਚਲੋ ਬਸ। ਉਹਦਾ ਕਾਰਨ ਇਹ ਸੀ ਵੀ 14 ਲੱਖ ਦੀ ਪ੍ਰਾਪਰਟੀ 9 ਲੱਖ ਦੀ 9.5 ਦੀ ਲਾਉਣੀ, ਉਹ ਤੇ ਲੜਾਈ ਹੋਣੀ, ਫਿਰ 16 ਤੇ ਜਾਣੀ। ਹੁਣ ਵੀ ਕੱਲ ਮੈਂ ਕੁਝ ਵੇਖ ਰਿਹਾ ਸੀ 9.5 ਲੱਖ ਦੀਆਂ, ਮਿਲੀਅਨ ਦੀਆਂ, ਉਹਨਾਂ ਘਰਾਂ ਦੀ ਹਲੇ ਵੀ ਕੀਮਤ 12-13 ਲੱਖ ਹੈ। ਪਰ ਉਹ ਫੇਰ ਉਸ ਤਰ੍ਹਾਂ ਦਾ ਇੱਕ ਫੇਰ ਕ੍ਰੀਏਟ ਕਰਨਾ, ਸੰਭਲਣ ਦੀ ਲੋੜ ਹੈ। ਜਿਹੜਾ ਸਮਾਨ ਖਰੀਦਣ ਵਾਲਾ ਖਰੀਦਦਾਰ ਖਬਰਦਾਰ ਹੋਵੇ। ਰੱਬ ਰਾਖਾ।